KRPA रेडियो 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:11 ਹੋਏ ਆ ਹਲੇ ਤੇ 23 ਅਕਤੂਬਰ ਦਾ ਦਿਨ ਹੈ ਭਰਾ 2020 ਦਾ ਸ਼ੁੱਕਰਵਾਰ ਹੈ। 9 ਕੱਤਕ ਨਾਨਕ ਸੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸੜਕ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਅੱਜ 12:30 ਵਜੇ ਇਸ ਸੂਬੇ ਦੇ ਵਿੱਚ ਭਾਈਚਾਰੇ ਦਾ ਇਤਿਹਾਸ ਉਹਦੇ ਤੇ ਗੱਲਬਾਤ ਹੋਏਗੀ। ਇਹ 1897 ਦੇ ਵਿੱਚ ਜਦ ਆਉਣ ਲੱਗੇ ਤਾਂ ਉਹਦੇ ਬਾਅਦ ਕਿਹੜੇ ਸਮੇਂ ਤੇ ਅੱਜ ਤੱਕ 125 ਵਰਿਆਂ ਦੇ ਵਿੱਚ ਕੀ ਕੱਟਿਆ ਤੇ ਕਿੱਥੇ ਖੜੇ ਆ। ਰਾਜਸੀ ਧਰਾਤਲ ਕੀ ਸੀ, ਰਾਜਸੀ ਪਾਰਟੀਆਂ ਕਿਹੜੀਆਂ ਸੀ, ਕਿਹਨਾਂ ਨੇ ਮਦਦ ਕੀਤੀ। ਜਗਰੂਪ ਸਿੰਘ ਬਰਾੜ ਮੇਰੇ ਨਾਲ ਸ਼ਾਮਲ ਹੋਣਗੇ ਜਿਹੜੇ ਫਰੀਦਕੋਟ ਤੋਂ NDP ਦੇ ਜਿਹੜੇ ਉਮੀਦਵਾਰ ਨੇ। ਉਹ ਗੱਲਬਾਤ ਕਰਨਗੇ। ਪਿਛਲੇ ਘੰਟੇ 'ਚ ਵੋਟਾਂ ਤੋਂ ਇੱਕ ਦਿਨ ਪਹਿਲਾਂ ਪਿੰਡ 'ਚ ਕੀ ਹੁੰਦਾ ਸੀ, ਪਰਚੀਆਂ ਵੰਡਣੀਆਂ, ਤੰਬੂ ਸੈੱਟ, ਭੂਆ ਉਹਨਾਂ ਨੂੰ ਕਿਹਨੇ ਲਿਆਉਣਾ, ਸਕੂਟਰ ਕਿਹਦਾ, ਟਰੈਕਟਰ ਤੇ ਕਿਹੜੇ ਬੰਦੇ ਲਿਆਉਣੇ ਨੇ, ਬੇਬੇ ਜਿਹੜੀ ਅੰਦਰਲੇ ਕਮਰੇ 'ਚ ਪਈ ਆ ਉਹਨੂੰ 4 ਜਣਿਆਂ ਨੇ ਕਿਵੇਂ ਮੋਢਿਆਂ ਤੇ ਚੱਕ ਕੇ ਮੰਜਾ ਲੈ ਜਾਂਦੇ। ਇੱਕ ਵੋਟ ਨੂੰ ਭੁਗਤਾਉਣ ਦਾ ਕੰਮ ਬਾਹਰਲੇ ਬੰਨੇ ਲੱਗੇ ਹੋਏ ਤੰਬੂ, ਦੋਨੇ ਤਿੰਨੇ ਪਾਰਟੀਆਂ ਆਪਸ ਵਿੱਚ ਕਰਦੇ ਮਜ਼ਾਕ ਤੇ ਹੱਸਦੇ ਖੇਡਦੇ। ਪੱਕੇ ਕਾਂਗਰਸੀ ਨੂੰ ਅਕਾਲੀ ਕਹਿੰਦੇ ਨੇ ਤੁਸੀਂ ਇੱਧਰ ਆ ਜਾਓ, ਮੈਂ ਦਿੰਦਾ ਤੁਹਾਨੂੰ ਪਰਚੀ। ਅਕਾਲੀਆਂ ਨੂੰ ਕਾਂਗਰਸੀ ਹੱਸਦੇ। ਸਾਰਾ ਦਿਨ ਵੋਟਾਂ ਪੈਂਦੀਆਂ ਤੇ ਲਿਸਟਾਂ ਦੇ ਥਰੂ ਜਾਂਦੇ। ਫਲਾਣੇ ਦਾ ਨਾਂ, ਲਿਸਟ ਬਹੁਤ ਵੱਡੀ ਗੱਲ ਸੀ। ਲਿਸਟ ਨਾ ਇਕੱਠੀ ਕਰਕੇ ਕੱਛ 'ਚ ਦੇਈ ਫਿਰਦੇ ਲੋਕ। ਇਹ ਕੀ ਆ? ਇਹ ਲਿਸਟ ਹੈ, ਇਹਦੇ ਤੇ ਵੋਟਾਂ ਹੁੰਦੀਆਂ ਨੇ ਭਾਈ ਸਾਹਿਬ। ਇਹ ਵੋਟਾਂ ਇਹ ਚੋਂ ਕੱਢਣੀਆਂ ਪੈਂਦੀਆਂ ਨੇ। ਨਵੇਂ ਬੰਦੇ ਨੂੰ ਐਂ ਲੱਗਦਾ ਜਿਵੇਂ PhD ਦਾ ਥੀਸਿਸ ਲਿਖਣਾ ਹੁੰਦਾ। ਅੱਛਾ ਜੀ, ਆਹੋ ਇਹ ਕਿੱਥੋਂ ਮਿਲਦੀ ਹੈ? ਐ ਨਹੀਂ ਮਿਲਦੀ ਲਿਸਟ, ਇਹ ਪਿੱਛੋਂ ਆਈ ਹੈ। ਕਈ ਕੁਐਸਚਨਾਂ ਕਰਦੇ ਹੁੰਦੇ, ਉਹ ਗੇੜਾ ਦਿੰਦੇ ਚਾਹ ਪੀ ਕੇ ਅੰਦਰਲੇ ਬੰਨੇ ਤੇ ਆ ਕੇ ਫੇਰ ਕਹਿੰਦੇ ਲਿਸਟ ਕੱਢ ਲਿਆ, ਦੇਖੀਏ ਵੋਟਾਂ ਕਿਹੜੀਆਂ ਰਹਿ ਗਈਆਂ। ਗੇੜਾ ਜਾਂ ਮਾਰ ਕੇ ਫੇਰ ਤੁਰ ਜਾਂਦੇ। ਕਈ ਦੁਪਹਿਰ ਤੋਂ ਟੰਕਣ ਲੱਗ ਜਾਂਦੇ ਬਈ ਡੱਬੇ ਲਿਆਓ, ਇਹ ਤਾਂ ਵੋਟਾਂ ਭੁਗਤਣੀਆਂ ਨਹੀਂ ਡੱਬੇ। ਬਹੁਤ ਸਾਡੇ ਬੰਦੇ ਦੀ ਤੁਹਾਨੂੰ ਗੱਲ ਸੁਣਾਊਗਾ। ਬੰਦੇ ਪੱਕੇ ਜਿਹੜੇ ਹੁੰਦੇ ਉਹ ਕਹਿੰਦੇ ਨਾ ਇਹ ਕੰਮ ਨਹੀਂ ਹੈ, ਬੰਦੇ ਸਾਂਭਣੇ ਪੈਣੇ ਨੇ। ਇੱਕ ਦਿਨ ਪਹਿਲਾਂ ਉਹ ਕਹਿੰਦੇ ਸਾਂਭਣ ਨੂੰ। ਪੰਚਾਇਤੀ ਇਲੈਕਸ਼ਨ ਦੇ ਵਿੱਚ, MLA ਦੀ ਇਲੈਕਸ਼ਨ ਦੇ ਵਿੱਚ ਫਿਰ ਗੱਲਾਂ ਚੱਲਦੀਆਂ। ਦਰਵਾਜ਼ੇ ਬੋਰੀਆਂ ਆ ਗਈਆਂ ਦਾਰੂ ਦੀਆਂ। ਬੋਰੀ ਦੇ ਵਿੱਚ ਬੋਰੀ ਕਹਿੰਦੇ ਹੁੰਦੇ ਬੋਰੀ ਨੂੰ। ਬੋਰੀ ਦੇ ਵਿੱਚ ਇਹ ਨਹੀਂ ਸੀ ਹੁੰਦੀ ਵੀ ਬੋਰੀ ਦਾਰੂ ਨਾਲ ਭਰੀ ਹੋਈ ਆ। ਬੋਰੀ 'ਚ ਬੋਤਲਾਂ ਤਾਂ 12-14 ਹੀ ਹੁੰਦੀਆਂ। ਘਾਹ ਫੂਸ ਹੁੰਦਾ। ਕਈ ਵਾਰ ਸਿਰ ਤੇ ਰੱਖ ਕੇ ਬੋਰੀ ਠੇਕਿਓ ਲੈ ਕੇ ਆਉਂਦੇ ਬੰਦੇ। ਉਹ ਕਹਿੰਦਾ ਦਾਰੂ ਦੀ ਬੋਰੀਓ ਲੈ ਕੇ ਲੰਘ ਗਿਆ ਸਵੇਰੇ ਬੰਦਾ ਫਲਾਣਾ। ਸੋ ਫਿਰ ਡੱਬਿਆਂ ਤੇ ਗੱਲ ਆ ਗਈ। ਪਿੰਡ ਦੇ ਕਲਚਰ ਦੀ, ਪਿੰਡ ਦੇ ਸੱਭਿਆਚਾਰ ਦੀ ਵੋਟਾਂ ਤੋਂ ਪਹਿਲਾਂ ਗੱਲਾਂ ਅੱਜ ਮੈਨੂੰ ਬਹੁਤ ਯਾਦ ਆਈਆਂ ਹੋਈਆਂ। ਸੁਣਿਆਉਣਾ ਅਗਲੇ ਹਾਸੇ 'ਚ। ਤੇ ਬਾਕੀ ਕੱਲ ਨੂੰ ਵੋਟਾਂ ਤੁਸੀਂ ਪਾ ਦਿਓ, ਵੋਟਾਂ ਜ਼ਰੂਰ ਪਾਇਓ। ਆਪਣੇ ਹੱਕ ਦਾ ਬਹੁਤ ਔਖਾ ਹੱਕ ਮਿਲਿਆ ਇਸ ਨੂੰ ਵਰਤ ਲਿਓ। ਇਸਤੇਮਾਲ ਵੀ ਕਹਿੰਦੇ ਹੁੰਦੇ ਆ, ਇਸਤੇਮਾਲ। ਇਹ ਬੰਦੇ ਕਈ ਖਾਣ ਪੀਣ ਵਾਲੇ ਕਹਿੰਦੇ ਤੂੰ ਆਹ ਦੇਖ ਲਾ, ਕਹਿੰਦਾ ਮੈਂ ਇਹ ਇਸਤੇਮਾਲ ਨਹੀਂ ਕਰਦਾ ਇਹ ਚੀਜ਼। ਸੋ ਇਹਦੀ ਗੱਲਬਾਤ ਹੋਏਗੀ ਤੇ KRPA.com ਤੇ ਸਿੱਧਾ ਚੱਲਦਾ ਪ੍ਰਸਾਰਣ ਪ੍ਰੋਗਰਾਮ ਰਹਿ ਜੇ ਤਾਂ ਲੋਕ ਸੱਤ ਤੇ ਪੈਂਦਾ। ਇੱਕ ਮੇਰੀ ਬੇਨਤੀ ਮੰਨਿਓ ਹੋਰ, ਕੱਲ ਗੁਰਦਰਸ਼ਨ ਸਿੰਘ ਗਰੇਵਾਲ ਉਹਨਾਂ ਨੂੰ ਇੱਕ ਬਟੂਆ ਮਿਲਿਆ, ਵਾਲਟ ਮਿਲਿਆ ਬੇਅਰ ਕ੍ਰੀਕ ਦੇ ਕੋਲ ਤੇ ਉਹਦੇ ਵਿੱਚ ਲਾਇਸੈਂਸ ਆ, ਪੈਸੇ ਨੇ ਤੇ ਸਰਦਾਰ ਜੀ ਦਾ ਲਾਇਸੈਂਸ ਵੀ ਇੰਡੀਆ ਦਾ। ਉਹਨਾਂ ਦਾ ਹੈਗਾ ਨਾਂ ਗੁਰਦੀਪ ਸਿੰਘ, ਪਿੰਡ ਵਡਾਲਾ ਕਲਾਂ, ਜ਼ਿਲ੍ਹਾ ਕਪੂਰਥਲਾ। ਉਹਨਾਂ ਦਾ ਲਾਇਸੈਂਸ ਹੈ ਤੇ ਉਹਨਾਂ ਦਾ ਹੀ ਵਾਲਟ ਹੈ। ਕੋਈ ਜਾਣਦਾ ਹੋਵੇ, ਗੁਰਦੀਪ ਸਿੰਘ ਸਨ ਆਫ ਸਰਦਾਰ ਹਰਦਿਆਲ ਸਿੰਘ, ਪਿੰਡ ਵਡਾਲਾ ਕਲਾਂ, ਡਿਸਟ੍ਰਿਕਟ ਕਪੂਰਥਲਾ। ਦੇਖਿਓ ਹੁਣੇ ਸਰਲੋ ਹੋ ਜਾਣੀਆਂ ਕੌਣ ਹੋ ਸਕਦਾ ਵਡਾਲੇ ਦਾ। ਤੇ ਇਹਨਾਂ ਦਾ ਵਟੂਆ ਜਿਹੜਾ ਗਿਰ ਗਿਆ ਗੁਰਦਰਸ਼ਨ ਸਿੰਘ ਗਰੇਵਾਲ ਜੀ ਕੋਲ ਹੈ। 778 957 5758 778 957 5758 ਗੁਰਦਰਸ਼ਨ ਸਿੰਘ ਗਰੇਵਾਲ ਉਹਨਾਂ ਨੇ ਦੇ ਕੋਲ ਹੈ ਬਟੂਆ। ਪਲੀਜ਼, ਕਿਉਂਕਿ ਲਾਇਸੈਂਸ ਵਿੱਚ ਪੈਸੇ ਧੇਲੇ ਵੀ ਨੇ ਤੇ ਲੈ ਜਿਓ ਉਹਨਾਂ ਨੂੰ। ਉਹਨਾਂ ਦੇ ਕੋਲੋਂ 778 957 5758 ਤੇ ਪਤਾ ਕਰ ਲਿਓ। ਅਤਨ ਦੀ ਸਰਦਾਰ ਜੱਟਾਂ ਦੀ ਜਾਈ ਪੱਤਨ ਤੇ ਪੀਂਗਾ ਚਨਾਹ ਵਿੱਚ ਡੁੱਬਕੀ ਦਹਾੜਨ ਬਾਗ ਲਿਸ਼ਕ ਦੇ ਡੇਲੇ ਸ਼ੂਕ ਦਾ ਬੇਲਾ ਘਮੰਡੀ ਛਾਤੀ ਅਜਗਰੀ ਮਾਣ ਫਿਕਰ ਨਾ ਫਾਕੇ
ਚੰਦਨ ਦੀ ਮੁਸ਼ਕ, ਹਵਾ ਵਿੱਚ ਕਣੀਆਂ, ਮੇਘ ਦੀਆਂ ਗਰਜਾਂ, ਲਾਚੜੇ ਮੋਰ, ਸਰੰਗਾ ਬਾਣਾ, ਪੈਰ ਦੀ ਫੁਰਤੀ, ਕੱਚ ਦਾ ਪਿੰਡਾ, ਬਣਾ ਨੂੰ ਫੂਕੇ, ਵਿਗੜਦੇ ਮੋਮਨ, ਹੁਸਨ ਜਵਾਨੀ, ਮੱਥੇ ਵਿੱਚ ਬੈਲ, ਜ਼ਬਾਂ ਤੇ ਗਾਲਾਂ, ਹੁਸਨ ਦਾ ਅੰਤ, ਬਾਹਰ ਦੀ ਹਰਨੀ, ਗੂੜੀਆਂ ਚਸ਼ਮਾ, ਤਿਲਕ ਦੀ ਸੇਲੀ, ਅੰਗ ਅੰਗਿਆਰੇ ਧੂਸਰੀ, ਮੀਡੀ ਉਮਰ ਦਾ ਸੇਕ ਤੇ ਕਿਰਗੇ ਦਾਣੇ, ਕੌਣ ਪਰਦੇਸੀ ਪੈਣ ਤੜਥੱਲਾ, ਉਬਲਦਾ ਖੂਨ ਸਹਿਮ ਦੀਆਂ ਵੇਲਾਂ, ਬੰਸਰੀ ਵੱਜਦੀ ਢੋਲ ਦਾ ਮੱਥ, ਕੁਆਰੀ ਕੰਜ ਸ਼ੋਰ ਨੂੰ ਅਰਪਣ ਸਿਰਾਂ ਤੇ ਛੰਨਾ, ਮੋਰ ਪਤ ਬੈਲਾ, ਮੋਰ ਬੱਤ ਪਹਿਲਾਂ ਆਤਮ ਦੀ ਸਰਦਾਰ, ਜੱਟਾਂ ਦੀ ਜਾਈ ਪੱਤਣ ਤੇ ਪੀਂਗਾ ਚਨਾਬ ਵਿੱਚ ਡੁਬਕੀ। ਹਰਮਨਜੀਤ ਲਿਖਦਾ ਹੈ 48287213 ਅਲਬਰਟਾ ਤੇ BC ਚ ਸਫਲਤਾ ਦੇ ਝੰਡੇ। ਪਰਮਿੰਦਰ ਸਿੰਘ ਥਿੰਦ ਮੇਰੇ ਨਾਲ ਹੈ। 2013 ਤੋਂ ਇੰਸ਼ੋਰੈਂਸ ਦਾ ਕੰਮ ਸ਼ੁਰੂ ਕੀਤਾ, ਸਾਫ਼ ਗੋਈ ਨਾਲ ਮਿਹਨਤ ਦੇ ਨਾਲ ਸਾਰੇ ਦੋਨੇ ਸੂਬਿਆਂ ਦੇ ਵਿੱਚ ਮਿਹਨਤ ਕੀਤੀ ਤੇ ਹੁਣ ਜਿਹੜਾ ਇੰਸ਼ੋਰੈਂਸ ਇਸ ਇੰਡਸਟਰੀ ਦੇ ਵਿੱਚ ਭਾਈਚਾਰੇ ਦੇ ਵਿੱਚ ਵੱਡਾ ਨਾਮ ਹੈ। ਪਰਮਿੰਦਰ ਸਿੰਘ ਥਿੰਦ ਮੇਰੇ ਨਾਲ ਨੇ। ਸਵਾਗਤ ਹੈ ਬਾਈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਲੌਂਗ ਵੀਕਐਂਡ ਆ, ਕੱਲ ਨੂੰ ਪੈਣੀਆਂ ਵੀਕਐਂਡ ਆ ਗਿਆ ਤੇ ਕੱਲ ਨੂੰ ਪੈਣੀਆਂ ਵੋਟਾਂ। ਤੇ ਇੰਸ਼ੋਰੈਂਸ ਸੰਬੰਧੀ ਐਸੈਂਸ਼ੀਅਲ ਜਿਹੜੇ ਵਰਕਰਸ ਨੇ ਉਹਨਾਂ ਦੇ ਬਾਰੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਇੱਕ ਰਿਬੇਟ ਦੀ ਗੱਲ ਤੁਸੀਂ ਕਰਨੀ ਚਾਹੁੰਦੇ ਹੋ ਪ੍ਰੀਮੀਅਮ 'ਚ, ਉਹ ਦੱਸੋ ਜੀ। ਹਾਂਜੀ, ਆਪਾਂ ਜੀ ਹਮੇਸ਼ਾ ਪਹਿਲੀ ਗੱਲ ਹੈ ਜੀ, ਆਪਾਂ ਇੰਸ਼ੋਰੈਂਸ 'ਚ ਜ਼ਿਆਦਾ ਸ਼ੁਰੂ ਕੀਤਾ ਜੀ 10 ਵਰੇ ਹੋ ਗਏ, ਆਪਾਂ ਉਹਲਾ ਹੀ ਚੱਕਿਆ ਜੀ ਇੰਸ਼ੋਰੈਂਸ 'ਚ ਵੀ ਹਮੇਸ਼ਾ ਜਿੰਨੇ ਵੀ ਘੁੰਡੀਆਂ ਸੀ ਆਪਾਂ ਘੁੰਡੀਆਂ ਹੀ ਸਾਰੀਆਂ ਕਲੀਅਰ ਕਰਤੀਆਂ ਓਵਰ ਦਾ ਫੋਨ, ਵੀ ਸੌਖਾ ਕਰਤਾ ਸਾਰਿਆਂ ਨੂੰ ਵੀ ਇਹ ਜਦੋਂ ਇੰਸ਼ੋਰੈਂਸ ਲੈਣੀ ਹੈ ਵੀ ਆਹ ਚੀਜ਼ਾਂ ਦਾ ਖਿਆਲ ਰੱਖੋ, ਨੰਬਰਾਂ 'ਚ ਨਾ ਫਸੋ। ਪਹਿਲੀ ਗੱਲ ਤਾਂ ਇਹ ਸਰਵੇ ਆਇਆ ਜੀ, ਆਲਮੋਸਟ 49 ਜਿਹੜੇ % ਲੋਕਾਂ ਨੇ ਇੰਸ਼ੋਰੈਂਸ ਖਰੀਦੀਆਂ ਹੋਈਆਂ ਨੇ ਜਾਂ ਲਈਆਂ ਹੋਈਆਂ ਨੇ, ਹਮੇਸ਼ਾ ਹੀ ਉਹਨਾਂ ਨੂੰ ਗਲਤ ਜਿਹੜੀਆਂ ਇੰਸ਼ੋਰੈਂਸ ਪਾਲਿਸੀਆਂ ਵੇਚੀਆਂ ਗਈਆਂ ਜਾਂ ਪ੍ਰੈਜ਼ੈਂਟ ਕੀਤੀਆਂ ਗਈਆਂ। ਉਹ ਹੈ ਵੀ ਉਦੋਂ ਬਾਅਦ 3-4 ਸਾਲਾਂ ਬਾਅਦ ਕਿਸ਼ਤਾਂ ਦੇ ਕੇ ਧੂੰਆਂ ਨਿਕਲ ਜਾਂਦਾ ਤੇ ਆਲਮੋਸਟ ਕਿਸ਼ਤਾਂ ਟੁੱਟ ਜਾਂਦੀਆਂ ਜਾਂ ਪਾਲਿਸੀਆਂ ਬੰਦ ਹੋ ਜਾਂਦੀਆਂ ਨੇ। ਉਹੀ ਗੱਲ ਹੈ ਵੀ ਇੰਸ਼ੋਰੈਂਸ ਦਾ ਕੰਮ ਹੈ ਰਿਸਕ ਕਵਰ ਕਰਨਾ ਜੀ। ਨਾਲ ਦੀ ਨਾਲ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਰਿਸਕ ਕਵਰ ਹੋਵੇ, ਉਸ ਤੋਂ ਬਾਅਦ ਆਪਾਂ ਨੰਬਰਾਂ 'ਚ ਨਾ ਫਸੀਏ। ਨੰਬਰਾਂ 'ਚ ਫਸਦੇ ਹਾਂ, ਜਿਹੜਾ ਕੰਮ 50 'ਚ ਹੁੰਦਾ ਆਪਾਂ 500 'ਚ ਕਰਨਾ ਤੇ ਉਹ ਆਪਾਂ ਫਸੇ ਹੀ ਫਸੇ, ਉਹ ਕਿਸੇ ਨਾ ਦੇਣ, ਕਿਉਂਕਿ ਸੇਵਿੰਗ ਵਾਸਤੇ ਨਹੀਂ ਹੈਗੀ। ਸੇਵਿੰਗ ਹਰੇਕ ਵਾਸਤੇ ਢੁਕਵੀਆਂ ਪਾਲਿਸੀਆਂ ਨੇ ਜੀ, ਜਿਹੜੀਆਂ ਪਰਮਾਨੈਂਟ ਪਾਲਿਸੀਆਂ ਨੰਬਰ ਵਾਲੀਆਂ ਜੀ। ਪਹਿਲੀ ਗੱਲ ਤਾਂ ਮੈਂ ਦੱਸਦੇ ਇਸ ਕਰਕੇ ਜਿਹੜਾ ਸਰਵੇ ਆਇਆ 49% ਓਵਰਸੋਲਡ ਐਕਸਪੈਂਸਿਵ ਪਾਲਿਸੀ ਜਿਹੜੀਆਂ, ਇੱਕ ਤਾਂ ਹੈ ਜੀ। ਦੂਜੀ ਗੱਲ ਜਿਹੜੀ ਆਪਾਂ ਰਿਬੇਟ ਦੀ ਗੱਲ ਕਰਦੇ ਹਾਂ ਜੀ, ਜਿਹੜੇ ਐਸੈਂਸ਼ੀਅਲ ਵਰਕਰ ਹੈਗੇ ਨੇ ਉਹ ਡਿਸੇਬਿਲਿਟੀ ਤੇ ਇੰਜਰੀ ਤੇ ਸਿਕਨੈਸ ਤੇ 20% ਆਫ ਉਹਨਾਂ ਨੂੰ ਮਿਲ ਰਿਹਾ ਜੀ। ਹੁਣ ਉਹਦਾ ਮੇਰਾ ਕਹਿਣ ਦਾ ਮਤਲਬ $100 ਕਿਸ਼ਤ ਹੈ ਤੇ $20 ਉਹਨਾਂ ਦੀ ਕਿਸ਼ਤ ਘਟ ਜਾਣੀ ਹੈ। ਪਰ ਹਾਂ, ਇੰਜਰੀ ਤੇ ਸਿਕਨੈਸ ਉਹਦੇ ਨਾਲ ਹੈ ਵੀ ਉਮਰ ਦਾ ਦੇਖਣਾ, ਆਕੂਪੇਸ਼ਨ ਦੇਖਣਾ, ਤੁਸੀਂ ਐਸੈਂਸ਼ੀਅਲ ਵਰਕਰ ਹੋ। ਜਦੋਂ ਸਿਕਨੈਸ ਨਾਲ ਆ ਜਾਂਦੀ ਹੈ ਕਿਸ਼ਤ ਵੱਧ ਜਾਂਦੀ ਹੈ। ਪਰ ਹਾਂ, ਉਹਨਾਂ ਨੇ ਵੀ 20% ਆਫ ਨਾਲ ਲਾਇਆ ਹੋਇਆ ਵੀ ਜਿਹੜਾ ਲੈ ਸਕਦੇ, ਉਹਦੇ 'ਚ ਕੋਈ ਘੁੰਡੀ ਨਹੀਂ, ਸਿੱਧਾ ਜਿਹੜਾ ਐਲੀਜੀਬਲ ਹੋਊਗਾ ਜੀ। ਪਰ ਐਸੈਂਸ਼ੀਅਲ ਵਰਕਰ ਹੋਣਾ ਚਾਹੀਦਾ। ਜਿੰਨੇ ਵੀ ਐਸੈਂਸ਼ੀਅਲ ਵਰਕਰ ਨੇ, ਹਸਪੀਟਲ 'ਚ ਕੰਮ ਕੀਤਾ, ਤੁਸੀਂ ਸਟੋਰ 'ਚ ਕੰਮ ਕੀਤਾ, ਤੁਸੀਂ ਡੈਂਟਿਸਟ ਹੋ ਜਾਂ ਤੁਸੀਂ ਪਲੰਬਰ ਹੋ, ਇਲੈਕਟ੍ਰੀਸ਼ੀਅਨ ਹੋ, ਜਿੰਨੇ ਵੀ ਕੋਵਿਡ ਤੁਸੀਂ ਭਾਵੇਂ ਟਰੱਕਿੰਗ 'ਚ ਵੀ ਹੋ, ਤੁਸੀਂ ਉਸ ਤਰੀਕੇ ਨਾਲ ਤੁਸੀਂ ਐਲੀਜੀਬਲ ਹੋ ਜੀ। ਨਾਲ ਦੀ ਨਾਲ ਜਿਹੜੀ ਦੂਜੀ ਪ੍ਰਮੋਸ਼ਨ ਚੱਲ ਰਹੀ ਹੈ ਜੀ, ਉਹ ਚੱਲ ਰਹੀ ਹੈ ਜੀ ਆਪਣੀ ਟਰਮ ਇੰਸ਼ੋਰੈਂਸ ਤੇ 3 ਮਹੀਨੇ ਦੀ ਕਿਸ਼ਤ ਨਹੀਂ ਤੁਸੀਂ ਦੇਣੀ ਜੀ। ਉਹ ਹੈ ਵੀ ਜੇ 20 ਸਾਲਾਂ ਦੀ 30 ਸਾਲਾਂ ਦੀ ਟਰਮ ਲੈਂਦੇ ਹੋ ਤੇ ਉਹਦੇ ਨਾਲ ਇਹ ਹੈ ਵੀ ਜੇ ਕੋਈ ਵੀ ਇੰਸ਼ੋਰੈਂਸ ਤੁਸੀਂ ਲੈਂਦੇ ਹੋ 20 ਜਾਂ 30 ਸਾਲਾਂ ਦੀ ਉਸ ਕੰਪਨੀ ਦੇ ਨਾਲ, ਕੈਨੇਡਾ ਲਾਈਫ ਕੰਪਨੀ ਦੇ ਨਾਲ, ਉਹ ਹੈ ਵੀ ਕਹਿੰਦੇ ਵੀ ਤੁਸੀਂ 3 ਕਿਸ਼ਤਾਂ ਨਹੀਂ ਦੇਣੀਆਂ। BC 'ਚ, ਅਲਬਰਟਾ 'ਚ 4 ਕਿਸ਼ਤਾਂ ਜੀ। ਆਹ ਜੀ ਸਪੈਸ਼ਲ ਚੱਲ ਰਿਹਾ ਜੀ। ਅੱਛਾ, ਕੋਵਿਡ-19 ਦੇ ਬਾਰੇ ਜਿਹੜੀ ਕੋਵਿਡ-19 ਤੋਂ ਬਾਅਦ ਜ਼ਿੰਦਗੀ ਬੜੀ ਬਦਲੀ ਹੈ। ਕੁਛ ਰਿਟਾਇਰਮੈਂਟ ਪਲਾਨ ਜਿਹੜੇ ਨੇ ਜਿਹੜੇ ਉਹਦੇ ਬਾਰੇ ਕੁਝ ਕੈਨੇਡੀਅਨ ਸੋਚ ਰਹੇ ਨੇ, ਤੁਸੀਂ ਇਸ ਦੇ ਬਾਰੇ ਕੋਈ ਸਲਾਹ ਦੇਣੀ ਚਾਹੁੰਦੇ ਹੋ? ਹਾਂਜੀ ਬਿਲਕੁਲ ਜੀ, ਰੀਥਿੰਕ ਕਰਨ ਲੱਗ ਗਏ ਜੀ ਲੋਕੀ ਸਾਰੇ। ਹਰੇਕ ਚੀਜ਼ ਦਾ ਥਿੰਕਿੰਗ ਨਾਲ ਹੀ ਹੁੰਦੀ ਹੈ। ਥਿੰਕ ਦੇ ਨਾਲ ਲੋਕੀ ਰੀਥਿੰਕ ਕਰਨ ਲੱਗ ਗਏ। ਕੋਵਿਡ ਕਰਕੇ ਪਹਿਲਾਂ ਜਿਹੜੀਆਂ ਸੇਵਿੰਗ ਸੀ ਉਹ ਜਾਂਦੀਆਂ ਲੱਗੀਆਂ, ਕਈਆਂ ਦੇ ਕੰਮ ਜਾਂਦੇ ਲੱਗੇ। ਪਰ ਹੁਣ ਇਹ ਦੇਖਦੇ ਵੀ ਜਦੋਂ ਸੇਵਿੰਗ, ਜਦੋਂ ਰਿਟਾਇਰਮੈਂਟ ਹੋਣੀ, ਉਦੋਂ ਉਹਨਾਂ ਕੋਲੇ ਕੁਛ ਨਾ ਕੁਛ ਹੋਊਗਾ ਕਿ ਨਹੀਂ ਹੋਊਗਾ। ਇਸ ਚੀਜ਼ਾਂ ਬਾਰੇ ਹੁਣ ਬਾਹਲਾ ਝੁਕਾਅ ਹੋ ਗਿਆ। ਲੋਕਾਂ ਨੇ ਆਪਦੇ ਬੈਂਕਾਂ 'ਚ ਪੈਸੇ ਕੱਢ ਕੇ ਜਿੱਥੇ ਸੇਫ ਸੀਗੇ ਇੰਸ਼ੋਰੈਂਸ ਕੰਪਨੀਆਂ, ਕਿਉਂਕਿ ਉਹ ਸੇਫਟੀ ਵੀ ਜਿਹੜੇ
ਇਦਾਂ ਦੀਆਂ ਆਪਸ਼ਨਸ ਵੀ ਹੈਗੀਆਂ, ਤੁਸੀਂ ਉੱਥੇ ਲਾ ਸਕਦੇ ਹੋ। ਤੁਹਾਡੀ ਮਨੀ ਜਿਹੜੀ 100% ਗਾਰੰਟੀ ਰਹੂਗੀ। ਜਾਂ ਲੋਕਾਂ ਨੇ GIC 'ਚ ਪੈਸੇ ਰੱਖਦੇ ਵੀ ਇਹੋ ਜਿਹੀਆਂ ਆਪਸ਼ਨਸ ਹੈਗੀਆਂ ਜੀ। ਹੁਣ ਲੋਕੀ ਉਸ ਬਾਰੇ ਸੋਚਣ ਲੱਗੇ ਵੀ ਸਾਡੇ ਕੋਲੇ ਜਦੋਂ ਮਨੀ ਚਾਹੀਦੀ ਹੈ ਵਾਕਿਆ ਹੀ ਹੋਊਗੀ, ਇਹ ਨਾ ਹੋਵੇ ਜਦੋਂ ਮੰਦੀ ਆਵੇ ਤੇ ਜੋ ਅਸੀਂ ਸੇਵ ਕੀਤਾ ਉਦੋਂ ਰਵੇ ਹੀ ਨਾ। ਇਸ ਕਰਕੇ ਜਿਹੜਾ CIBC ਦੀ ਜਿਹੜੀ ਨਵੀਂ ਆਈ ਹੈ 10 ਤੋਂ ਜਿਹੜੇ 4 ਬੰਦੇ ਨੇ ਇਸ ਚੀਜ਼ ਬਾਰੇ ਹੁਣ ਸੋਚਣ ਲੱਗ ਗਏ। ਸਾਨੂੰ ਕੁਛ ਨਾ ਕੁਛ ਰਿਟਾਇਰਮੈਂਟ ਬਾਰੇ ਕੁਛ ਨਾ ਕੁਛ ਸਾਨੂੰ ਆਪ ਦਾ ਸੋਚਣਾ ਚਾਹੀਦਾ, ਕਿਉਂਕਿ ਲੋਕੀ ਨਾ ਟਰੈਵਲ ਕਰ ਰਹੇ ਨਾ ਕਿਤੇ ਹੋਰ ਜਾ ਰਹੇ ਨੇ। ਹੁਣ ਆਹੀ ਚੀਜ਼ਾਂ ਨੂੰ ਆਪ ਦੇ ਬਾਰੇ ਸੋਚ ਰਹੇ, ਜਾਂ ਸਿਹਤ ਬਾਰੇ ਜਾਂ ਖਾਣ ਪੀਣ ਬਾਰੇ ਸਾਨੂੰ ਖਿਆਲ ਰੱਖਣਾ ਚਾਹੀਦਾ। ਆਪਦੇ ਪਰਿਵਾਰ ਨਾਲ ਟਾਈਮ ਹੈ, ਨਾਲੇ ਹੈ ਵੀ ਆਪਦੇ ਆਪ ਤੇ ਅਸੀਂ ਜਦੋਂ ਰਿਟਾਇਰ ਹੋਵਾਂਗੇ ਸਾਡੇ ਕੁਛ ਹੋਊਗਾ ਕਿ ਨਹੀਂ ਹੋਊਗਾ। ਗਰੁੱਪ ਇੰਸ਼ੋਰੈਂਸ ਬਾਰੇ ਵੀ ਮਾੜਾ ਜਿਹਾ ਪਿੜ ਪੱਲੇ ਪਾਓ, ਕੁਛ ਵੀ ਗਰੁੱਪ ਇੰਸ਼ੋਰੈਂਸ ਕਿਵੇਂ ਹੁੰਦੀ ਹੈ? ਹਾਂਜੀ, ਗਰੁੱਪ ਇੰਸ਼ੋਰੈਂਸ ਹੈ ਜੀ। ਕਾਫੀ ਜਿੰਨੇ ਵੀ ਅਦਾਰੇ ਨੇ ਜਾਂ EMPLOYER ਨੇ ਜਿੰਨੇ ਵੀ ਰਲ ਕੇ ਆਪਦੇ EMPLOYEE ਵਾਸਤੇ ਗਰੁੱਪ ਪਲਾਨ ਬਹੁਤ ਲੈ ਰਹੇ ਨੇ। ਉਹਨਾਂ ਨਾਲ ਇਹ ਫਾਇਦਾ ਹੈ ਜੀ, ਕਿਉਂਕਿ ਇੱਕ ਤਾਂ EMPLOYEE ਵੀ ਖੁਸ਼ ਹੈ ਜੀ, ਨਾਲ ਉਹਨਾਂ ਦੇ ਪਰਿਵਾਰ ਦੇ ਸਾਰੇ, ਜਿਵੇਂ ਦੰਦਾਂ ਦੀ ਕਲੀਨਿੰਗ ਹੋ ਗਈ ਜਾਂ ਹੋਰ ਵੀ ਹੋ ਗਿਆ, ਮਸਾਜ ਥੈਰੇਪੀ, ਫਿਜ਼ੀਓਥੈਰੇਪੀ। ਆਪਾਂ ਨੂੰ ਇਹ ਪਤਾ ਵੀ ਮਹਿੰਗਾ ਬਹੁਤ ਹੈ, ਜਿੰਨਾ ਵੀ ਹੁਣ ਜੇਕਰ ਦਵਾਈਆਂ ਲੈਣੀਆਂ ਜਾਂ ਕਾਇਰੋਪ੍ਰੈਕਟਰ, ਫਿਜ਼ੀਓਥੈਰੇਪੀ ਤੇ ਜਾਣਾ ਹੈ, ਡੈਂਟਲ ਕਲੀਨਿੰਗ ਹੈ, ਉਹ ਸਾਰਾ ਗਰੁੱਪ ਪਲਾਨ 'ਚ ਕਵਰ ਹੋ ਜਾਂਦਾ ਹੈ। ਜਿਹੜਾ ਇਕੱਲਾ ਆ ਇੱਕ ਫੈਮਿਲੀ ਦਾ ਆਪਦਾ ਲੈਂਦਾ ਆਪਸ਼ਨ ਜੀ, ਉਹਦੇ ਵਾਸਤੇ ਢੁਕਵੀਂ ਸ਼ਾਇਦ ਨਹੀਂ ਹੋ ਸਕਦੀ, ਕਿਉਂਕਿ ਚੀਜ਼ ਮਹਿੰਗੀਆਂ। ਜਿੰਨੀ ਕਿਸ਼ਤ ਉਹਨੇ ਅਸੀਂ ਆਪਸ਼ਨਾਂ ਯੂਜ਼ ਨਾ ਕਰ ਸਕੀਏ, ਪਰ ਹਰੇਕ ਵਾਸਤੇ ਡਿਫਰੈਂਟ, ਕਿਉਂਕਿ ਜਿੱਦਾਂ ਵੀ ਇੰਸ਼ੋਰੈਂਸ ਜ਼ਰੂਰਤਾਂ ਦੇ ਹਿਸਾਬ ਨਾਲ ਉਦਾਂ ਵੀ ਜਿਹੜਾ ਗਰੁੱਪ ਪਲਾਨ ਆਪਸ਼ਨਸ ਹੈ ਤੁਹਾਡੇ ਵਾਸਤੇ ਢੁਕਦੀ ਹੈ ਤਾਂ ਠੀਕ ਹੈ ਜੀ। ਇਕੱਲਿਆਂ ਵਾਸਤੇ ਮਹਿੰਗਾ, ਪਰ ਜਿਹੜਾ ਗਰੁੱਪ ਪਲਾਨ 'ਚ ਕਿਸੇ ਦੀ ਸਿਹਤ ਵੀ ਖਰਾਬ ਹੈ, ਉਹ ਢਿੱਲ ਮੱਠ ਵੀ ਉਹ ਗਰੁੱਪ ਪਲਾਨ ਦੇ ਵਿੱਚ ਕਵਰੇਜ ਹੋ ਸਕਦੀ ਹੈ। ਇਸ ਕਰਕੇ ਵੀ ਵੈਰੀ ਪੋਪੂਲਰ। ਜਿੰਨੇ ਵੀ EMPLOYER ਨੂੰ ਇਹ ਵੀ ਉਹਨਾਂ ਨੂੰ ਰਿਡਕਸ਼ਨ ਮਿਲ ਜਾਂਦੀ ਹੈ। EMPLOYEE ਨਾਲ ਉਹ ਵੀ ਖੁਸ਼ ਹੈ ਜੀ, ਉਹਨੂੰ ਭਾਵੇਂ ਉਹ ਕੰਮ ਛੱਡ ਕੇ ਨਹੀਂ ਜਾਂਦਾ, ਉਹਨੂੰ ਪਤਾ ਵੀ ਮੇਰਾ EMPLOYER ਹੈ ਮੇਰੇ ਵਾਸਤੇ ਇਹ ਇੱਕ ਸਪੈਸ਼ਲ ਜਿਹੜਾ ਨਾਲ ਇੱਕ ਐਫਰਟ ਕਰ ਰਿਹਾ ਮੈਨੂੰ ਨਾਲ ਰੱਖਣ ਵਾਸਤੇ, ਤੇ ਵਿਨ ਸਿਚੁਏਸ਼ਨ ਹੈ ਦੋਵਾਂ ਵਾਸਤੇ। ਅਖੀਰ ਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੋ ਜੀ? ਬਸ ਅਖੀਰ ਤਾਂ ਇਹ ਹੈ ਜੀ, ਆਪਾਂ ਹਮੇਸ਼ਾ ਹੀ ਆਪਾਂ ਥਿੰਕ ਇੰਸ਼ੋਰੈਂਸ ਜਦੋਂ ਆਪਾਂ ਆਨਲਾਈਨ ਕੰਮ ਸ਼ੁਰੂ ਕੀਤਾ ਜੀ, ਡਿਸਕਲੋਜ਼ਰ ਆਪਣਾ ਜਿਹੜਾ ਹੈਗਾ ਵੀ ਇਹੀ ਹੈ, ਹਰੇਕ ਨੂੰ ਦੱਸੀਦਾ ਵੀ ਸਾਡੇ ਕੋਲੇ ਸਾਰੀਆਂ ਆਪਸ਼ਨ ਜਿਹੜੀਆਂ ਅਵੇਲੇਬਲ ਨੇ ਆਨਲਾਈਨ ਨੇ। ਉਹਲਾ ਹੀ ਚੱਕਦਾ ਜੀ। ਉਦੋਂ ਬਾਅਦ ਆਪਦੇ ਬਾਰੇ ਜੇ ਜਾਣਦੇ ਆ ਤਾਂ ਦੱਸਦੇ ਆ ਅਸੀਂ ਕੀ ਕੰਮ ਕਰਦੇ ਆ। ਬਾਅਦ ਸਾਨੂੰ ਆ ਕੇ ਰੇਡੀਓ ਦੇ ਸਫਾਈਆਂ ਨੇ ਦੇਣੀਆਂ ਪੈਂਦੀਆਂ ਜੀ, ਅਸੀਂ ਆਹ ਇੱਥੇ ਠੱਗੀ ਮਾਰੀ, ਇੱਥੇ ਉਹ ਕੀਤਾ ਜੀ। ਆਪਦਾ ਕੰਮ ਕਲੀਨ ਕਰਦੇ ਆ, ਨਾ ਹੀ ਅੱਜ ਤੱਕ ਕਿਸੇ ਦਾ ਕੋਈ ਲਾਂਭਾ ਆਉਣ ਦਿੱਤਾ 10 ਸਾਲਾਂ 'ਚ, ਨਾ ਹੀ ਕਿਸੇ ਨੂੰ ਆਉਣ ਦਾ ਮੌਕਾ ਦਿੰਦੇ ਆ। ਆਪਦੇ ਵੱਲੋਂ ਮਹਾਰਾਜ ਦੀ ਵੀ ਕਿਰਪਾ ਚਾਹੀਦੀ ਹੈ। ਬਾਕੀ ਇਹ ਹੈ ਵੀ ਹਰੇਕ ਨੂੰ ਇਹ ਹੁੰਦਾ ਵੀ ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਇਨਫੋਰਮੇਸ਼ਨ ਕਿੱਥੇ ਲਈ ਜਾਵੇ, ਕਿਉਂਕਿ ਇੰਸ਼ੋਰੈਂਸ ਕੌਂਸਲ ਦੀ ਵੈਬਸਾਈਟ ਤੇ ਤੁਸੀਂ ਜਾ ਕੇ ਇੰਸ਼ੋਰੈਂਸ ਕੌਂਸਲ ਆਫ BC ਤੇ ਜਾ ਕੇ ਤੁਸੀਂ ਕਿਸੇ ਦਾ ਵੀ ਨਾਂ ਪਾਓਗੇ ਤੁਹਾਨੂੰ ਪਤਾ ਲੱਗ ਜੂ ਕਦ ਦਾ ਲਾਇਸੈਂਸ ਹੈਗਾ ਜੀ, ਉਹ ਕਦ ਦਾ ਉਹਨੇ ਸ਼ੁਰੂ ਕੀਤਾ ਕੰਮ। ਕਈ ਵਾਰੀ ਇਹ ਕਹਿੰਦਾ ਵੀ ਬੜੇ ਸਾਲਾਂ ਤੋਂ ਕੰਮ ਕਰਦੇ ਆ ਜੀ, ਬਹੁਤ ਚਿਰ ਦਾ ਕੰਮ ਕਰਦੇ ਆ, ਪਰ ਸਾਲ ਨਹੀਂ ਦੱਸਦੇ ਜੀ। ਉੱਥੋਂ ਪਤਾ ਲੱਗ ਜੂ ਕਦ ਦਾ ਕੰਮ ਸ਼ੁਰੂ ਕੀਤਾ, ਕਿਹੜੀ ਕੰਪਨੀ ਨਾਲ ਕੋਈ ਰਿਸਟ੍ਰਿਕਸ਼ਨ ਲੱਗੀ ਨਹੀਂ ਲੱਗੀ ਹੈ, ਉਹ ਸਾਰੀਆਂ ਆਪਸ਼ਨ ਉੱਥੇ ਮਿਲ ਜਾਂਦੀਆਂ ਜੀ। ਇਸ ਕਰਕੇ ਵੀ ਆਪਦੇ ਵੱਲੋਂ ਕਲੀਨ ਤੇ ਵਧੀਆ ਕੰਮ ਕਰਦੇ ਆ। ਕਲਾਇੰਟ ਦੀਆਂ ਜ਼ਰੂਰਤਾਂ ਪਹਿਲਾਂ ਰੱਖ ਕੇ ਪਹਿਲ ਕਲਾਇੰਟ ਦੀ ਹੈ, ਕਿਉਂ ਇਹਨਾਂ ਉਹੀ ਦੱਸ ਕੇ ਜੋ ਚੀਜ਼ ਚਾਹੀਦੀ ਹੈ ਉਹੀ ਦੱਸੀ ਦੀ। ਇਸ ਕਰਕੇ ਸਸਤੀ ਚੀਜ਼ ਹਮੇਸ਼ਾ ਹਰੇਕ ਵਾਸਤੇ ਵਧੀਆ ਨਹੀਂ, ਮਹਿੰਗੀ ਹਰੇਕ ਵਾਸਤੇ ਵਧੀਆ ਨਹੀਂ। ਹਰੇਕ ਪਰਿਵਾਰ ਦੀਆਂ ਜ਼ਰੂਰਤਾਂ ਅੱਡ ਨੇ। ਇਸੇ ਕਰਕੇ ਥਿੰਕ ਇੰਸ਼ੋਰੈਂਸ ਜੀ ਕੋਈ ਵੀ ਕੁਐਸਚਨ BC 'ਚ ਹੋਵੇ ਜਾਂ ਅਲਬਰਟਾ 'ਚ ਹੋਵੇ, ਅਲਬਰਟਾ ਸਾਡਾ ਛੋਟਾ ਵੀਰ ਰਮਨਦੀਪ ਸਿੰਘ ਸੋਤਾ ਉੱਥੇ ਜੀ ਬਹੁਤ ਵਧੀਆ ਕੰਮ ਕਰ ਰਿਹਾ ਜੀ ਉੱਥੇ ਵੀ, ਤੇ ਅਲਬਰਟਾ 'ਚ 5879697213 ਤੇ BC 'ਚ ਕਿਤੇ ਵੀ ਆਇਲੈਂਡ ਤੇ ਬੈਠੇ ਹੋ ਤੁਸੀਂ ਜਾਂ ਇੰਟੀਰੀਅਰ 'ਚੋਂ 604-828-7213। ਜੇ ਇਨਫੋਰਮੇਸ਼ਨ ਲੈਣੀ ਭੁੱਲ ਗਏ ਹੋ ਤੇ ਗੂਗਲ 'ਚ ਸਿਰਫ ਨਾ ਹੀ ਪਾਉਣਾ ਪਰਮਿੰਦਰ ਸਿੰਘ ਥਿੰਦ ਜਾਂ ਥਿੰਕ ਇੰਸ਼ੋਰੈਂਸ ਜੀ। ਥੈਂਕ ਯੂ ਸੋ ਮਚ ਗਿੱਲ ਸਾਹਿਬ ਜੀ, ਧੰਨਵਾਦ। ਜਾਂਦੇ ਜੀ ਇੱਕ ਜਾਂਦੇ ਵੋਟ ਜ਼ਰੂਰ ਸਾਰੇ ਜਣੇ ਪਾਇਆ ਜੇ, ਕਿਉਂਕਿ ਆਪਾਂ ਨੂੰ ਬਹੁਤ ਔਖਾ ਹੱਕ ਹਕੂਕ ਮਿਲਿਆ ਜੀ ਤੇ ਵੋਟ ਜ਼ਰੂਰ ਪਾਈਏ ਜੀ ਆਪਾਂ। ਧੰਨਵਾਦ। ਤੇ ਸੱਚ ਬੋਲ ਕੇ ਕੰਮ ਕੀਤਾ ਥਿੰਦ ਸਾਹਿਬ, ਯਾਦ ਨਹੀਂ ਰੱਖਣਾ ਪੈਂਦਾ ਵੀ ਤੁਸੀਂ ਕਦ ਕੀ ਕਿਹਾ 3-7 ਵਰੇ ਪਹਿਲਾਂ 10 ਵਰੇ ਪਹਿਲਾਂ। ਤਾਂ ਇਹਦੇ 'ਚ ਸਫਲਤਾ ਦੇ ਝੰਡੇ ਆ ਗੱਡੇ ਹੋਏ ਤੇ ਇਉਂ ਹੀ ਗੱਡ ਕੇ ਰੱਖਣਾ। ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਇਸ ਦੇਸ਼ ਦੇ ਵਿੱਚ ਇਸ ਸੂਬੇ ਦੇ ਵਿੱਚ ਭਾਈਚਾਰੇ ਦੇ ਇਤਿਹਾਸ ਦੀ ਗੱਲ ਜਗਰੂਪ ਸਿੰਘ ਬਰਾੜ ਮੇਰੇ ਨਾਲ ਸ਼ਾਮਲ ਹੋਣਗੇ ਤੇ ਉਹਨਾਂ ਨੇ ਸਲਾਟ ਜਿਹੜਾ ਉਹ ਆਪਣਾ ਇਹ ਬੁੱਕ ਕੀਤਾ ਹੋਇਆ। ਪਰ ਸਵਾਲ ਉਹਨਾਂ ਨੂੰ ਆਪਾਂ ਪੁੱਛਾਂਗੇ ਕਿ ਅਸਲ ਕਹਾਣੀ ਕੀ ਹੈ ਤੇ ਵੋਟਾਂ ਜਿਹੜੀਆਂ ਨੇ ਉਹ ਕਿਵੇਂ ਪੈਣ ਲੱਗੀਆਂ, NDP ਦਾ ਇਸ ਭਾਈਚਾਰੇ ਦੇ ਲਈ ਕੀ ਕੰਮ ਕੀਤੇ ਨੇ ਇਸ ਪਾਰਟੀ ਨੇ, ਤੇ ਇਹ ਅਗਲਾ ਜਿਹੜਾ ਪ੍ਰੋਗਰਾਮ ਕੀ ਹੈ। ਵਪਾਰਕ ਸੰਦੇਸ਼ ਉਸ ਤੋਂ ਬਾਅਦ ਜਗਰੂਪ ਸਿੰਘ ਬਰਾੜ ਸ਼ਾਮਲ ਹੋਣਗੇ। ਵੋਟਾਂ ਪੈਣੀਆਂ ਕੱਲ ਨੂੰ, ਵੋਟਾਂ ਦੇ ਬਾਰੇ ਗੱਲਾਂ ਹੋ ਗਈਆਂ ਬਹੁਤ, ਵੋਟਾਂ ਦੇ ਬਾਰੇ ਪਾਰਟੀ ਪਲੇਟਫਾਰਮ ਦੀਆਂ ਗੱਲਾਂ ਵੀ ਹੋ ਗਈਆਂ ਬਹੁਤ, ਪਰ ਇਸ ਸੂਬੇ ਦੇ ਵਿੱਚ
ਸਾਡੀ ਕੌਮ ਦਾ, ਸਾਡੇ ਭਾਈਚਾਰੇ ਦਾ ਇਤਿਹਾਸ, ਇਹਦੇ ਤੇ ਅੱਜ ਮੈਂ ਕੁਝ ਗੱਲਬਾਤ ਕਰਨੀ ਚਾਹੁੰਦਾ। ਸਰਦਾਰ ਜਗਰੂਪ ਸਿੰਘ ਬਰਾੜ ਨੇ ਮੇਰੇ ਨਾਲ, ਬਹੁਤ ਲੰਮੇ ਸਮੇਂ ਤੋਂ MLA ਉਹ ਬਣ ਰਹੇ ਨੇ। ਜਦ NDP ਦੀ ਸਰਕਾਰ, NDP ਦੇ ਵੱਲੋਂ 2 ਹੀ MLA ਰਹਿ ਗਏ ਸੀ, ਉਹਦੇ ਚੋਂ ਕਵੈਨ ਤੇ ਜਗਰੂਪ ਸਿੰਘ ਸਰ ਮੇਰੇ ਨਾਲ ਨੇ। ਬਰਾੜ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਗਿੱਲ ਸਾਹਿਬ ਤੁਹਾਨੂੰ ਤੇ ਜਿਹੜੇ KRPI ਰੇਡੀਓ ਦੇ ਸਰੋਤਿਆਂ ਨੂੰ ਮੇਰੀ ਨਿੱਘੀ ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ, ਨਮਸਕਾਰ ਤੇ ਗੁੱਡ ਆਫਟਰਨੂਨ ਜੀ। ਗੁੱਡ ਆਫਟਰਨੂਨ ਜੀ। ਭਾਈ ਜੀ, ਮੈਂ ਗੱਲਬਾਤ ਮੇਰੇ ਮਨ ਦੇ ਵਿੱਚ ਸਦਾ ਹੀ ਇਹ ਰਿਹਾ ਵੀ ਅੱਜ ਤਾਂ ਬਾਰੇ ਨਿਆਰੇ ਨੇ, ਚੌਥੀ ਪੀੜ੍ਹੀ ਜੇ ਦੇਖੀਏ ਤਾਂ ਤੀਜੀ ਪੀੜ੍ਹੀ 1900 ਤੋਂ ਚੱਲ ਰਹੀ ਹੈ। ਜਿਹੜੇ ਕੋਈ ਆਏ ਹੋਣਗੇ 3 ਪੀੜ੍ਹੀਆਂ ਵਾਲੇ ਬੈਠੇ ਵੀ ਨੇ ਇੱਥੇ। ਅਸੀਂ ਕੋਈ 20 ਵਰੇ ਪਹਿਲਾਂ, ਕੋਈ 30 ਵਰੇ ਪਹਿਲਾਂ ਆਇਆ। ਪਰ ਇਸ ਸੂਬੇ ਦੇ ਵਿੱਚ ਜਦ ਭਾਈਚਾਰਾ ਆਉਣ ਲੱਗਿਆ 1897 ਦੇ 1900 ਦੇ ਨੇੜੇ, ਉਸ ਸਮੇਂ ਦੇ ਹਾਲਤਾਂ ਦੀ ਮੈਂ ਕੁਝ ਗੱਲ ਕਰਨੀ ਚਾਹੁੰਦਾ। ਤੁਸੀਂ ਕਿਉਂਕਿ ਇਸ ਕੰਮ ਦੇ ਵਿੱਚੋਂ, ਤੁਹਾਡੇ ਕੋਲ ਆਰਕਾਈਵਜ਼ ਦੇ ਵਿੱਚ ਬਹੁਤ ਕੁਝ ਪਿਆ ਵਿਕਟੋਰੀਆ ਦੇ ਵਿੱਚ, ਤੇ ਤੁਸੀਂ ਇਸ ਦੇ ਬਾਰੇ ਸੁਣਨ ਵਾਲਿਆਂ ਨੂੰ ਕੀ ਦੱਸਣਾ ਚਾਹੁੰਦੇ? ਗਿੱਲ ਸਾਹਿਬ, ਉਹ ਸਿਆਣੇ ਕਹਿੰਦੇ ਆ ਕਿ ਜੀ ਸਮਾਂ ਪੈਣ ਦੇ ਨਾਲ ਜਿਹੜਾ ਕਈ ਵਾਰੀ ਨਾ ਜ਼ਖਮ ਭਰ ਜਾਂਦਾ, ਪਰ ਜਿਹੜੀ ਕੌੜਾ ਸੱਚ ਇਹ ਹੈ ਜੀ ਕਿ ਜਦੋਂ ਅਸੀਂ ਗੱਲ ਕਰਦੇ ਆ ਨਾ ਬਰਾਬਰਤਾ ਦੀ, ਜਾਂ ਕਈ ਵਾਰੀ ਰੇਸਿਜ਼ਮ ਦੀ ਗੱਲਬਾਤ ਕਰਦੇ ਆ, ਇਸ ਇਲੈਕਸ਼ਨ ਦੇ ਵਿੱਚ ਮੇਰੀ ਇਹ 6ਵੀਂ ਇਲੈਕਸ਼ਨ ਹੈ ਜੀ। ਪਹਿਲੀ ਵਾਰੀ ਜਿਹੜਾ ਸ਼ੁਰੂ ਦੇ ਵਿੱਚ, ਹੁਣ ਨਹੀਂ ਹੈ, ਸ਼ੁਰੂ ਦੇ ਵਿੱਚ ਕਾਫੀ ਗੱਲਬਾਤ ਇਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਵਗੈਰਾ ਦੀ ਹੋਈ ਹੈ। ਔਰ ਉਹਦੇ 'ਚ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੌੜਾ ਸੱਚ ਇਹ ਹੈ ਜੀ ਕਿ ਜੇ ਅਸੀਂ BC ਲਿਬਰਲਸ ਦੀ ਜਿਹੜੀ, ਜੇ ਆਪਾਂ ਇਤਿਹਾਸ ਨੂੰ ਦੇਖੀਏ ਤਾਂ ਉਹਦੇ ਵਿੱਚ ਜਿਹੜੀਆਂ 2 ਚੀਜ਼ਾਂ ਮੈਂ ਖਾਸ ਕਰਕੇ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ 1908 ਦੇ ਵਿੱਚ ਜਿਹੜਾ ਹੈਗਾ BC ਲਿਬਰਲਸ ਦੇ ਜਿਹੜੇ ਲੀਡਰ ਸੀਗੇ ਨਾ ਉਸ ਵੇਲੇ, ਜੇਮਸ ਅਲੈਗਜ਼ੈਂਡਰ ਮੈਕਡੋਨਲਡ ਉਹਨਾਂ ਦਾ ਨਾਮ ਸੀਗਾ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ BC ਦੇ ਵਿੱਚ ਖੜੇ ਹੋ ਕੇ ਜੀ ਮੰਗ ਕੀਤੀ ਸੀ ਕਿ ਜੀ ਇੱਕ ਵਿਸ਼ੇਸ਼ ਕਮਿਸ਼ਨ ਬਿਠਾਇਆ ਜਾਵੇ ਜਿਹਦੇ ਨਾਲ ਜਿਹੜੇ ਸਾਊਥ ਏਸ਼ੀਅਨ ਮੁਲਕਾਂ ਤੋਂ ਆ ਰਹੇ ਇਮੀਗ੍ਰੈਂਟ ਨੇ ਉਹਨਾਂ ਨੂੰ ਐਕਸਕਲੂਡ, ਜਾਣੀ ਕਿ ਬਾਹਰ ਕਰਨ ਵਾਸਤੇ ਜਿਹੜਾ ਕਮਿਸ਼ਨ ਸਥਾਪਿਤ ਕਰਨ ਦੀ ਇਹ ਮੰਗ ਕੀਤੀ ਗਈ ਸੀ ਜੀ। ਇਹ ਕੌੜਾ ਸੱਚ ਹੈ। ਔਰ ਇਸੇ ਤਰੀਕੇ ਨਾਲ ਜੀ 1907 ਦੇ ਵਿੱਚ ਜਿਹੜੀ ਇਹਨਾਂ ਦੀ BC ਲਿਬਰਲਸ ਦੀ ਪਾਰਟੀ ਕਨਵੈਨਸ਼ਨ ਜਿਹੜੀ ਹੋਈ ਹੈ, ਉਸ ਵੇਲੇ ਮਤੇ ਪਾਸ ਕੀਤੇ ਗਏ। ਉਹਦੇ ਵਿੱਚ ਕਾਫੀ ਮਤੇ ਪਾਸ ਹੋਏ ਜੀ, ਜਿਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟ ਵਰਕਰਸ ਨੇ ਜਾਂ ਇਮੀਗ੍ਰੈਂਟ ਵਰਕਰ, ਆਪਣੇ ਬਹੁਤੇ ਬੰਦੇ ਉਦੋਂ ਇਮੀਗ੍ਰੈਂਟ ਹੀ ਸੀਗੇ, ਉਹਨਾਂ ਨੂੰ BC ਦੇ ਵਿੱਚ ਜਿਹੜਾ ਉਹ ਕਹਿੰਦੇ ਸੀ ਵੀ ਕੰਮ ਕਰਨ ਤੋਂ, ਵਰਕ ਕਰਨ ਤੋਂ ਜਿਹੜਾ ਬੈਨ ਕੀਤਾ ਜਾਵੇ। ਇਸ ਕਿਸਮ ਦਾ ਜਿਹੜਾ ਇਤਿਹਾਸ ਜਿਹੜਾ ਇਹ ਰਿਹਾ ਜੀ। ਮੈਂ ਇਹ ਵੀ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਜਿਹੜਾ BC ਲਿਬਰਲਸ ਨੇ ਤੇ ਫੈਡਰਲ ਲਿਬਰਲਸ ਨੇ, ਉਹਨਾਂ ਦੋਵਾਂ ਦੇ ਵਿੱਚ ਇਹ ਵੱਖਰੀਆਂ ਪਾਰਟੀਆਂ ਨੇ। ਫੈਡਰਲ ਲਿਬਰਲਸ ਦਾ ਜਿਹੜਾ ਪੈਂਦਾ ਸਫ਼ਰ ਹੋਰ ਤਰੀਕੇ ਦਾ ਰਿਹਾ, ਪਰ ਇਹ BC ਦੀ ਆਪਾਂ ਗੱਲਬਾਤ ਕਰ ਰਹੇ ਹਾਂ। ਜੇ ਕੋਈ ਲੜਿਆ ਸਾਡੇ ਨਾਲ ਜੀ ਗਿੱਲ ਸਾਹਿਬ ਉਸ ਵੇਲੇ ਤਾਂ CCF ਜਿਹੜੀ NDP ਤੋਂ ਪਹਿਲਾਂ NDP ਦੀ ਜਿਹੜੀ ਪਾਰਟੀ ਰਹੀ ਹੈ, ਉਦੋਂ ਬਾਅਦ ਉਹਦਾ ਨਾਮ ਬਦਲ ਕੇ NDP, ਉਸੇ ਪਾਰਟੀ ਦਾ ਨਾਮ ਬਦਲ ਕੇ NDP ਬਣਿਆ। ਉਹ ਖੜੇ ਹੈ ਜੀ ਮਿਲਾਂ ਦੇ ਵਿੱਚ। ਗਿੱਲ ਸਾਹਿਬ, ਇੱਕੋ ਹੀ ਫੱਟਾ ਚੀਰਨ ਮਾੜੇ ਜਿਹੜੇ 2 ਲੋਕ ਹੁੰਦੇ ਸੀਗੇ, ਇੱਕ ਦੀ ਤਨਖਾਹ ਅੱਧੀ ਹੁੰਦੀ ਸੀ, ਦੂਜੇ ਦੀ ਤਨਖਾਹ ਦੁੱਗਣੀ ਹੁੰਦੀ ਸੀ। ਉਹਦੇ ਵਾਸਤੇ ਲੜਿਆ ਕੌਣ? CCF ਲੜੇ। ਸਾਡੀ ਬਰਾਬਰਤਾ ਵਾਸਤੇ, ਸਾਡੀ ਬਰਾਬਰ ਦੇ ਹੱਕਾਂ ਵਾਸਤੇ ਜਿਹੜੇ ਉਹ ਲੜੇ, ਸਾਡੀ ਸਿਟੀਜ਼ਨਸ਼ਿਪ ਵਾਸਤੇ ਲੜੇ। ਸੋ ਇਹ ਜਿਹੜਾ ਸਾਡਾ ਇੱਕ ਇਤਿਹਾਸ ਹੈ ਜੀ। ਅਸੀਂ ਜਿੱਥੇ ਜਿਸ ਮੋੜ ਤੇ ਆ ਕੇ ਖੜੇ ਹਾਂ, ਹੁਣ ਕਈ ਵਾਰੀ ਪ੍ਰੋਪੇਗੰਡਾ ਜਿਹੜਾ ਹੈਗਾ ਸੱਚ ਤੋਂ ਭਾਰੂ ਹੋਣ ਦੀ ਕੋਸ਼ਿਸ਼ ਕਰਦਾ, ਜਿਹੜੀ ਇਸ ਵੇਲੇ ਕੁਝ ਲਿਬਰਲ ਦੇ ਪ੍ਰਸ਼ੰਸਕਾਂ ਵੱਲੋਂ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਗਈ ਕਿ ਜਿਹੜਾ ਹੈਗਾ ਸਾਡੀ ਜਿਹੜੀ NDP ਦੇ ਉੱਤੇ ਕੁਝ ਸਵਾਲ ਕੀਤੇ ਗਏ। ਮੈਂ ਇਸ ਕਰਕੇ ਜਿਹੜੀ ਇਹ ਗੱਲ, ਜਿਹੜੇ ਕੁਝ ਤੱਥ ਨੇ ਤੁਹਾਡੇ ਸਾਹਮਣੇ ਇਹ ਰੱਖਣਾ ਚਾਹੁੰਦਾ ਸੀਗਾ ਜੀ। ਜੀ, ਅੱਛਾ, ਉਸ ਤੋਂ ਬਾਅਦ CCF ਤੋਂ ਬਾਅਦ ਜਿਹੜਾ NDP ਦਾ, ਕਿਉਂਕਿ ਤੁਹਾਨੂੰ 20 ਵਰੇ ਤੋਂ ਵੱਧ ਦਾ ਸਮਾਂ ਹੋ ਗਿਆ, ਆਲਮੋਸਟ 20 ਵਰੇ ਹੋ ਗਏ, CCF ਤੋਂ ਬਾਅਦ ਦਾ ਜਿਹੜਾ ਇਹ ਪਾਰਟੀ ਦਾ ਜਿਹੜਾ ਇਤਿਹਾਸ ਆ ਉਹ ਕੀ ਹੈ? CCF ਤੋਂ ਜਾਂ CCF ਇੰਟਰੋਡਿਊਸ ਹੁੰਦੀ ਹੈ, ਉਹਦੇ ਤੋਂ ਬਾਅਦ ਅਜੋਕੀ NDP ਹੈ ਜਿਹੜੀ, ਉਹਦੇ ਸਫ਼ਰ ਨੂੰ ਵੀ ਥੋੜਾ ਜਿਹਾ ਲੋਕਾਂ ਦੇ ਸਨਮੁਖ ਕਰੋ। 2 ਜਿਹੜੀਆਂ ਪਹਿਲੂ ਜਿਹੜੇ ਨੇ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਜਿਹੜੇ ਵਿਚਾਰਨ ਵਾਲੇ ਹੈਗੇ। ਇੱਕ ਤਾਂ ਹੈਗਾ ਵੀ ਬਰਾਬਰਤਾ ਦਾ ਜਿਹੜਾ ਲੋਕਾਂ ਨੂੰ ਜਿਹੜਾ ਨਾਲ ਖੜੇ ਕਿਹਨੇ ਕੀਤਾ, ਬਰਾਬਰ ਦਾ ਜਿਹੜਾ ਆਪਣੇ ਜਿਹਨੂੰ ਆਪਾਂ ਕਹਿੰਦੇ ਬਾਹਾਂ ਖੋਲ ਕੇ ਜਿਹੜਾ ਬਰਾਬਰ ਹਿੱਕ ਦੇ ਨਾਲ ਕਿਹਨੇ ਲਾਇਆ, ਔਰ ਜਿਹੜਾ ਉਹਦੇ ਬਾਰੇ ਸੱਚ ਕੀ ਹੈ। ਦੂਜਾ ਗੱਲ ਜਿਹੜਾ ਹੈਗਾ ਉਹ ਹੈਲਥ ਕੇਅਰ ਦਾ, ਮੈਂ ਬਾਅਦ ਦੇ ਵਿੱਚ ਉਹ ਗੱਲ ਮੈਂ ਕਰੂੰਗਾ ਜੀ। ਪਰ ਜਿਹੜਾ ਬਰਾਬਰਤਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਕੁਆਲਿਟੀ ਦੀ ਕਿਹਨੇ ਦਿੱਤੀ, ਉਹਦੇ 'ਚ ਕੁਝ ਸੱਚ ਜਿਹੜੇ ਇਹ ਨੇ ਤੁਹਾਡੇ ਮੈਂ ਸਾਹਮਣੇ ਪੇਸ਼ ਕਰਨਾ ਚਾਹੁੰਦਾ ਜੀ। ਪਹਿਲਾ ਜਿਹੜਾ ਕੋਈ ਪੰਜਾਬੀ ਕੈਨੇਡਾ ਦੇ ਵਿੱਚ ਜੇ ਕਦੇ ਕੋਈ ਚੁਣਿਆ ਗਿਆ ਆਪਣੇ ਕੈਨੇਡਾ ਦੇ ਇਤਿਹਾਸ ਦੇ ਵਿੱਚ, ਤਾਂ
ਜਿਹੜਾ 59 ਦੇ ਵਿੱਚ 1955 ਦੇ ਵਿੱਚ ਚੁਣਿਆ ਗਿਆ ਜੀ ਨਿਰੰਜਨ ਸਿੰਘ ਗਰੇਵਾਲ। ਉਹ ਆਪਣਾ ਮਿਸ਼ਨ ਦੇ ਵਿੱਚ ਕੌਂਸਲਰ ਚੁਣੇ ਗਏ ਸੀ NDP ਦੇ ਸਾਈਡ ਤੋਂ। ਉਸ ਤੋਂ ਬਾਅਦ ਜੀ ਸਾਨੂੰ 30 ਸਾਲ ਜਿਹੜੇ ਹੋਰ ਲੱਗੇ। ਜਿਹੜਾ ਪਹਿਲਾ MLA ਚੁਣਿਆ ਗਿਆ ਜੀ, ਕਦੇ ਵੀ ਕੈਨੇਡਾ ਦੇ ਵਿੱਚ ਪੰਜਾਬੀ ਜੇ ਚੁਣਿਆ ਗਿਆ ਤਾਂ ਉਹ BC ਦੇ ਵਿੱਚ ਚੁਣਿਆ ਗਿਆ ਜੀ, ਉਹ NDP ਵੱਲੋਂ ਚੁਣਿਆ ਗਿਆ ਮੋਹ ਸੋਤੇ ਨੂੰ। ਪਹਿਲਾ ਜਿਹੜਾ ਕੋਈ ਕੈਬਨਿਟ ਮਿਨਿਸਟਰ ਬਣਿਆ ਜੀ ਕੈਨੇਡਾ ਦੇ ਵਿੱਚ, ਕਦੇ ਵੀ ਕੋਈ ਪੰਜਾਬੀ ਬੰਦਾ ਬਣਿਆ ਤਾਂ ਉਹ BC ਦੇ ਵਿੱਚ ਬਣਿਆ ਜੀ, NDP ਵੱਲੋਂ ਬਣਾਇਆ ਗਿਆ, ਮੋਹ ਸੋਤਾ ਨੂੰ ਉਹ ਬਣਾਇਆ ਗਿਆ ਜੀ। ਇਸੇ ਤਰੀਕੇ ਨਾਲ ਪਹਿਲਾ ਸ਼ਾਹ ਰੰਗ ਦਾ ਕੋਈ ਜਿਹੜਾ ਲੋਕ ਹੈ ਜੇ ਅੱਜ ਤੱਕ ਚੁਣਿਆ ਗਿਆ ਕੈਨੇਡਾ ਦੇ ਇਤਿਹਾਸ ਦੇ ਵਿੱਚ, ਸਭ ਤੋਂ ਪਹਿਲਾ ਜਿਹੜਾ ਚੁਣਿਆ ਗਿਆ ਜੀ ਉਹ ਔਰਤ ਸੀਗੀ ਜੀ, ਰੋਜ਼ ਮੈਰੀ ਉਹਦਾ ਨਾਂ ਸੀਗਾ। ਉਹ ਵੀ BC ਦੇ ਵਿੱਚ NDP ਵੱਲੋਂ ਚੁਣੀ ਗਈ ਸੀ। ਪਹਿਲਾ ਸ਼ਾਹ ਰੰਗ ਦਾ ਜਿਹੜਾ ਵਿਅਕਤੀ ਸੀਗਾ ਜੇ ਕੋਈ ਚੁਣਿਆ ਗਿਆ, ਉਹਨੂੰ ਵੱਡੇ ਅਹੁਦੇ ਤੇ ਲਾਇਆ ਗਿਆ ਜੀ, ਉਹਦਾ ਨਾਂ ਸੀ ਐਮਰੀ ਬਾਰਨ। ਉਹ ਚੁਣਿਆ ਗਿਆ ਸੀ BC ਦੇ ਵਿੱਚ NDP ਵੱਲੋਂ, ਉਹਨੂੰ ਸਪੀਕਰ ਬਣਾਇਆ ਗਿਆ ਸੀਗਾ ਜੀ। ਇਸੇ ਤਰੀਕੇ ਨਾਲ ਜਿਹੜਾ ਪਹਿਲਾ ਚਾਈਨੀਜ਼ ਕਮਿਊਨਿਟੀ ਤੋਂ ਕੋਈ ਵਿਅਕਤੀ ਚੁਣਿਆ ਗਿਆ ਜੀ ਤਾਂ ਉਹ ਜੈਨੀ ਕੁਆਨ ਸੀ ਜੀ, ਉਹਨੂੰ ਵੀ BC NDP ਵੱਲੋਂ ਚੁਣਿਆ ਗਿਆ। ਪਹਿਲਾ ਜਿਹੜਾ ਫਿਲਪੀਨੋ ਕਮਿਊਨਿਟੀ ਤੋਂ ਜੋ ਕੋਈ ਵਿਅਕਤੀ ਚੁਣਿਆ ਗਿਆ ਜੀ ਤਾਂ ਉਹ ਮੇਬਲ ਐਲਮੋਰ ਚੁਣੀ ਗਈ ਹੈ ਜੀ, ਉਹ ਵੀ NDP ਵੱਲੋਂ ਚੁਣੀ ਗਈ ਹੈ। ਸੋ ਇਸ ਤਰੀਕੇ ਨਾਲ ਜੀ ਕੋਰੀਅਨ ਤੇ ਹੋਰ ਬੜੇ ਜਿਹੜੀਆਂ ਇਹ ਐਗਜ਼ਾਮਪਲ ਨੇ ਜੀ, ਇਹ ਸੱਚ ਨੇ ਜਿਹੜੇ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਕਿ ਕਿਹੜੀ ਪਾਰਟੀ ਨੇ ਜਿਹੜੇ ਸਾਡੇ ਲੋਕਾਂ ਨੂੰ ਇਕੱਲਾ ਇਹ ਨਹੀਂ ਕਿਹਾ ਸ਼ਬਦਾਂ ਦੇ ਵਿੱਚ ਜਾਂ ਵੀ ਤੁਸੀਂ ਬਰਾਬਰ ਹੋ, ਬਰਾਬਰ ਖੜੇ ਕੀਤਾ ਲਿਆ ਕੇ। ਉਹ ਜਿਹੜੀ ਹੈ ਜੀ ਉਹ NDP, ਅੱਜ ਦੀ NDP ਪਾਰਟੀ ਜਿਹੜੀ ਉਹ ਹੈਗੀ, ਜਿਹੜੀ ਤੁਹਾਡੇ ਸਾਹਮਣੇ ਹੈ, ਜਿਹਨੇ ਸਾਨੂੰ ਜਿਹੜਾ ਸਾਡੇ ਆਪਣੇ ਬਰਾਬਰ ਖੜਾ ਕੀਤਾ ਜੀ। ਬਰਾੜ ਸਾਹਿਬ, ਵਕਤੀ ਤੌਰ ਤੇ ਪਾਰਟੀਆਂ ਦੇ ਵਿੱਚ ਜਿਹੜਾ ਕੁਛ ਰੰਗ ਦਾ ਫਰਕ ਪੈ ਜਾਂਦਾ, ਕੁਛ ਮਿਲਾਵਟ ਪੈ ਜਾਂਦੀ ਹੈ। ਪਾਰਟੀ ਜਿਹੜੇ ਲੀਡਰ ਨੇ, ਪਾਰਟੀ ਪ੍ਰੀਮੀਅਰ ਜਿਹੜਾ ਹੈ ਉਹ ਕੁਛ ਚੀਜ਼ਾਂ ਬਦਲ ਦਿੰਦਾ। ਤੁਸੀਂ 20 ਸਾਲਾਂ ਦੇ ਸਫ਼ਰ ਦੇ ਵਿੱਚ ਵਿਕਟੋਰੀਆ 'ਚ ਕੁਝ ਅਜਿਹਾ ਕਦੇ ਮਹਿਸੂਸ ਕੀਤਾ ਜਿੱਥੇ ਭਾਈਚਾਰੇ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਪਾਰਟੀ 'ਚ? ਜੇ ਅਸੀਂ ਵਿਧਾਨਕ ਪੱਖ ਤੋਂ ਗਿੱਲ ਸਾਹਿਬ ਦੇਖੀਏ ਤਾਂ ਇੱਕ ਜਿਹੜਾ ਪਹਿਲੂ ਖਾਸ ਕਰਕੇ ਸਾਡੇ ਧਿਆਨ 'ਚ ਲਿਆਉਣ ਦੀ ਸਮਝਣ ਦੀ ਲੋੜ ਹੈਗੀ, ਉਹ ਹੈਗਾ ਜੀ ਹਿਊਮਨ ਰਾਈਟਸ ਕਮਿਸ਼ਨ। ਹਿਊਮਨ ਰਾਈਟਸ ਕਮਿਸ਼ਨ ਇੱਕ ਐਸੀ ਚੀਜ਼ ਹੈ ਜੀ, ਇੱਕ ਐਸੀ ਬਾਡੀ ਜਿਹੜੀ ਪਹਿਰਾ ਦਿੰਦੀ ਹੈ ਖਾਸ ਕਰਕੇ ਜਿੱਥੇ ਰੇਸਿਜ਼ਮ ਹੁੰਦਾ, ਡਿਸਕ੍ਰਿਮੀਨੇਸ਼ਨ ਹੁੰਦੀ, ਕਿਸੇ ਨਾ ਵਰਕ ਪਲੇਸ ਤੇ ਧੱਕਾ ਹੋਵੇ ਜਾਂ ਸਮਾਜ ਦੇ ਵਿੱਚ ਧੱਕਾ ਹੋਵੇ। ਕਿਉਂਕਿ ਜਿਹੜੇ ਬਾਹਰਲੇ ਮੁਲਕਾਂ ਤੋਂ ਆਏ ਲੋਕ ਹੈ, ਠੀਕ ਹੈ, ਹੁਣ ਆਪਣੇ ਭਾਈਚਾਰੇ ਦੇ ਵਿੱਚ ਕੁਝ ਲੋਕ ਜਿਹੜੇ ਆਰਥਿਕ ਤੌਰ ਦੇ ਉੱਤੇ ਤਰੱਕੀ ਕੀਤੀ ਹੈ, ਪਰ ਸ਼ੁਰੂ ਦੇ ਵਿੱਚ ਸਾਰਿਆਂ ਦਾ ਸਫ਼ਰ ਇਸ ਤਰ੍ਹਾਂ ਦਾ ਹੀ ਹੁੰਦਾ ਹੈ। ਹਲੇ ਵੀ ਜਿਹੜੀ ਵੱਡੀ ਗਿਣਤੀ 90% ਲੋਕਾਂ ਦਾ ਸਫ਼ਰ ਇਸ ਤਰ੍ਹਾਂ ਦਾ ਹੀ ਹੈ ਕਿ ਜੇ ਤੁਹਾਡੇ ਨਾਲ ਕਿਤੇ ਕੋਈ ਵਿਤਕਰਾ ਹੋ ਜਾਏ, ਕੋਈ ਐਸੀ ਗੱਲ ਹੋ ਜਾਏ, ਤੁਹਾਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ। ਜੇ ਕੋਰਟ ਦੇ ਵਿੱਚ ਜਾਓ ਜੀ ਵਕੀਲ ਕਰਕੇ ਤੇ ਉਹ ਸਾਰਾ ਕੁਝ ਲੜਨਾ ਬੜਾ ਔਖਾ ਕੰਮ ਹੈ ਵਰਕਿੰਗ ਕਲਾਸ ਲੋਕਾਂ ਦੇ ਲਈ। ਕਮਿਸ਼ਨ ਇੱਕ ਐਸੀ ਜਗ੍ਹਾ ਜੀ ਜਿਹੜੀ ਤੁਹਾਡੇ ਵਾਸਤੇ ਮੁਫਤ ਦੇ ਵਿੱਚ ਲੜਦੀ ਹੈ ਔਰ ਸਰਕਾਰ ਵੱਲੋਂ ਬਣਾਇਆ ਜਾਂਦਾ ਤਾਂ ਕਿ ਸਮਾਜ ਦੇ ਵਿੱਚ ਬਰਾਬਰਤਾ ਰਹੇ, ਸਾਰੇ ਲੋਕਾਂ ਦਾ ਸਤਿਕਾਰ ਰਹੇ, ਮਾਨਸਿਕ ਜਾਤ ਸਭੇ ਕੋ ਪਹਿਚਾਨ ਕੋ ਦੀ ਗੱਲਬਾਤ ਰਹੇ। ਉਹ ਕਮਿਸ਼ਨ ਜਿਹੜਾ ਹੈਗਾ ਜੀ ਉਹਨੂੰ BC ਦੇ ਵਿੱਚ NDP ਵੱਲੋਂ ਸਥਾਪਿਤ ਕੀਤਾ ਗਿਆ ਸੀਗਾ ਪੁਰਾਣੀ ਸਰਕਾਰ ਵੱਲੋਂ, ਤੇ ਗਾਰਡਨ ਕੈਂਪਬੈਲ ਸਰਕਾਰ ਵੱਲੋਂ ਆ ਕੇ ਹਿਊਮਨ ਰਾਈਟਸ ਕਮਿਸ਼ਨ ਨੂੰ ਖਤਮ ਕਰ ਦਿੱਤਾ ਗਿਆ ਸੀ। ਉਹਦਾ ਮੁੱਖ ਮਕਸਦ ਇਹ ਹੈਗਾ ਕਿ ਜਿਹੜਾ ਬਹੁਤ ਜਿਹੜੇ ਵੱਡੇ ਐਮਪਲਾਇਰ ਨੇ, ਕਾਰਪੋਰੇਸ਼ਨਾਂ ਸੀਗੀਆਂ, ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਖਿਲਾਫ ਕੋਈ ਇਸ ਤਰ੍ਹਾਂ ਦੇ ਕੇਸ ਆਪਣਾ ਲਗਾਤਾਰ ਕਮਿਸ਼ਨ ਦੇ ਵਿੱਚ ਚੱਲਦੇ ਰਹਿਣ, ਕਿ ਉੱਥੇ ਉਹਨਾਂ ਨੂੰ ਖੁੱਲ੍ਹੀ ਛੁੱਟੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਜੀ ਸਾਨੂੰ ਹੁਣ 16 ਸਾਲ ਲੱਗੇ, 16 ਸਾਲ ਕਮਿਸ਼ਨ ਤੋਂ ਬਗੈਰ BC ਚੱਲਿਆ ਜੀ। ਤੁਹਾਨੂੰ ਸ਼ਾਇਦ ਪਤਾ ਹੋਵੇ ਜਿਹੜੇ ਆਪਣੇ ਡਾਕਟਰਸ ਨੇਗੇ, ਵੈਟਨੇਰੀਅਨ ਭੁੱਲਰ ਸਾਹਿਬ, ਇਹਨਾਂ ਨੇ ਵੀ ਬਹੁਤ ਲੰਮੀ ਜੰਗ ਲੜੀ ਹੈ। ਜਿਹੜਾ ਕਮਿਸ਼ਨ ਨਾ ਹੋਣ ਕਰਕੇ ਜਿਹੜਾ ਹੈਗਾ ਬੜਾ ਲੰਮਾ ਸਫ਼ਰ ਕਰਨਾ ਪਿਆ ਇਹਨਾਂ ਨੂੰ। ਹੁਣ ਕਮਿਸ਼ਨ ਦੁਬਾਰਾ ਜੀ ਜਿਹੜਾ ਉਹ ਬਹਾਲ ਕੀਤਾ ਗਿਆ NDP ਸਰਕਾਰ ਵੱਲੋਂ, ਤਾਂ ਕਿ ਲੋਕਾਂ ਨੂੰ ਜਿਹੜਾ ਕਚਹਿਰੀ ਦੇ ਵਿੱਚ ਪੈਸੇ ਲਾ ਕੇ ਨਹੀਂ, ਜੇ ਉੱਥੇ ਕਿਤੇ ਧੱਕਾ ਹੁੰਦਾ ਉਹ ਜਾ ਕੇ ਆਪਣਾ ਦਰਵਾਜ਼ਾ ਕਮਿਸ਼ਨ ਦਾ ਖੜਕਾ ਸਕਣ। ਸੋ ਜਿਹੜੇ ਜੀ ਮੁੱਖ ਮੰਤਰੀ ਨੇ ਜਾਂ ਪ੍ਰੀਮੀਅਰ ਨੇ ਬਹੁਤ ਫਰਕ ਪਾ ਸਕਦੇ ਆ ਵਿਧਾਨ ਸਭਾ ਦੇ ਕਾਨੂੰਨਾਂ ਦੇ ਪੱਖ ਤੋਂ ਜਾਂ ਟੀਮ ਬਣਾਉਣ ਦੇ ਪੱਖ ਤੋਂ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ, ਅੱਜ ਤੋਂ 20 ਸਾਲ ਪਹਿਲਾਂ ਜੀ, ਅੱਜ ਆਪਾਂ ਟਰੂਡੋ ਸਾਹਿਬ ਦੀ ਗੱਲ ਕਰਦੇ ਹਾਂ, ਚੰਗੀ ਗੱਲ ਹੈ ਕਿ ਉਹਨਾਂ ਨੇ ਜਿਹੜੇ 4 ਪੰਜਾਬੀ ਮੰਤਰੀ, ਆਪਾਂ ਹਮੇਸ਼ਾ ਹੀ ਫਕਰ ਕਰਦੇ ਹਾਂ ਇਸ ਗੱਲ ਦੇ ਉੱਤੇ ਭਾਈਚਾਰਾ, ਕਿ 4 ਲੱਗੇ ਸਾਡੇ, ਚੰਗੀ ਗੱਲ ਹੈ, ਸਾਡਾ ਭਾਈਚਾਰਾ ਪੋਲੀਟੀਕਲੀ ਐਕਟਿਵ ਵੀ ਬਹੁਤ ਆ। ਪਰ ਜਿਹੜਾ ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਅੱਜ ਤੋਂ ਆਲਮੋਸਟ 20-22 ਸਾਲ ਪਹਿਲਾਂ ਜਦੋਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਮੁਲਕ ਦੇ ਵਿੱਚ, 3 ਪੰਜਾਬੀ BC ਦੇ ਵਿੱਚ ਚੁਣੇ ਗਏ ਸੀਗੇ, ਹੈਰੀ ਲਾਲੀ ਜੀ, ਉਜਲ ਦਸਾਂਝ ਜੀ ਤੇ ਮੋਹ ਸੋਹਤਾ ਜੀ। ਤਿੰਨਾਂ ਨੂੰ ਹੀ ਜਿਹੜੇ ਗਲੈਨ ਕਲਾਰਕ ਸੀਗੇ ਉਸ ਵੇਲੇ ਦੇ ਪ੍ਰੀਮੀਅਰ NDP ਦੇ, ਉਹਨਾਂ ਤਿੰਨਾਂ ਨੂੰ ਹੀ ਜਿਹੜਾ ਮੰਤਰੀ ਬਣਾਇਆ ਗਿਆ ਸੀਗਾ। ਉਸ ਤੋਂ ਬਾਅਦ ਲਿਬਰਲ ਸਰਕਾਰ ਜਿਹੜੀ 16 ਸਾਲ ਰਹਿ ਚੁੱਕੀ ਹੈ, ਅੱਜ ਤੱਕ ਜਿਹੜੀ ਹੈਗੀ ਲਿਬਰਲ ਸਰਕਾਰ 3 ਮੰਤਰੀ ਨਹੀਂ ਬਣਾ ਸਕੀ। ਹਾਲਾਂਕਿ ਸਮਾਂ ਬਹੁਤ ਫਰਕ ਪੈ ਗਿਆ।
ਸੋ ਇਹ ਕੁਝ ਤੁਹਾਡੇ ਸਾਹਮਣੇ ਤਸਵੀਰਾਂ ਨੇ ਜੀ ਜਿਹੜੀਆਂ ਦੇਖਣ ਦੇ ਵਿੱਚ ਮਿਲਦੀਆਂ। ਅੱਛਾ ਜੀ, ਇੱਕ ਹੋਰ, ਜਦ ਕੋਈ ਤੁਹਾਡੀ ਇੰਟਰਨਲ ਗੱਲਬਾਤ ਹੁੰਦੀ ਹੈ, ਮੀਟਿੰਗ ਹੁੰਦੀ ਹੈ, ਜਿੱਥੇ ਮਤਿਆਂ ਦੀ ਗੱਲ ਹੁੰਦੀ ਹੈ, ਭਾਈਚਾਰੇ ਨਾਲ ਸੰਬੰਧਿਤ ਕੋਈ ਗੱਲਬਾਤ ਹੁੰਦੀ ਹੈ, ਇਹ ਅਕਸਰ ਗੱਲ ਕਹੀ ਜਾਂਦੀ ਹੈ, ਇੱਕ ਦੂਜੇ ਨੂੰ ਵਿਰੋਧੀ ਕਹਿੰਦੇ ਨੇ ਕਿ ਜੀ ਉੱਥੇ ਬਹਿ ਕੇ ਬੋਲਦੇ ਨਹੀਂ, ਉੱਥੋਂ ਬੈਠ ਕੇ ਚੁੱਪ ਕਰਕੇ ਆ ਜਾਂਦੇ ਨੇ, ਉੱਥੇ ਗੱਲ ਨਹੀਂ ਕਰਦੇ। ਕੁਛ ਇਹੋ ਜਿਹਾ ਸਮਾਂ, ਕਿਉਂਕਿ ਬਾਹਰ ਤਾਂ ਹੁਣ ਪਤਾ ਨਹੀਂ ਲੱਗਦਾ ਵੀ ਅੰਦਰ ਤੁਸੀਂ ਕੀ ਕਰਦੇ ਹੋ, ਤੇ ਅੰਦਰ ਤੁਸੀਂ ਨਹੀਂ, ਜਿਹੜੀ ਬਹੁਤ ਗੱਲਾਂ ਨੇ ਜਿਹੜੀਆਂ ਪਾਰਟੀ ਬਾਹਰ ਨਹੀਂ ਦੱਸਣਾ ਚਾਹੁੰਦੀ, ਪਰ ਇਹ ਵੀ ਹੋਏਗਾ ਕਿ ਕਰਟਨ ਦੇ ਪਿੱਛੇ ਜਿਹੜੀ ਕੋਈ ਫੀਅਰਸ ਜਿਹੜੀ ਬੈਟਲ ਵੀ ਇੱਕ ਕਿਸਮ ਦੀ ਹੁੰਦੀ ਹੋਵੇ, ਜਦ ਕੋਈ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੋਵੇ, ਚਾਹੇ ਪਾਰਟੀ ਪਲੇਟਫਾਰਮ ਇੱਕ ਹੈ ਜਿੱਥੇ ਰੰਗਦਾਰ ਜਿਹੜੇ ਬੰਦੇ ਨੇ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ। ਜਿਵੇਂ ਤੁਸੀਂ ਬਹੁਤ ਲੰਮੀ ਗੱਲ ਦੱਸੀ ਹੈ ਕਿ ਇੱਕੋ ਹੀ ਪਾਰਟੀ ਜਿਹਨੇ ਕੋਈ ਵੀ ਸਾਊਥ ਏਸ਼ੀਅਨ ਮੂਲ ਦੇ ਬੰਦੇ ਚੁਣੇ, ਪ੍ਰੀਮੀਅਰ ਬਣਾਏ, ਪਹਿਲਾ MLA ਆਪਣਾ ਬਣਾਇਆ, ਪਹਿਲਾ ਕੈਬਨਿਟ ਮਿਨਿਸਟਰ ਬਣਾਇਆ, ਕੰਮਕਾਰ ਚੱਲਦੇ ਰਹਿੰਦੇ ਆ। ਪਰ ਇਸ ਤਰ੍ਹਾਂ ਵੀ ਹੁੰਦਾ ਵੀ ਜਿਹੜਾ ਕੁਝ ਬਾਹਰ ਨਾ ਪਤਾ ਹੋਵੇ ਤੇ ਅੰਦਰ ਬਹਿ ਕੇ ਲੜਾਈ ਹੁੰਦੀ ਹੋਵੇ, ਇਸ ਤਰ੍ਹਾਂ ਹੁੰਦਾ? ਗਿੱਲ ਸਾਹਿਬ, ਇਸ ਤਰ੍ਹਾਂ ਬਹੁਤ ਕੁਝ ਹੁੰਦਾ, ਇਸ ਤਰ੍ਹਾਂ ਬਹੁਤ ਕੁਝ ਹੁੰਦਾ। ਇੱਕ ਟੀਮ ਹੈ ਜਿਹੜੇ ਕਾਕਸ ਜਿਹਨੂੰ ਅਸੀਂ ਕਹਿ ਦਿੰਦੇ ਆ, ਜਿਹੜੇ ਜਿੰਨੇ ਵੀ ਚੁਣੇ ਹੋਏ ਕਿਸੇ ਪਾਰਟੀ ਦੇ MLA ਨੇ ਉਹਨਾਂ ਨੂੰ ਕਾਕਸ ਕਹਿੰਦੇ ਆ। ਕਾਕਸ ਦੀ ਮੀਟਿੰਗ ਹੁੰਦੀ ਹੈ, ਕਾਕਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਜਿਹੜੇ ਆਪਣੇ ਮੁੱਦੇ ਲੈ ਕੇ ਜਾਂ ਸ਼ਹਿਰ ਦੇ ਲੋਕਾਂ ਦੇ ਮਸਲੇ ਲੈ ਕੇ, ਜੇ ਤੁਹਾਡੀ ਸਰਕਾਰ ਹੋਵੇ ਤਾਂ ਆਪਣੇ ਮੰਤਰੀ ਕੋਲੇ ਜਾਂਦੇ ਹੋ, ਜੇ ਤੁਹਾਡੀ ਸਰਕਾਰ ਨਾ ਹੋਵੇ ਤੁਸੀਂ ਦੂਜੀ ਪਾਰਟੀ ਦੇ ਮੰਤਰੀ ਕੋਲ ਨੂੰ ਅਪਰੋਚ ਕਰਦੇ ਹੋ। ਸੋ ਉਹਦੇ ਚ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦੇਣ ਲੱਗਿਆ ਜੀ, ਪਰ ਉਹ ਜਿਹੜੇ ਅੰਦਰ ਲੜਾਈ ਵੀ ਹੁੰਦੀ ਹੈ, ਬੜਾ ਕੁਝ ਜਿਹੜਾ ਹੈਗਾ ਤਲਖੀ ਵੀ ਹੁੰਦੀ ਹੈ, ਜਿਹੜਾ ਕਈ ਥਾਵਾਂ ਦੇ ਉੱਤੇ ਤੁਹਾਨੂੰ ਜਿਹੜਾ ਹੈਗਾ ਪੋਜੀਸ਼ਨ ਵੀ ਲੈਣੀ ਪੈਂਦੀ ਹੈ ਬੜੀ ਕਲੀਅਰਲੀ ਕਮਿਊਨਿਟੀ ਦੇ ਹੱਕ ਦੇ ਵਿੱਚ, ਕਿਉਂਕਿ ਜਿਹੜਾ ਹੈਗਾ ਕਈ ਵਾਰੀ ਬਿਊਰੋਕਰੇਟ ਜਿਹੜਾ ਸਿਸਟਮ ਹੈ ਉਹਦਾ ਨਜ਼ਰੀਆ ਬੜਾ ਵੱਖਰਾ ਹੁੰਦਾ, ਪਾਲਿਸੀ ਪ੍ਰਤੀ ਵੀ ਇਹ ਨਹੀਂ ਹੋ ਸਕਦਾ ਜਾਂ ਆ ਨਹੀਂ ਹੋ ਸਕਦਾ, ਉੱਥੇ ਜਾ ਕੇ ਫਿਰ ਤੁਹਾਨੂੰ ਲੜਾਈ ਕਰਨੀ ਪੈਂਦੀ ਹੈ। ਪਰ ਉਹ ਲੜਾਈ ਅਸੀਂ ਬਾਹਰ ਆ ਕੇ ਜਿਹੜਾ ਹੈਗਾ ਨਾ, ਘਰ ਦੀ ਲੜਾਈ ਨਹੀਂ ਬਾਹਰ ਦੱਸੀ ਜਾਂਦੀ, ਪਰ ਜਿਹੜਾ ਫੈਸਲਾ ਅਖੀਰ ਨੂੰ ਅਚੀਵ ਕੀ ਕੀਤਾ ਉਹ ਦੱਸਿਆ ਜਾਂਦਾ। ਜਿਹੜਾ ਹੈਗਾ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਣ ਲੱਗਿਆ, ਜਿਹੜੀ ਹੁਣ ਤੁਸੀਂ ਆਪਣੀ ਟਰੱਕਿੰਗ ਇੰਡਸਟਰੀ ਲਾ ਲਓ, ਕੰਟੇਨਰ ਟਰੱਕਿੰਗ ਇੰਡਸਟਰੀ ਹੈ, ਸਾਡੇ ਮੰਤਰੀ ਸਾਹਿਬਾ ਸੀਗੇ ਕਲੇਰ ਜੀ, ਉਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਲਗਾਤਾਰ ਜਿਹੜਾ ਹੈਗਾ ਅਸੀਂ ਜਿਵੇਂ ਕਹਿੰਦੇ ਦਫ਼ਤਰ ਨੀਵਾਂ ਕਰਨ ਵਾਲੀ ਗੱਲ ਹੈ ਜੀ, ਇੱਕ ਇੱਕ ਕਰਕੇ ਜਿਹੜੇ ਮੁੱਦੇ ਆ ਜਿਹੜੇ ਕੰਟੇਨਰ ਟਰੱਕਿੰਗ ਇੰਡਸਟਰੀ ਦੇ ਉਹ ਪਾਸ ਕਰਵਾਏ ਜੀ, ਉਹਨਾਂ ਨੇ ਕੀਤੇ ਵੀ, ਮੈਂ ਤੁਹਾਨੂੰ ਕਹਾਂ ਨਹੀਂ ਕੀਤੇ, ਇੱਕ ਦੋ ਮਸਲੇ ਬਾਕੀ ਵੀ ਨੇ ਹਾਲੇ ਤੱਕ, ਪਰ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਹੋਏ ਨੇ। ਇਸੇ ਤਰੀਕੇ ਨਾਲ ਟੈਕਸੀ ਇੰਡਸਟਰੀ ਬਾਰੇ ਜੀ, ਚਾਹੇ ਸਾਡੀ ਵਿਰੋਧੀ ਜਿਹੜੀ ਇਸ ਵੇਲੇ ਸਰਕਾਰ ਜਿਹੜੀ ਮੈਜੋਰਟੀ ਨਹੀਂ ਸੀਗੀ, ਔਰ ਜਿਹੜੇ ਸਾਡੇ ਭਾਈਵਾਲ ਸੀਗੇ ਪਾਰਟੀ ਦੇ ਵਿੱਚ ਗ੍ਰੀਨ ਪਾਰਟੀ ਵਾਲੇ, ਉਹ ਜਿਹੜਾ ਹੈਗਾ ਰਾਈਡ ਹੇਲਿੰਗ ਨੂੰ ਸਪੋਰਟ ਕਰਦੇ ਸੀ, ਟੈਕਸੀ ਇੰਡਸਟਰੀ ਦੀ ਸਪੋਰਟ ਜਿਹੜਾ ਉਹ ਨਹੀਂ ਸੀ ਕਰਦੇ। ਇਹਦੇ ਬਾਵਜੂਦ ਵੀ ਜਿਹੜੀਆਂ ਸਭ ਤੋਂ ਸਖਤ ਜਿਹੜੀਆਂ ਰੈਗੂਲੇਸ਼ਨਸ ਨੇ ਉਹ BC ਦੇ ਵਿੱਚ ਬਣੀਆਂ। ਉਹਦਾ ਕਾਰਨ ਇਹੀ ਹੈ ਕਿ ਜਿਹੜੇ ਆਪਣੇ MLA ਨੇ ਜਿਹੜੇ ਟੈਕਸੀ ਇੰਡਸਟਰੀ ਨਾਲ ਜੁੜੇ ਹੋਏ ਆ, ਜਾ ਕੇ ਅੰਦਰ ਲੜਾਈ ਕੀਤੀ ਗਈ ਹੈ। ਇਸੇ ਤਰੀਕੇ ਨਾਲ ਆਪਣੇ ਘਰਾਂ ਦਾ ਮਸਲਾ ਸੀਗਾ, ALR ਦੇ ਘਰਾਂ ਦਾ ਮਸਲਾ ਤੁਹਾਡੇ ਯਾਦ ਹੋਣਾ, ਤੁਸੀਂ ਕਾਫੀ ਕਵਰੇਜ ਕੀਤੀ ਹੈ। 3 ਮੰਗਾਂ ਸਾਡੇ ਕੋਲੇ ਲੈ ਕੇ ਆਏ ਸੀ, ਉਹ 3 ਮੰਗਾਂ ਦੂਜੇ ਦਿਨ ਜਾ ਕੇ ਪਾਸ ਕਰਵਾਈਆਂ ਗਈਆਂ। ਬਾਅਦ ਦੇ ਵਿੱਚ ਜਿਹੜਾ ਹੈਗਾ ਗੱਲ ਥੋੜੀ ਖਿਸਕਦੀ ਵੀ ਲੱਗਦੀ ਸੀ, ਪਰ ਉਹਦੇ ਤੇ ਅੜਨਾ ਪੈਂਦਾ ਉੱਥੇ, ਤੇ ਉਹਦੇ ਤੇ ਜਾ ਕੇ ਅਖੀਰ ਨੂੰ ਜਿਹੜਾ ਹੈਗਾ ਸਰਕਾਰ ਨੇ ਜਿਹੜਾ ਮੰਤਰੀ ਸਾਹਿਬਾਂ ਨੇ ਉਹ ਵੀ ਜਿਹੜੀਆਂ ਮੰਗਾਂ ਮੰਨੀਆਂ। ਸੋ ਉੱਥੇ ਜਾ ਕੇ ਜੀ ਬਹੁਤ ਕੁਝ ਤੁਸੀਂ ਜਿਹੜਾ ਉਹਦੀ ਨੁਮਾਇੰਦਗੀ, ਵੈਸੇ ਮੈਂ ਗਿੱਲ ਸਾਹਿਬ ਸਰਕਾਰ ਤੇ ਇੱਕ ਗੱਲ ਕਹਿਣਾ ਚਾਹੁੰਦਾ ਕਿ ਉੱਥੇ ਜਾ ਕੇ ਇੰਨਾ ਨਹੀਂ ਵੀ ਤੁਸੀਂ ਸਿਰਫ ਲੜਕੇ ਹੀ ਮਸਲੇ ਕਰਾ ਸਕਦੇ ਹੋ, ਉੱਥੇ ਜਿਹੜੀ ਹੈਗੀ ਆ ਦਿਆਨਤਦਾਰੀ ਦੇ ਨਾਲ, ਇੱਕ ਲੌਜਿਕ ਦੇ ਨਾਲ, ਦਲੀਲ ਦੇ ਨਾਲ ਇਨਫੋਰਮੇਸ਼ਨ ਲੈ ਕੇ ਜੇ ਜਾ ਕੇ ਜਾਂਦੇ ਹੋ, ਤੁਹਾਡੀ ਗੱਲ ਸੁਣੀ ਜਾਂਦੀ ਹੈ ਔਰ ਜਿਹੜੀ ਹੈਗੀ ਆ ਸੁਣਾਉਣੀ ਪੈਂਦੀ ਹੈ। ਪਰ ਜਿਹੜਾ ਅੰਦਰ ਦੀ ਜਿਹੜੀ ਲੜਾਈ ਦੇ ਮਸਲੇ ਬਾਹਰ ਨਹੀਂ ਦੱਸੇ ਜਾਂਦੇ, ਕਿਉਂਕਿ ਤੁਸੀਂ ਇੱਕ ਟੀਮ ਦੇ ਮੈਂਬਰ ਹੋ, ਉਹ ਟੀਮ ਬਣਾਈ ਰੱਖਣਾ ਬੜਾ ਜ਼ਰੂਰੀ ਹੈ ਜੇ ਤੁਸੀਂ ਆਪਣੇ ਜਿਹੜੇ ਮਸਲੇ ਹੱਲ ਕਰਵਾਉਣੇ ਹੋਣ ਤਾਂ। ਮੈਂ ਵਪਾਰਕ ਸੰਦੇਸ਼ ਲੈ ਲਵਾਂ ਜੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਫਿਰ ਇਸ ਵਰੇ ਦੀ ਇਲੈਕਸ਼ਨ ਜਿਹੜੀ ਹੈ ਇਹਦੇ ਬਾਰੇ ਤੇ ਇਹਦੇ ਕੰਮਾਂ ਦੇ ਬਾਰੇ ਕਿਹੜੇ ਮੁੱਦੇ ਨੇ, ਕਿਹੜੇ ਕੰਮ ਨੇ ਪਿਛਲੇ ਜਿਹੜੇ 3.5 ਸਾਲਾਂ 'ਚ ਕੀਤੇ। 3.5 ਸਾਲਾਂ ਦੇ ਕੰਮ ਤੋਂ ਪਹਿਲਾਂ ਸਭ ਤੋਂ ਵੱਡਾ ਇਸ ਦੇਸ਼ ਦੇ ਵਿੱਚ ਸਾਨੂੰ ਜਿਹੜਾ ਪਸੰਦ ਆ ਉਹ ਹੈ ਸਾਡਾ ਜਿਹੜਾ ਮੈਡੀਕਲ ਸਿਸਟਮ। ਉਹ ਮੈਡੀਕਲ ਸਿਸਟਮ ਦੇ ਬਾਰੇ NDP ਕੀ ਕਰਦੀ ਰਹੀ, ਕਿਹੜੇ ਕੰਮ ਕਰਦੀ ਰਹੀ, ਤੇ ਪਿਛਲੇ 3.5 ਸਾਲਾਂ 'ਚ ਕਈ ਵਾਰ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਜਿਹੜੇ ਲੰਘ ਜਾਂਦੀਆਂ ਕਿ ਆਹ ਹੋਇਆ ਆਹ ਨਹੀਂ ਹੋਇਆ। ਯਾਦ ਜ਼ਰੂਰ ਇੱਕ ਵਾਰ ਕਰਾਉਣਾ ਚਾਹੀਦਾ ਲੋਕਾਂ ਨੂੰ, ਉਹ ਕਰਾਂਗੇ।
ਵਪਾਰਕ ਸਮੇਸ਼ਾ ਤੋਂ ਬਾਅਦ ਫਲੀਟਵੁੱਡ ਤੋਂ NDP ਦੇ ਉਮੀਦਵਾਰ ਸਰ ਜਗਰੂਪ ਸਿੰਘ ਬਰਾੜ ਮੇਰੇ ਨਾਲ ਨੇ, ਜਿਹੜੇ ਬਹੁਤ ਲੰਮੇ ਸਮੇਂ ਤੋਂ ਭਾਈਚਾਰੇ ਦੀ ਸੇਵਾ ਕਰ ਰਹੇ ਨੇ। ਭਾਈਚਾਰੇ ਨੇ ਵੀ ਮਾਣ ਦਿੱਤਾ ਜਦ 2 ਹੀ MLA ਸਨ ਤਾਂ ਉਹਨਾਂ ਚੋਂ ਇੱਕ ਜਗਰੂਪ ਸਿੰਘ ਬਰਾੜ ਸਨ ਜਿਹੜੇ ਜਿੱਤੇ ਸੀ। ਵਪਾਰਕ ਸਮੇਸ਼ ਮੁੜ ਕੇ ਜਗਰੂਪ ਸਿੰਘ ਬਰਾੜ ਹੋਣੀ ਮੇਰੇ ਨਾਲ ਨੇ, ਉਹਨਾਂ ਦੇ ਨਾਲ ਮੈਂ ਗੱਲਬਾਤ ਕਰ ਰਿਹਾ। ਉਹਨਾਂ ਦਾ ਆਪਣਾ ਇਹ ਟਾਈਮ ਜਿਹੜਾ ਉਹਨਾਂ ਨੇ ਰਾਖਵਾਂ ਰੱਖਿਆ ਹੋਇਆ ਸੀ, ਤੇ ਪਰ ਫਿਰ ਵੀ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ। ਉਹ ਆਪਣਾ ਸੁਨੇਹਾ ਵੀ ਦੇਣਾ ਚਾਹੁੰਦੇ ਨੇ ਤੇ ਆਪਾਂ ਸਵਾਲ ਵੀ ਪੁੱਛ ਰਹੇ। ਅੱਛਾ ਬਾਈ ਜੀ, ਜਿਹੜੀ ਗੱਲ ਕਈ ਵਾਰ ਨਾ ਹੋਏ ਕੰਮਾਂ ਤੋਂ ਭਾਈਚਾਰੇ ਲਈ ਜਦ ਕੰਮ ਹੋ ਜਾਂਦੇ ਨੇ, ਕੀਤੇ ਕੰਮਾਂ ਦੀ ਗੱਲ ਕਈ ਵਾਰ ਆਊਂ ਗਊਂ ਹੋ ਜਾਂਦੀ ਹੈ, ਯਾਦ ਨਹੀਂ ਰਹਿੰਦਾ, ਕੋਈ ਲੇਟੈਸਟ ਚੀਜ਼ ਆ ਜਾਂਦੀ ਹੈ ਤਾਂ ਉਹਦੇ ਤੇ ਸਭ ਆਪਾਂ ਫੋਕਸ ਹੋ ਜਾਂਦੇ। NDP ਨੇ ਪਿਛਲੇ ਜੇ 3.5 ਵਰ੍ਹਿਆਂ ਦੀ ਉਹ ਗੱਲ ਆਪਾਂ ਕਰੀਏ ਤਾਂ ਖਾਸ ਤੌਰ ਤੇ ਤੁਹਾਡੀ ਰਾਈਡਿੰਗ ਤੇ ਕਮਿਊਨਿਟੀ ਲਈ ਜਿਹੜੇ ਜਿਹੜੇ ਕੰਮ ਕੀਤੇ ਨੇ ਉਹਨਾਂ ਨੂੰ ਤੁਸੀਂ ਇੱਕ ਵਾਰ ਯਾਦ ਕਰਾਉਣਾ ਚਾਹੁੰਦੇ ਹੋ? ਹਾਂਜੀ ਗਿੱਲ ਸਾਹਿਬ, ਬਿਲਕੁਲ। ਸਰੀ ਦੇ ਵਿੱਚ ਜਿਹੜੀ ਸਰੀ ਸੂਬੇ ਦਾ ਜੀ ਦੂਜਾ ਵੱਡਾ ਸ਼ਹਿਰ ਹੈਗਾ ਕਿ 6 ਲੱਖ ਦੀ ਆਬਾਦੀ ਵੈਨਕੂਵਰ ਦੀ, ਆਪਾਂ ਲਗਭਗ ਉਹਦੇ ਨੇੜੇ ਹੀ ਆ, ਪਰ ਸਭ ਤੋਂ ਤੇਜ਼ੀ ਦੇ ਨਾਲ ਜਿਹੜਾ ਵੱਧ ਰਿਹਾ ਸ਼ਹਿਰ ਹੈ ਜੀ ਸਰੀ। ਇਸ ਕਰਕੇ ਇਹਦੇ ਮੁੱਦੇ, ਇਹਦੇ ਮਸਲੇ, ਇਹਨਾਂ ਲੋਕਾਂ ਦੇ ਜਿਹੜੇ ਹੈਗੇ ਆ ਉਹ ਬੜੇ ਵਿਸ਼ੇਸ਼ ਨੇਗੇ ਜੀ, ਕਿਉਂਕਿ ਉਹਦੇ ਮੁਤਾਬਕ ਤੁਹਾਨੂੰ ਨਵੇਂ ਸਕੂਲ, ਨਵੇਂ ਜਿਹੜਾ ਹਸਪੀਟਲ ਜਾਂ ਹੋਰ ਸਰਵਿਸਿਜ਼ ਦੀ ਲੋੜ ਪੈਂਦੀ ਹੈ, ਕਿਉਂਕਿ ਤੇਜ਼ੀ ਨਾਲ ਸ਼ਹਿਰ ਇਹ ਵੱਧ ਰਿਹਾ। ਮੈਂ ਇਹ ਗੱਲ ਫਕਰ ਨਾਲ ਗੱਲ ਕਹਿ ਸਕਦਾ ਕਿ ਜੇ BC NDP ਨੇ ਜੋ 3.5 ਸਾਲਾਂ ਦੇ ਵਿੱਚ ਸਰੀ ਦੇ ਲੋਕਾਂ ਦੇ ਲਈ ਕੀਤਾ ਜਾਂ ਕੀ ਕਰਨ ਜਾ ਰਹੇ ਆ, ਜੇ BC ਲਿਬਰਲ 16 ਸਾਲਾਂ ਦੇ ਵਿੱਚ ਉਹ ਜੇ ਕਰ ਦਿੰਦੇ ਤਾਂ ਸ਼ਾਇਦ ਸਾਨੂੰ ਆਪਣਾ ਤੁਹਾਨੂੰ ਇਹ ਮੈਨੂੰ ਸਵਾਲ ਹੀ ਪੁੱਛਣ ਦੀ ਲੋੜ ਨਾ ਪੈਂਦੀ। ਉਹਦੇ 'ਚ ਇਹ ਹੈਗਾ ਜੀ, BC ਲਿਬਰਲ ਸਰਕਾਰ ਵੱਲੋਂ ਤੁਹਾਨੂੰ ਪਤਾ ਹੈ ਕਿ ਸਰੀ ਦੇ ਲੋਕਾਂ ਦੇ ਸਿਰ ਟੋਲ ਜਿਹੜੇ ਉਹ ਲਾਏ ਗਏ ਸੀਗੇ। NDP ਨੇ ਆ ਕੇ ਜੀ ਉਹ ਟੋਲ ਹਟਾਏ ਨੇ। ਆਲਮੋਸਟ $4 ਬਿਲੀਅਨ ਦਾ ਬੋਝ ਜਿਹੜਾ ਲੋਕਾਂ ਦੇ ਸਿਰ ਸੀਗਾ ਆਉਣ ਵਾਲੇ 25-30 ਸਾਲ, ਉਹ ਹਟਾਇਆ ਗਿਆ ਜੀ, ਕਿਉਂਕਿ ਉਹ ਅਨਫੇਅਰ ਸੀਗਾ, ਇਕੱਲੇ ਸਰੀ ਦੇ ਪੁਲਾਂ ਦੇ ਉੱਤੇ ਟੋਲ ਲੱਗੇ ਸੀ। ਇਸੇ ਤਰੀਕੇ ਨਾਲ ਜੀ BC ਲਿਬਰਲ ਸਰਕਾਰ ਵੱਲੋਂ ਜਿਹੜਾ ਹਸਪਤਾਲ ਲਈ ਗਈ ਜ਼ਮੀਨ ਸੀ ਪੁਰਾਣੀ NDP ਵੱਲੋਂ 25 ਸਾਲ ਪਹਿਲਾਂ, ਉਹ ਵੇਚ ਦਿੱਤੀ ਗਈ ਸੀ ਜੀ। ਆਪਣਾ ਇੱਕ ਜਿਹੜਾ BC ਲਿਬਰਲ ਨੂੰ ਡੋਨੇਟ ਕਰਨ ਵਾਲੇ ਜਿਹੜੇ ਇੱਕ ਡਿਵੈਲਪਰ ਸੀਗੇ, ਉਸ ਨੂੰ ਉਹ ਵੀ $3 ਮਿਲੀਅਨ ਘਟਾ ਕੇ ਅਸਲੀ ਕੀਮਤ ਤੋਂ ਵੇਚੀ ਵੀ ਐਂਡਰੂ ਵਿਲਕਨਸਨ ਸਾਹਿਬ ਨੇ ਸੀਗੀ। ਪਰ ਅੱਜ NDP ਨੇ ਦੁਬਾਰੇ ਜ਼ਮੀਨ ਲੈ ਕੇ ਜੀ ਉੱਥੇ ਉਹਦੇ ਵਾਸਤੇ ਹਸਪਤਾਲ ਬਣਾਉਣ ਜਿਹੜੀ NDP ਉਹ ਜਾ ਰਹੀ ਹੈ। BC ਲਿਬਰਲ ਸਰਕਾਰ ਨੇ ਜੀ ਪਿਛਲੇ 3 ਸਾਲਾਂ ਦੇ ਵਿੱਚ ਇੱਕ ਸਕੂਲ ਜਿਹੜਾ ਹੈਗਾ ਉਹ ਸਰੀ ਦੇ ਵਾਸਤੇ ਬਣਾਇਆ ਸੀਗਾ ਜੀ। ਅਸੀਂ 3 ਸਾਲਾਂ ਦੇ ਵਿੱਚ ਜੀ ਇੱਕ ਵਿਸ਼ੇਸ਼ ਆਫਿਸ ਬਣਾ ਕੇ ਜੀ ਉਹਨੂੰ ਫਾਸਟ ਟਰੈਕ ਕੀਤਾ ਫੰਡਿੰਗ ਨੂੰ, ਤੇ $403 ਮਿਲੀਅਨ ਫੰਡਿੰਗ ਉਹ ਸਰੀ ਸਕੂਲ ਡਿਸਟ੍ਰਿਕਟ ਨੂੰ ਦੇ ਦਿੱਤੀ ਗਈ ਹੈ, ਜਿਹਦੇ ਨਾਲ 18 ਨਵੇਂ ਸਕੂਲ ਜਾਂ ਪੁਰਾਣੇ ਸਕੂਲਾਂ ਦੇ ਵਿੱਚ ਐਡੀਸ਼ਨ ਹੋ ਰਹੀ ਹੈ। ਕੁੱਲ ਮਿਲਾ ਕੇ ਜੀ 9000 ਦੇ ਕਰੀਬ ਸੀਟਾਂ ਜਿਹੜੀਆਂ ਹੈਗੀਆਂ ਉਹ ਬਣ ਜਾ ਰਹੀਆਂ। ਔਰ ਵਿਸ਼ੇਸ਼ ਤੌਰ ਦੇ ਉੱਤੇ ਚੋਣ ਦੇ ਦਰਮਿਆਨ ਮੈਂ ਇੱਕ ਵਿਸ਼ੇਸ਼ ਐਲਾਨ ਹੋਰ ਵੀ ਕੀਤਾ, ਜਿਹੜਾ ਹੈਗਾ ਉਹ ਫਲੀਟਵੁੱਡ ਜਿਹੜਾ ਸਕੂਲ ਸਰੀ ਦੇ ਸਾਡੇ ਮੇਰੇ ਹਲਕੇ 'ਚ ਹੈਗਾ, ਉਹਦੇ ਵਿੱਚ 500 ਸੀਟਾਂ ਨਵੀਆਂ ਜੀ, $38 ਮਿਲੀਅਨ ਦਾ ਐਲਾਨ ਉਹ ਵੀ ਕੀਤਾ ਗਿਆ। ਇਸੇ ਤਰੀਕੇ ਨਾਲ ਜੀ BC ਲਿਬਰਲ ਸਰਕਾਰ ਨੇ MSP ਆਲਮੋਸਟ ਡਬਲ ਕਰ ਦਿੱਤੀ ਸੀ ਲੋਕਾਂ ਦੇ ਸਿਰ। NDP ਨੇ ਆ ਕੇ ਜੀ MSP ਮੁਕੰਮਲ ਤੌਰ ਦੇ ਉੱਤੇ ਜਿਹੜੀ ਖਤਮ ਕਰ ਦਿੱਤੀ। ਜਿਹੜਾ ਬਿਗੇਸਟ ਇਹ ਟੈਕਸ ਬ੍ਰੇਕ ਜਿਹੜੀ ਲੋਕਾਂ ਵਾਸਤੇ ਜਿਹੜੀ ਹੈਗੀ ਹੈ ਇਤਿਹਾਸ ਦੇ ਵਿੱਚ ਦਿੱਤੀ ਗਈ। ਆਮ ਪਰਿਵਾਰ ਨੂੰ ਜਿਹੜਾ ਹੈਗਾ $1800 ਦਾ ਉਹਦਾ ਫਾਇਦਾ ਹੁੰਦਾ। ਕੁੱਲ ਮਿਲਾ ਕੇ ਇਹ $2.6 ਬਿਲੀਅਨ ਦਾ ਬੋਝ ਹੈ ਜਿਹੜਾ ਸੂਬੇ ਦੇ ਲੋਕਾਂ ਦੇ ਸਿਰ ਸੀ, ਉਹ ਚੱਕ ਕੇ ਉਹਨਾਂ ਤੋਂ ਪਾਸੇ ਕੀਤਾ ਗਿਆ। ਟੈਕਸੀ ਇੰਡਸਟਰੀ ਦੇ ਮੁੱਦੇ ਸੀਗੇ, ਤੁਹਾਨੂੰ ਪਤਾ ਹੈ ਬਹੁਤ ਹੀ ਵੱਡੀ ਗਿਣਤੀ ਉਹ ਸਰੀ ਦੇ ਵਿੱਚ ਲੋਕ ਰਹਿੰਦੇ ਨੇ। ਉਹ ਜਿਹੜੇ ਹੈਗੇ ਆ ਪਿਛਲੇ 3.5 ਸਾਲਾਂ ਦੇ ਵਿੱਚ ਉਹਦੇ 'ਚ ਬਹੁਤ ਸਾਰਾ ਕੰਮ ਹੋ ਚੁੱਕਿਆ, ਕੁਝ ਕੰਮ ਰਹਿੰਦਾ ਵੀ ਹੋਣ ਵਾਲਾ। ਇਸੇ ਤਰੀਕੇ ਨਾਲ ਟਰੱਕਿੰਗ ਇੰਡਸਟਰੀ ਜਿਹੜੀ ਸੀਗੀ ਉਹਦੇ ਤੇ ਬਹੁਤ ਸਾਰਾ ਕੰਮ ਪੋਜ਼ਿਟਿਵ ਹੋ ਚੁੱਕਿਆ, ਕੁਝ ਕੰਮ ਰਹਿੰਦਾ। ਸੋ ਇਸ ਤਰ੍ਹਾਂ ਜੀ ਬਹੁਤ ਸਾਰੇ ਜਿਹੜੇ ਮਸਲੇ ਹੈ ਜੀ ਸਰੀ ਦੇ ਜਿਹੜੇ ਉਹਨਾਂ ਤੇ ਕੰਮ ਹੋਇਆ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਉਹਦਾ ਹਿੱਸਾ ਬਣਿਆ ਸਾਡੀ ਟੀਮ ਦੇ ਨਾਲ, ਤੇ ਜਿਹੜਾ ਹੈਗਾ ਉਹਦੇ ਤੇ ਅਸੀਂ ਇਹ ਕੰਮ ਕਰਵਾਉਣ ਦੇ ਵਿੱਚ ਜਿਹੜਾ ਹੈਗਾ ਕਾਬਲ ਹੋਏ ਆ। ਜੇ ਅੱਗੇ ਮੌਕਾ ਮਿਲਦਾ ਤਾਂ ਇਸ ਤੋਂ ਇਲਾਵਾ ਜਿਹੜੀ ਅਗਲੀ ਲਿਸਟ ਵੀ ਹੈ ਉਹ ਆਪਾਂ ਜਿਹੜਾ ਆਉਣ ਵਾਲੇ ਇਹੀ ਸਮੇਂ ਦੇ ਵਿੱਚ ਉਹਦੀ ਗੱਲ ਵੀ ਮੈਂ ਤੁਹਾਨੂੰ ਦੱਸ ਸਕਦਾ। ਅੱਛਾ ਜੀ, ਜਿਹੜੇ ਹੁਣ ਕੁਝ ਮਨ ਦੇ ਵਿੱਚ ਹੁੰਦਾ ਹੈ ਕਿ ਮੇਰੇ ਮਨ ਦੀ ਆਹ ਮੰਗ ਹੈ, ਮੈਂ ਆਪਣੇ ਹਲਕੇ ਲਈ, ਆਪਣੇ ਲੋਕਾਂ ਲਈ, ਜੇ ਲੋਕ ਤੁਹਾਨੂੰ ਜਿਤਾਉਂਦੇ ਆ, ਜਿੱਤਣ ਤੋਂ ਬਾਅਦ ਕੁਝ ਹੋਰ, ਬਾਕੀ ਤਾਂ ਖੈਰ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਤੇ ਵੀ ਜਾਣਾ, ਕੁਝ ਕੈਂਡੀਡੇਟ ਦੇ ਦਿਲ ਦੀ ਗੱਲ ਹੁੰਦੀ ਹੈ ਵੀ ਮੈਂ ਆਹ ਕਰਨਾ ਚਾਹੁੰਦਾ,
ਤੁਹਾਡੇ ਕੁਝ ਮਨ ਦੀ ਮੰਗ ਜਿਹੜੀ ਤੁਸੀਂ ਕੁਝ ਹੋਰ ਕਰਨਾ ਚਾਹੁੰਦੇ ਹੋ ਹਲਕੇ ਲਈ? ਗਿੱਲ ਸਾਹਿਬ, ਲੋਕਾਂ ਦੀ ਇਹ ਆਸ ਹੁੰਦੀ ਹੈ ਹਮੇਸ਼ਾ ਹੀ ਕਿ ਜਿਹੜਾ ਉਹਨਾਂ ਵੱਲੋਂ ਚੁਣਿਆ ਹੋਇਆ ਉਹਨਾਂ ਦਾ ਨੁਮਾਇੰਦਾ ਹੈਗਾ ਉਹ ਉਹਨਾਂ ਦੇ ਮਸਲਿਆਂ ਦੀ ਗੱਲ ਕਰੇ, ਔਰ ਕਰੇ ਵੀ ਜਿਹੜਾ ਸਮਝਦਾਰੀ ਦੇ ਨਾਲ ਤੇ ਦਲੇਰੀ ਦੇ ਨਾਲ, ਔਰ ਨਾਲ ਇਹ ਵੀ ਗੱਲ ਹੁੰਦੀ ਕਿ ਸਾਫ਼ ਸੁਥਰੀ ਜਿਹੜੀ ਪ੍ਰਿੰਸੀਪਲ ਬੇਸਡ ਹੈ ਜਿਹੜੀ ਉਹ ਸਿਆਸਤ ਕਰੇ। ਮੈਨੂੰ ਸਰੀ ਦੇ ਲੋਕਾਂ ਨੇ 4 ਵਾਰੀ ਚੁਣ ਕੇ ਆਪਣਾ ਨੁਮਾਇੰਦਾ ਵਿਕਟੋਰੀਆ ਦੇ ਵਿੱਚ ਭੇਜਿਆ। ਮੈਂ ਉਹ ਕੋਸ਼ਿਸ਼ ਕੀਤੀ ਹੈ ਲਗਾਤਾਰ, ਜਿਹੜੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਔਰ ਉਹਦੇ ਵਿੱਚ ਜਿਹੜਾ ਮੇਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਸਭ ਤੋਂ ਵੱਡਾ ਇੱਕ ਸੁਪਨਾ ਜਿਹੜਾ ਸੀਗਾ ਜੀ, ਜਿਹੜਾ ਸਿਆਸਤ ਦੇ ਸਫ਼ਰ ਦੇ ਵਿੱਚ ਉਹ ਨਵੇਂ ਹਸਪੀਟਲ ਦਾ ਜਾਂ ਸਿਹਤ ਸੇਵਾਵਾਂ ਦਾ ਸੀਗਾ ਜੀ। ਉਹ ਸ਼ੁਰੂ ਤੋਂ ਲੈ ਕੇ ਜਿਹੜਾ ਇਹ ਇੱਕ ਸੁਪਨਾ ਸੀਗਾ, ਲਗਾਤਾਰ ਜਿਹੜੀ ਹੈਗੀ ਆ ਵਿਰੋਧੀ ਧਿਰ ਦੇ ਵਿੱਚ ਵੀ, ਔਰ ਖਾਸ ਕਰਕੇ ਜਦੋਂ ਦੀ ਸਰਕਾਰ ਬਣੀ ਹੈ ਉਹ ਮੈਂ ਨਿੱਜੀ ਤੌਰ ਦੇ ਉੱਤੇ ਲੜਾਈ ਉਹਦੀ ਕਰਦਾ ਆ ਰਿਹਾ, ਔਰ ਕਰਦਾ ਵੀ ਰਹੂੰਗਾ ਜਿੰਨੀ ਦੇਰ ਤੱਕ ਉਹ ਨਵਾਂ ਬਣਦਾ ਨਹੀਂ ਹਸਪਤਾਲ। ਪਰ ਹੁਣ ਆਸ ਇਹ ਬੱਝੀ ਹੈ ਕਿ ਜਿਹੜਾ ਸਰਕਾਰ ਨੇ ਆਪਣੇ ਪਲੇਟਫਾਰਮ ਦੇ ਵਿੱਚ ਜਿਹੜਾ ਹਸਪੀਟਲ ਪਾਇਆ, ਉਹਦੇ ਵਾਸਤੇ ਜ਼ਮੀਨ ਲੈ ਲਈ ਗਈ ਹੈ, ਉਹਦੇ ਵਾਸਤੇ ਜਿਹੜੀਆਂ ਹੋਰ ਉਹਦੇ ਨਕਸ਼ੇ ਬਣਾਉਣ ਵਾਲੇ ਲੋਕ ਆ ਉਹ ਹਾਇਰ ਕਰ ਲਏ ਗਏ ਨੇ। ਸੋ ਇਹ ਇੱਕ ਵੱਡਾ ਸੁਪਨਾ ਜੀ, ਕਿਉਂਕਿ ਅਸੀਂ ਕਾਫੀ ਪਿੱਛੇ ਆ। ਇਹ ਹਸਪਤਾਲ ਜਿਹੜਾ ਹੈਗਾ ਮੇਰੀ ਸਮਝ ਮੁਤਾਬਕ ਕਾਫੀ ਚਿਰ ਪਹਿਲਾਂ 15-20 ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀਗਾ, ਪਰ ਉਹ ਆਪਣਾ ਪੰਜਾਬੀ ਚ ਕਹਾਵਤ ਕਹਿੰਦੇ ਦੇਰ ਆਏ ਦਰੁਸਤ ਆਏ, ਹੁਣ ਗੱਲ ਤੁਰੀ ਹੈ। ਔਰ ਮੈਨੂੰ ਇਹ ਮੇਰੀ ਖਾਸ਼ ਹੈ ਜੀ ਕਿ ਅਗਲੇ 4 ਸਾਲਾਂ ਦੇ ਵਿੱਚ ਹਸਪਤਾਲ ਦੀ ਉਸਾਰੀ ਹੋ ਕੇ ਸਰੀ ਦੇ ਲੋਕਾਂ ਨੂੰ ਉਹ ਜਿਹੜੀਆਂ ਸਿਹਤ ਸੇਵਾਵਾਂ ਪ੍ਰਦਾਨ ਜਿਹੜਾ ਉਹ ਕਰੇ। ਇਹ ਮੇਰਾ ਇੱਕ ਵੱਡਾ ਸੁਪਨਾ ਜੀ। ਜਦ ਤੱਕ ਗਿਣਤੀ ਸਰੀ ਦੀ ਅਬਾਊਟ ਜੇ ਦੇਖੀਏ 4 ਸਾਲਾਂ ਦੇ 3 ਸਾਲਾਂ ਦੇ ਵਿੱਚ 50,000 ਦੇ ਕਰੀਬ ਲੋਕ ਹੋਰ ਆ ਜਾਣੇ ਨੇ। 6.5 ਲੱਖ ਅਫੀਸ਼ੀਅਲ ਹੈ, ਪਰ ਮੈਨੂੰ ਲੱਗਦਾ 7.5 ਲੱਖ ਲੋਕ ਨੇ, ਕਿਉਂਕਿ ਵਿਜ਼ਿਟ ਸਟੂਡੈਂਟ ਤੇ ਬਹੁਤ ਇਹਦੀ ਇੱਕ ਗੱਲ ਤੁਹਾਡੇ ਵਿਰੋਧੀ ਬਹੁਤ ਜ਼ੋਰ ਨਾਲ ਕਹਿੰਦੇ ਨੇ ਜੀ। ਪਹਿਲਾਂ ਤਾਂ ਉਹ ਇਹ ਕਹਿੰਦੇ ਸੀ ਕਿ ਬਈ ਇਹ ਜਗ੍ਹਾ ਹੀ ਹੈ ਨਹੀਂ, ਉਹਦੇ ਬਾਅਦ ਜਗ੍ਹਾ ਹੋਣ ਦੀ ਗੱਲ ਹੋ ਗਈ, ਜਗ੍ਹਾ ਤੋਂ ਬਾਅਦ ਫਿਰ ਕੰਸੈਪਟ ਪਲਾਨ ਤੇ ਅਖੀਰਲੇ ਵਿੱਚ ਆ ਕੇ ਤੇ ਇਹ ਗੱਲ ਹੋ ਗਈ ਵੀ ਜੀ ਇੱਥੇ ਤਾਂ ਜੀ 100-125 ਹੀ ਬੈੱਡ ਜਿਹੜਾ ਰੱਖਿਆ ਜਾਣਾ। ਸੋ ਇਹ ਵੀ ਗੱਲ ਵਾਜਬ ਹੋਣੀ ਚਾਹੀਦੀ ਹੈ ਕਿ ਇਹਦੀ ਸਮਰੱਥਾ ਸਹੀ ਹੋਵੇ। ਬਿਲਕੁਲ ਜੀ, ਬਿਲਕੁਲ ਜਿਹੜਾ ਇਹ ਸਵਾਲ ਤੁਹਾਡਾ ਬਿਲਕੁਲ ਠੀਕ ਹੈ ਜੀ, ਪਰ ਮੈਂ ਉਹਦੇ ਚ ਬੜਾ ਸਤਿਕਾਰ ਤੇ ਕੇ ਗੱਲ ਕਰਨੀ ਚਾਹੁੰਦਾ ਜੀ ਕਿ ਜਿਹੜੇ ਲਿਬਰਲ ਦੇ ਪ੍ਰਸ਼ੰਸਕ ਸੀਗੇ ਜਾਂ ਕੁਝ ਸਪੋਰਟਰ ਸੀ ਜਾਂ ਸਾਡੇ ਵਿਰੋਧੀ ਨੇ, ਤਾਂ ਉਹਨਾਂ ਨੇ ਜਿਹੜਾ ਚੋਣ ਸ਼ੁਰੂ ਹੋਣ ਤੋਂ ਲੈ ਕੇ ਪਹਿਲੇ ਆਲਮੋਸਟ 3 ਹਫ਼ਤੇ ਜਿਹੜਾ ਆਹੀ ਗੱਲ ਕਹੀ ਹੈ ਕਿ ਜੀ ਇਹ ਇੱਥੇ ਨਾ ਜ਼ਮੀਨ ਹੈ ਤੇ ਨਾ ਇਹਦੇ ਵਾਸਤੇ ਕੋਈ ਬਜਟ ਹੈ। ਲਗਾਤਾਰ ਉਹਦੇ ਸੰਬੰਧੀ ਬੜੇ ਸਬੂਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਵਗੈਰਾ ਵਗੈਰਾ ਵਗੈਰਾ, ਪਰ ਬਾਅਦ ਦੇ ਵਿੱਚ ਆ ਕੇ ਹੁਣ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਜੇ ਹਸਪਤਾਲ ਤਾਂ ਹੈਗਾ ਪਰ ਛੋਟਾ। ਸੋ ਇਹਦਾ ਇੱਕ ਮਤਲਬ ਗਿੱਲ ਸਾਹਿਬ ਇਹ ਹੈਗਾ ਕਿ ਜਿਹੜੀਆਂ ਪਹਿਲੀਆਂ 2 ਗੱਲਾਂ ਉਹ ਕਹਿ ਰਹੇ ਸੀ ਉਹ ਦੋਨੇ ਗਲਤ ਸੀਗੀਆਂ ਕਿ ਜਿਹੜਾ ਹੈਗਾ ਬਜਟ ਹੈ ਨਹੀਂ ਜਾਂ ਜ਼ਮੀਨ ਹੈ ਨਹੀਂ, ਕਿ ਉਹ ਛੋਟਾ ਹਸਪਤਾਲ ਵੀ ਬਣਨਾ ਤਾਂ ਜ਼ਮੀਨ ਤੇ ਹੈ ਨਾ ਜੀ, ਤੇ ਪੈਸੇ ਵੀ ਲੱਗਣਗੇ ਉਹਦੇ ਉੱਤੇ। ਸੋ ਇਸ ਕਰਕੇ ਜਿਹੜਾ ਜੋ ਪਹਿਲਾਂ ਬਿਲਕੁਲ ਜਿਹੜੀ ਗੱਲ ਸੀਗੀ ਜੀ ਉਹ ਮਿਸ ਇਨਫੋਰਮੇਸ਼ਨ ਸੀ, ਲੋਕਾਂ ਨੂੰ ਜਾਣ ਬੁੱਝ ਕੇ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਤੇ ਇਹ ਜਿਹੜੀ ਇਨਫੋਰਮੇਸ਼ਨ ਹੈ ਜੀ ਇਹ ਵੀ ਮਿਸ ਇਨਫੋਰਮੇਸ਼ਨ ਹੈਗੀ ਹੈ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੱਚ ਇਹ ਹੈ ਜੀ ਕਿ ਜਿਹੜੀ ਇਹਦੀ ਬਿਜ਼ਨਸ ਪਲਾਨ ਆ ਉਹ ਹਲੇ ਤੱਕ ਕੰਪਲੀਟ ਹੀ ਨਹੀਂ ਹੈ, ਔਰ ਉਹ ਜਿਹੜੀ ਬਿਜ਼ਨਸ ਪਲਾਨ ਜਿਹਨਾਂ ਲੋਕਾਂ ਨੇ ਬਣਾਉਣੀ ਹੈ ਜੀ ਉਹ ਜਿਹੜੇ ਹੈਲਥ ਪ੍ਰੋਫੈਸ਼ਨਲ ਲੋਕ ਨੇ ਜਿਹੜੀ ਫਰੇਜ਼ਰ ਹੈਲਥ ਅਥਾਰਟੀ ਦੇ ਵਿੱਚ ਉਹਨਾਂ ਨੇ ਬਣਾਉਣੀ ਹੈ। ਉਹਨਾਂ ਨੇ ਅਫਕੋਰਸ ਦੇਖਣਾ ਕਿ ਸਾਡੀ ਪਾਪੂਲੇਸ਼ਨ ਅੱਜ ਕਿੰਨੀ ਹੈ, ਪਾਪੂਲੇਸ਼ਨ ਵਧਣ ਦਾ ਟ੍ਰੈਂਡ ਕੀ ਹੈ, ਕਿੰਨੀ ਪਾਪੂਲੇਸ਼ਨ ਵੱਧ ਸਕਦੀ ਹੈ, ਉਹਦੇ ਵਿੱਚ ਅਗਲੇ ਕਿਸ ਕਿਸਮ ਦੀ ਪਾਪੂਲੇਸ਼ਨ ਵੱਧ ਰਹੀ ਹੈ, ਬਜ਼ੁਰਗਾਂ ਦੀ ਵੱਧ ਰਹੀ ਹੈ, ਬੱਚਿਆਂ ਦੀ ਵੱਧ ਰਹੀ ਹੈ, ਕਿਸ ਕਿਸਮ ਦਾ ਸਾਨੂੰ ਹਸਪੀਟਲ ਚਾਹੀਦਾ, ਇਹ ਬਿਜ਼ਨਸ ਪਲਾਨ ਦੇ ਵਿੱਚ ਬਣਨਾ। ਇੱਕ ਮੈਂ ਗੱਲ ਹੋਰ ਵੀ ਦੱਸ ਦਿਆਂ ਜੀ, ਉਹ ਬਿਜ਼ਨਸ ਪਲਾਨ ਜਿਹੜੀ ਹੈਗੀ ਹੈ ਪਹਿਲੇ ਮੈਂ ਗੱਲ ਕੰਪਲੀਟ ਕਰਦੇ ਹਾਂ, ਉਹ ਹਲੇ ਤਿਆਰ ਨਹੀਂ, ਇਸ ਕਰਕੇ ਜਿਹੜਾ ਕਿੰਨੇ ਉਹਦੇ ਬੈੱਡ ਨੇਗੇ ਇਹ ਕਿਸੇ ਦਾ ਆ ਕੇ ਕਹਿ ਦੇਣਾ ਏਅਰ ਦੇ ਉੱਤੇ, ਇਹ ਬੜੀ ਗੈਰ ਜ਼ਿੰਮੇਵਾਰੀ ਵਾਲੀ ਗੱਲ ਹੈ, ਇਹ ਲੋਕਾਂ ਨੂੰ ਮਿਸ ਇਨਫੋਰਮ ਕਰਨ ਵਾਲੀ ਗੱਲ ਹੈ। ਅਗਲੀ ਗੱਲ ਮੈਂ ਜਿਹੜੀ ਕਹਿ ਦਿਆਂ ਜੀ, ਇੱਕ ਇਹ ਵੀ ਆਰਗੂਮੈਂਟ ਦਲੀਲ ਦਿੱਤੀ ਗਈ ਹੈ ਜੀ ਕਿ ਬਰਨਬੀ ਦੇ ਵਿੱਚ ਵੱਡਾ ਤੇ ਸਰੀ ਦੇ ਵਿੱਚ ਛੋਟਾ, ਇਸ ਕਰਕੇ ਜਿਹੜਾ ਸਰੀ ਦੇ MLA ਸਮਹਾਉ ਇਹ ਲੜ ਨਹੀਂ ਸਕੇ ਤੇ ਉੱਥੇ ਵਾਲੇ MLA ਲੜ ਸਕੇ। ਉਹਦੇ ਵਿੱਚ ਵੀ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈਗੀ। ਸੱਚ ਉਹਦੇ ਚ ਗਿੱਲ ਸਾਹਿਬ ਇਹ ਆ ਕਿ ਬਰਨਬੀ ਦੇ ਵਿੱਚ ਨਵਾਂ ਸੈਕੰਡ ਹਸਪਤਾਲ ਨਹੀਂ ਬਣ ਜਾ ਰਿਹਾ, ਬਰਨਬੀ ਦੇ ਵਿੱਚ ਪੁਰਾਣਾ ਹਸਪਤਾਲ ਰਿਪਲੇਸ ਹੋ ਰਿਹਾ। ਜਿਹੜਾ ਪੁਰਾਣਾ ਹਸਪਤਾਲ ਨੂੰ ਜਿਹੜਾ ਉਹਦੀ ਥਾਂ ਤੇ ਨਵਾਂ ਹਸਪਤਾਲ ਬਣ ਰਿਹਾ, ਉਹਦੇ ਜਿਹੜੇ ਪੁਰਾਣੇ ਬੈੱਡ ਨੇ ਕਿ ਜਿੰਨੇ ਵੀ ਉਹ ਹੈਗੇ ਆ, ਉਹਦੇ ਵਿੱਚ ਜਿਹੜੇ ਹੈਗੇ ਆ ਇਹਨਾਂ ਨੇ ਕੁਝ ਮੇਰੇ ਖਿਆਲ 60 ਕੇ 65 ਬੈੱਡ ਨਵੇਂ ਐਡ ਕੀਤੇ ਆ ਉਹਦੀ ਪਾਪੂਲੇਸ਼ਨ ਦੀ ਕਪੈਸਿਟੀ ਦੇ ਮੁਤਾਬਕ। ਸੋ ਇਹ ਕਹਿ ਦੇਣਾ ਵੀ ਉਹ ਹਸਪਤਾਲ ਦਾ ਜਿਹੜੇ ਬੈੱਡ ਨੇਗੇ ਇਸ ਤੋਂ ਦੁੱਗਣੇ ਨੇ
ਇਹ ਲੋਕਾਂ ਨੂੰ ਮਿਸ ਇਨਫੋਰਮ ਕਰਨ ਵਾਲੀ, ਗੁੰਮਰਾਹ ਕਰਨ ਵਾਲੀ ਇਨਫੋਰਮੇਸ਼ਨ ਹੈਗੀ ਹੈ, ਕਿਉਂਕਿ ਉਹ ਹਸਪਤਾਲ ਰਿਪਲੇਸ ਹੋ ਰਿਹਾ, ਉਹ ਬਿਲਕੁਲ ਨਵਾਂ ਨਹੀਂ ਬਣ ਰਿਹਾ। ਸਰੀ ਦੇ ਵਿੱਚ ਦੂਜਾ ਨਵਾਂ ਹਸਪਤਾਲ ਬਣ ਜਾ ਰਿਹਾ। ਇਹ ਜਿਹਦੀ ਇੱਕ ਵੱਖਰੀ ਕਹਾਣੀ ਹੈਗੀ ਹੈ। ਮੈਨੂੰ ਇਸ ਗੱਲ ਦਾ ਅਗੇਨ ਬੜਾ ਮਾਣ ਹੈ ਕਿ ਅਸੀਂ ਹਸਪਤਾਲ ਇਹ ਬਣਾਉਣ ਜਾ ਰਹੇ ਹਾਂ, ਜਦੋਂ ਕਿ ਲਿਬਰਲ ਸਰਕਾਰ ਨੇ ਜਿਹੜਾ ਜ਼ਮੀਨ ਹਸਪਤਾਲ ਵਾਲੀ ਉਹ ਵੇਚ ਦਿੱਤੀ ਸੀ। ਇੱਕ ਹੋਰ ਗੱਲ ਤੁਹਾਡੇ ਮੈਨੂੰ ਇੱਕ ਨਿੱਜੀ ਤੌਰ ਤੇ ਇਹ ਮਹਿਸੂਸ ਹੋਇਆ ਸਾਰੀ ਕੈਂਪੇਨ ਦੇ ਵਿੱਚ ਕਿ ਜ਼ੋਰ ਜਿਹੜੇ ਕੀਤੇ ਕੰਮਾਂ ਤੇ, MSP ਤੇ, ਟੋਲ ਤੇ, ਟਨਲ ਤੇ, ਪਟੋਲੋ ਤੇ, ਉਸ ਤੋਂ ਬਾਅਦ ਹਸਪਤਾਲ ਤੇ, ਟੈਕਸੀ ਇੰਡਸਟਰੀ ਤੇ, ਟਰੱਕਿੰਗ ਇੰਡਸਟਰੀ ਤੇ, NDP ਕਿਉਂਕਿ ਪਾਵਰ ਦੇ ਵਿੱਚ ਸੀ, ਤੁਸੀਂ ਸਰਕਾਰ ਦੇ ਵਿੱਚ ਸੀ, ਇਹ ਵਿਰੋਧੀ ਤਾਂ ਤੁਹਾਡੇ ਜ਼ੋਰ ਲਾਉਂਦੇ ਰਹੇ ਕਿ ਤੁਸੀਂ ਆਹ ਨਹੀਂ ਕੀਤਾ, ਤੁਸੀਂ ਆਹ ਨਹੀਂ ਕੀਤਾ, ਕਦੇ ਆਹ ਨਹੀਂ ਕੀਤਾ, ਪਰ ਉਹਨਾਂ ਨੇ ਕਦੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਕੀ ਕਰ ਰਹੇ ਨੇ, ਉਹਨਾਂ ਦੇ ਦਿਮਾਗ 'ਚ ਕੀ ਹੈ। ਇਹ ਤੁਸੀਂ ਮਹਿਸੂਸ ਕੀਤਾ? ਕਿਉਂਕਿ ਜੇ ਹੈਲਦੀ ਡਿਬੇਟ ਹੋਵੇ ਤਾਂ ਉਹਦੇ 'ਚ ਅਲਟਰਨੇਟਿਵ ਵਿੱਚ ਤੁਸੀਂ ਆਹ ਨਹੀਂ ਕੀਤਾ, ਮੈਂ ਆਹ ਕਰੂੰ, ਪਰ ਸਾਰਾ ਕੁਝ ਦਾਰੋ-ਮਦਾਰ 3 ਹਫ਼ਤੇ 4 ਹਫ਼ਤੇ ਪਹਿਲੇ 2 ਹਫ਼ਤੇ ਵੀ ਇਲੈਕਸ਼ਨ ਕਿਉਂ? ਈਵਨ ਕੱਲ ਦੀ ਇੱਕ ਰੈਲੀ ਸੀ, ਉਹਦੇ 'ਚ ਵਿਲਕਿੰਸਨ ਹੋਣੀ ਕਹਿ ਰਹੇ ਸੀ ਵੀ ਇਹ ਹੋਣੀ ਨਹੀਂ ਸੀ, ਜਿਹੜੀ ਇਲੈਕਸ਼ਨ ਨਹੀਂ ਸੀ ਹੋਣੀ, ਪਰ ਸਾਨੂੰ ਇਲੈਕਸ਼ਨ ਇਹਨਾਂ ਨੇ ਕਰਵਾ ਦਿੱਤੀ। ਇੱਕ ਤਾਂ ਇਲੈਕਸ਼ਨ ਦਾ ਜਿਹੜਾ ਉਹਨੂੰ ਇੱਕ ਕਲੀਅਰ ਫੇਰ ਕਰਿਓ, ਹਾਲਾਂਕਿ ਬਹੁਤ ਹੁਣ ਵੇਲਾ ਲੰਘੇ ਦੀ ਗੱਲ ਹੈ, ਕੱਲ ਨੂੰ ਵੋਟਾਂ ਪੈ ਰਹੀਆਂ ਨੇ, ਉਹਦੇ ਤੇ ਵੀ ਗੱਲ। ਤੇ ਇੱਕ ਜਿਹੜਾ ਅਲਟਰਨੇਟਿਵ ਬਿਲਕੁਲ ਕਿਹਾ ਜਾਂਦਾ ਹੈ ਕੰਮ ਕਰਨ ਵਾਲੇ, ਤੂੰ ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਪਰ ਅਸੀਂ ਕੀ ਕੀਤਾ, ਇਹ ਬਹੁਤ ਜ਼ਰੂਰੀ ਗੱਲ ਹੈ ਜੀ, ਇਹਦੇ ਤੇ ਵੀ ਕੋਈ ਚਾਨਣਾ ਪਾਏ। ਇਹ ਸਭ ਦੋਨੇ ਸਵਾਲ ਤੁਹਾਡੇ ਬਹੁਤ ਅੱਛੇ ਸਵਾਲ ਨੇ, ਲੋਕਾਂ ਦੇ ਸਵਾਲ ਨੇ। ਹਕੀਕਤ ਦੇ ਵਿੱਚ ਇਹ ਚੋਣ ਬਾਰੇ ਜੀ ਗੱਲ ਇਹ ਹੈਗੀ ਕਿ ਜਿਹੜਾ COVID-19 ਹੈ, ਜਿਹੜਾ ਆਪਾਂ ਆਪਣੇ ਆਲੇ ਦੁਆਲੇ ਹੈਗਾ, ਉਸ ਨੇ ਲੋਕਾਂ ਦੀ ਜ਼ਿੰਦਗੀ ਨੂੰ, ਸਾਡੀ ਸੇਫਟੀ ਨੂੰ, ਖਾਸ ਕਰਕੇ ਤੇ ਸਾਡੀ ਇਕਨੋਮੀ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਕੀਤਾ ਹੈ। ਅੱਜ ਵੀ BC ਦੇ ਵਿੱਚ ਜਿਹੜਾ ਕੋਈ 1.5 ਲੱਖ ਦੇ ਕਰੀਬ ਲੋਕ ਬੇਰੁਜ਼ਗਾਰ ਨੇਗੇ ਇਹਦੇ ਕਰਕੇ, ਔਰ ਬਹੁਤ ਵੱਡੀ ਗਿਣਤੀ ਜਿਹੜੇ ਸਮਾਲ ਬਿਜ਼ਨਸ ਤੇ ਮੀਡੀਅਮ ਸਾਈਜ਼ ਬਿਜ਼ਨਸਿਸ ਨੇਗੇ ਉਹ ਸਟਰਗਲ ਕਰ ਰਹੇ ਆ। ਇਸ ਕਰਕੇ ਇਸ ਵੇਲੇ ਜਿਹੜਾ BC ਦੇ ਵਿੱਚ ਇੱਕ ਜਿਹੜੀ ਅਸੀਂ ਮਹਿਸੂਸ ਇਹ ਕਰਦੇ ਸੀ ਪ੍ਰੀਮੀਅਰ ਸਾਹਿਬ ਜਾਂ ਅਸੀਂ ਸਾਡੀ ਟੀਮ ਕਿ ਇੱਥੇ ਇੱਕ ਸਟਰੋਂਗ ਤੇ ਸਟੇਬਲ ਸਰਕਾਰ ਹੋਣ ਦੀ ਲੋੜ ਹੈਗੀ ਹੈ। ਅਸੀਂ ਪਿਛਲੇ 3.5 ਸਾਲ ਸਰਕਾਰ ਨੇ ਬੜੇ ਖੂਬਸੂਰਤ ਕੰਮ ਕੀਤੇ, ਪਰ ਉਹਦੇ ਨਾਲ ਇਹ ਵੀ ਗੱਲ ਹਕੀਕਤ ਹੈ ਕਿ ਮਿਨੋਰਿਟੀ ਹੋਣ ਕਰਕੇ ਬਹੁਤ ਸਾਰੇ ਕੰਮ ਅਸੀਂ ਐਸੇ ਸੀ ਜਿਹੜੇ ਕਰਨ ਵਾਲੇ ਸੀ ਉਹ ਕਰ ਨਹੀਂ ਸੀ ਸਕੇ। ਚੋਣ ਜਦੋਂ ਮਰਜ਼ੀ ਕਰਵਾ ਲੈਂਦੇ ਗਿੱਲ ਸਾਹਿਬ, ਚੋਣ COVID-19 ਚੋਣ ਹੀ ਹੋਣੀ ਸੀ, ਚਾਹੇ ਅੱਜ ਕਰਾ ਲਈਏ, 6 ਮਹੀਨਿਆਂ ਨੂੰ ਕਰਾ ਲਈਏ, ਸਾਲ ਬਾਅਦ ਕਰਾ ਲਈਏ, ਪਰ ਸਮੱਸਿਆ ਉਹਦੀ ਇਹ ਸੀ ਕਿ ਜਿਹੜਾ ਆਉਣ ਵਾਲਾ 1 ਸਾਲ ਹੈ ਜੀ ਉਹ COVID ਕਰਕੇ ਇਹ ਜਿਹੜਾ ਹੈਗਾ ਸਾਡੇ ਲੋਕਾਂ ਦੇ ਲਈ, ਸਾਡੀ ਸੇਫਟੀ ਲਈ, ਸਾਡੀ ਇਕਨੋਮੀ ਲਈ ਬਹੁਤ ਜਿਹੜਾ ਔਖਾ ਸਮਾਂ ਹੈ, ਜਿਹਦੇ ਵਾਸਤੇ ਜਿਹੜੀ ਸਟੇਬਲ ਸਟਰੋਂਗ ਸਰਕਾਰ ਹੋਣੀ ਉਹ ਬੜੀ ਜ਼ਰੂਰੀ ਹੈ, ਜਿਹਦੇ ਕਰਕੇ ਚੋਣ ਜਿਹੜੀ ਇਹ ਕਰਵਾਈ ਗਈ ਹੈ ਕਿ ਇਸੇ ਸਰਕਾਰ ਜਿਹੜੀ ਲੋਕ ਹਿੱਤ ਫੈਸਲੇ ਦਲੇਰੀ ਦੇ ਨਾਲ ਤੇ ਸਮੇਂ ਸਿਰ ਜਿਹੜੇ ਉਹ ਕਰ ਸਕੇ। ਸੋ ਇਸ ਕਰਕੇ ਜਿਹੜੀ ਚੋਣ ਕਰਵਾਈ ਗਈ ਹੈ ਜੀ। ਜਿਹੜਾ ਤੁਹਾਡਾ ਦੂਜਾ ਸਵਾਲ ਹੈ ਜੀ ਉਹ ਬਹੁਤ ਅਹਿਮ ਸਵਾਲ ਹੈਗਾ ਕਿ ਜਿਹੜੀ ਹੈਗੀ ਆ ਉਹ ਪੰਜਾਬੀ 'ਚ ਕਹਾਵਤ ਹੈ ਜੀ, ਦਾੜੀ ਹਿਲਦੀ ਹੈ, ਜਿਹੜੀ ਹੈਗੀ ਹੈ ਉਹ ਜਿਹੜਾ ਪਿਛਲੇ ਆਲਮੋਸਟ ਹੁਣ 32-33 ਦਿਨ ਹੋ ਚੱਲੇ ਨੇ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸਾਡੇ ਤੇ ਸਾਡੇ ਵਿਰੋਧੀਆਂ ਨੇ ਤੇ ਉਹਨਾਂ ਦੇ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਨੇ ਜਿਹੜੀ ਸਾਰੀ ਚਰਚਾ ਕੀਤੀ ਇਲੈਕਸ਼ਨ ਦੇ ਵਿੱਚ, ਨਾ ਕਿ ਇਹ ਕੀਤੀ ਹੈ ਕਿ ਇਹਦੇ ਵਿੱਚ ਜਿਹੜੇ ਸਾਡੇ ਮੁੱਦੇ ਕੀ ਨੇ ਤੇ ਉਹਨਾਂ ਦੇ ਮੁੱਦੇ ਕੀ ਨੇ। ਚਰਚਾ ਸਿਰਫ ਇਹ ਹੋਈ ਹੈ ਕਿ ਜਿਹੜੇ ਸਾਡੇ ਜੋ ਵੀ ਅਸੀਂ ਪਲੇਟਫਾਰਮ ਸਾਡਾ ਸਰੀ ਵਾਸਤੇ ਵਿਸ਼ੇਸ਼ ਤੌਰ ਤੇ ਹੈਗਾ ਤੇ ਉਹਦੇ 'ਚ ਗਲਤ ਕੀ ਅਸੀਂ, ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਰੀ ਦੇ ਵਿੱਚ ਅਸੀਂ ਜਿਹੜਾ ਹੈਗਾ ਅਗਲੇ ਜਿਹੜਾ 4 ਸਾਲਾਂ ਦਾ ਸਾਡਾ ਪ੍ਰੋਮਿਸ ਹੈਗਾ ਉਹਦੇ ਵਿੱਚ ਇੱਕ ਨਵਾਂ ਹਸਪਤਾਲ ਜਿਹੜਾ ਬਣਨਾ ਉਹ ਆਪਾਂ ਗੱਲ ਕਰ ਚੁੱਕੇ ਹਾਂ। ਉਹਦੀ ਸਰੀ ਦੇ ਵਿੱਚ ਜਿਹੜੀ ਸਕਾਈ ਟ੍ਰੇਨ ਜਿਹੜੀ ਗਿੱਲ ਸਾਹਿਬ ਹੈਗੀ ਹੈ ਉਹਨੂੰ ਐਕਸਟੈਂਡ ਕਰ ਦੇਣਾ, $1.5 ਬਿਲੀਅਨ ਦੀ ਉਹ ਅਮਾਉਂਟ ਹੈਗਾ ਉਹ ਐਲਾਨ ਕੀਤਾ ਗਿਆ। ਸਰੀ ਦੇ ਵਿੱਚ ਜਿਹੜਾ ਪਟੋਲੋ ਬਿਜਲੀ ਸਾਰੀ ਜਿਹੜੀ ਆਲਰੇਡੀ ਜਿਹੜਾ $1.3 ਬਿਲੀਅਨ ਪਹਿਲਾਂ ਪਾਸ ਕਰ ਦਿੱਤਾ ਗਿਆ, ਉਹਦੀ ਸਾਰੀ ਸ਼ੁਰੂ ਜਿਹੜੀ ਹੋ ਚੁੱਕੀ ਹੈ। ਸਰੀ ਦੇ ਵਿੱਚ 18 ਜਿਹੜੇ ਸਕੂਲ ਆਪਾਂ ਬਾਰ-ਬਾਰ ਗੱਲ ਕਰਦੇ ਆ ਰਹੇ ਹਾਂ ਉਹ ਸਾਰੀ ਹੋ ਚੁੱਕੀ ਜਾਂ ਸਾਰੀ ਅਧੀਨ ਨੇਗੇ। ਸਰੀ ਦੇ ਵਿੱਚ ਨਵਾਂ ਮੈਡੀਕਲ ਸਕੂਲ ਜੀ, ਸਾਡੇ ਬਹੁਤ ਸਾਰੇ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਮੈਡੀਕਲ ਕਰਕੇ ਆਉਂਦੇ ਆ, ਨਵਾਂ ਮੈਡੀਕਲ ਸਕੂਲ ਸਰੀ ਦੇ ਵਿੱਚ ਉਹ ਸਾਡੇ ਪਲੇਟਫਾਰਮ ਦਾ ਹਿੱਸਾ। 5 ਬੜੇ ਅਹਿਮ ਜਿਹੜੇ ਪ੍ਰੋਮਿਸ ਹੈ ਅਸੀਂ ਲੋਕਾਂ ਦੇ ਨਾਲ ਜਿਹੜੇ ਕਰ ਰਹੇ ਹਾਂ ਜੀ ਇਸ ਇਲੈਕਸ਼ਨ ਦੇ ਵਿੱਚ, ਜਿਹੜਾ ਮੈਂ ਸਮਝਦਾ ਕਿ ਬੜੇ ਜ਼ਰੂਰੀ ਨੇ। ਪਰ ਦੂਜੀ ਧਿਰ ਦੇ ਵੱਲੋਂ ਜੀ ਅੱਜ ਤੱਕ, ਅੱਜ ਹੁਣ ਕੱਲ ਨੂੰ ਚੋਣ ਹੋਣ ਜਾ ਰਹੀ ਹੈ, ਆਲਮੋਸਟ ਆਖਰੀ ਦਿਨ ਆਪਾਂ ਗੱਲ ਕਰ ਰਹੇ ਹਾਂ, ਪ੍ਰਚਾਰ ਅੱਜ ਬੰਦ ਹੋ ਜਾਣਾ। ਲਿਬਰਲ BC ਲਿਬਰਲ ਪਾਰਟੀ ਦੇ ਵੱਲੋਂ ਜਿਹੜਾ ਇੱਕ ਵੀ ਵਿਸ਼ੇਸ਼ ਵਾਅਦਾ BC ਦੇ ਲੋਕਾਂ ਦੇ, ਸਰੀ ਦੇ ਲੋਕਾਂ ਦੇ ਨਾਲ ਉਹ ਨਹੀਂ ਕੀਤਾ ਗਿਆ।
ਇੱਕੋ ਹੀ ਉਹਨਾਂ ਦਾ ਐਲਾਨ ਹੈ ਜੀ। ਉਹ ਇੱਕ ਬੜਾ ਵੱਡਾ ਘੜਾ ਜਿਹੜਾ ਆਪਾਂ ਕਹਿ ਸਕਦੇ ਉਹਦੇ 'ਚ ਪਰਚੀਆਂ ਪਾਈਆਂ ਹੋਈਆਂ, ਉਹ ਹੈਗਾ ਜੀ PHD ਦਾ, ਕਿ ਅਸੀਂ PHD ਕੱਢ ਦਿਆਂਗੇ। PHD ਦਾ ਜਿਹੜਾ ਫਾਇਦਾ ਤਾਂ ਜਿਹੜੇ ਉਤਲੇ ਅਮੀਰ ਲੋਕਾਂ ਨੂੰ ਹੋਣਾ। ਬਹੁਤ ਸਾਰੇ ਥਾਵਾਂ ਤੇ PHD ਤਾਂ ਅਸੀਂ ਪਹਿਲਾਂ ਹੀ ਹਟਾਈ ਹੋਈ ਹੈ ਜੀ, ਲੋਕਾਂ ਨੂੰ ਲੋੜ ਨਹੀਂ ਹੈ। ਉਹ PHD ਜਿਹੜੀ ਹੈਗੀ ਹੈ ਉਹਦੇ ਨਾਲ ਖਜ਼ਾਨਾ ਜਿਹੜਾ ਖਾਲੀ ਕਰਕੇ ਜਿਹੜਾ ਚੱਲ ਜਾਣਾ, ਉਹਦੇ ਨਾਲ ਜਿਹੜੇ ਸਾਡੇ ਪ੍ਰੋਜੈਕਟ ਨੇ ਸਾਰੇ ਇਹ ਖਤਰੇ 'ਚ ਪੈ ਸਕਦੇ ਆ। ਪਰ ਅੱਜ ਤੱਕ ਉਹਨਾਂ ਨੇ ਰੇਡੀਓ ਤੇ ਆ ਕੇ ਜਾਂ ਉਹਨਾਂ ਦੇ ਪ੍ਰਸ਼ੰਸਕਾਂ ਨੇ ਆ ਕੇ ਇਹ ਨਹੀਂ ਦੱਸਿਆ ਕਿ ਸਰੀ ਵਾਸਤੇ ਉਹਨਾਂ ਨੇ ਵਿਸ਼ੇਸ਼ ਕੀ ਕਰਨਾ, ਕਿਉਂਕਿ ਉਹਨਾਂ ਦੇ ਪਲੇਟਫਾਰਮ ਦੇ ਵਿੱਚ ਸਰੀ ਵਾਸਤੇ ਕੁਝ ਨਹੀਂ ਹੈ। ਹਕੀਕਤ ਇਹ ਹੈ, ਸੱਚ ਇਹ ਹੈ, ਜੇ ਕੁਝ ਕਹਿੰਦੇ ਆ ਜ਼ਬਾਨੀ ਕਲਾਮੀ ਕਹੀ ਜਾ ਰਹੇ ਆ, ਉਹਦੇ ਵਿੱਚ ਪਲੇਟਫਾਰਮ ਦੇ ਵਿੱਚ ਕੋਈ ਵਚਨਬੱਧਤਾ ਜਾਂ ਲੀਡਰ ਵੱਲੋਂ ਕੋਈ ਵਚਨਬੱਧਤਾ ਨਹੀਂ ਹੈ। ਇਹ ਮੇਰੇ ਲਈ ਵੀ ਹੈਰਾਨੀ ਦੀ ਗੱਲ ਹੈ ਕਿ ਟੋਟਲ ਚਰਚਾ ਦੇ ਵਿੱਚ ਇਹ ਚਰਚਾ ਕਿਉਂ ਨਹੀਂ ਹੋਈ। ਚਰਚਾ ਸਿਰਫ ਇਹੀ ਹੋਈ ਹੈ ਕਿ ਸਾਡੇ ਵਾਅਦਿਆਂ ਦੇ ਵਿੱਚ ਘੱਟ ਕੀ ਹੈ, ਨਾ ਕਿ ਇਹ ਵਾਅਦੇ ਜਿਹੜੇ ਲੋਕਾਂ ਦੇ ਨਾਲ ਹੈਗੇ ਆ। ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ 5 ਵੱਡੇ ਵਾਅਦੇ ਜਿਹੜੇ NDP ਨੇ ਇਸ ਪਲੇਟਫਾਰਮ ਦੇ ਵਿੱਚ ਪਾਏ ਆ ਸਰੀ ਦੇ ਲੋਕਾਂ ਦੇ ਵਿੱਚ। ਡਾਕਟਰ ਸਾਹਿਬ, ਕੁਝ ਹੋਰ ਮੈਂ ਪੁੱਛਣ ਦਾ ਯਤਨ ਤਾਂ ਸਾਰਾ ਕੁਝ ਕੀਤਾ, ਤੁਹਾਡੇ ਦਿਮਾਗ 'ਚ ਹੋਵੇ ਕੋਈ, ਤੁਸੀਂ ਅੱਜ ਇੱਕ ਆਪਣੀ ਕੈਂਪੇਨ ਦੇ ਤੌਰ ਤੇ ਇੱਕ ਭਾਈਚਾਰੇ ਨਾਲ ਵੀ ਰੂਬਰੂ ਹੋ ਰਹੇ ਹੋ, ਜਿਹੜੀ ਤੁਸੀਂ ਇਤਿਹਾਸ ਦੀ ਗੱਲ ਦੱਸੀ ਵੀ ਪਾਰਟੀ ਕਿਹੜੀ ਅੱਜ ਤੋਂ 125 ਵਰ੍ਹੇ ਪਹਿਲਾਂ ਕੀ ਹੁੰਦਾ ਰਿਹਾ ਲਿਬਰਲ ਦੀ ਕਨਵੈਨਸ਼ਨ ਦੇ ਵਿੱਚ, ਡਿਸਆਨੈਸਟ ਤੱਕ ਇਹ ਕਿਹਾ ਗਿਆ ਲੋਕਾਂ ਨੂੰ, ਤੇ ਖਾਸ ਇਹ ਕਿਹਾ ਗਿਆ ਕਿ ਡਰੈਸ ਅਪ ਨਹੀਂ ਇਹ ਪ੍ਰੋਪਰ ਹੁੰਦੇ, ਇਹ ਇੱਥੇ ਸੈੱਟ ਨਹੀਂ। ਦੋਨੇ ਪਾਰਟੀਆਂ ਨੇ, ਲਿਬਰਲ ਨੇ ਇੱਕ ਗੱਲ ਆਪਣੇ ਕਨਵੈਨਸ਼ਨ ਤੇ ਕੀਤੀ, ਵਿਕਟੋਰੀਆ ਦੇ ਵਿੱਚ ਜਦ ਹਾਊਸ ਦੇ ਵਿੱਚ ਇੱਕ ਧਿਰ ਕੰਜ਼ਰਵੇਟਰ ਤੇ ਲਿਬਰਲ ਨੇ, ਮੇਰੇ ਕੋਲ ਆਰਕਾਈਵਜ਼ ਦੇ ਪੇਪਰ ਵਰਕ ਮੈਂ ਮੰਗਾਉਣਾ ਚਾਹੁੰਦਾ, ਛੇਤੀ ਆਜੂ, ਕੋਈ ਸਮਾਂ ਲੱਗ ਗਿਆ, ਜਿਹਦੇ ਵਿੱਚ ਐਡਵਰਟਾਈਜ਼ਮੈਂਟ ਹੁੰਦੀ ਰਹੀ ਵੀ ਇਹਨਾਂ ਨੂੰ ਅਸੀਂ ਏਸ਼ੀਅਨ ਲੋਕਾਂ ਨੂੰ ਅਸੀਂ ਸਿਟੀਜ਼ਨ ਨਹੀਂ ਦਵਾਂਗੇ, ਸਾਨੂੰ ਜਿਤਾ ਦਿਓ। ਇਹ ਵੀ ਐਡਵਰਟਾਈਜ਼ਮੈਂਟ ਹੁੰਦੀ ਰਹੀ। ਮੈਂ ਉਹ ਕਿਉਂਕਿ ਸਬੂਤ ਦੇ ਨਾਲ ਦੱਸਣਾ ਚਾਹੁੰਦਾ ਸੀ ਤੇ ਉਹਦੀ ਮੈਂ ਵੇਟ ਕਰ ਰਿਹਾ। ਤੇ ਤੁਸੀਂ ਕੁਝ ਹੋਰ ਤੁਹਾਡੇ ਦਿਮਾਗ ਦੇ ਵਿੱਚ ਹੋਵੇ, ਤੁਸੀਂ ਗੱਲ ਭਾਈਚਾਰੇ ਨਾਲ ਕਰਨੀ ਹੋਵੇ, ਤੁਹਾਡੇ ਕੋਲ 5 ਮਿੰਟ ਹੋਰ ਨੇ ਤੁਹਾਡੇ। ਜੀ ਗੱਲ ਸਾਹਿਬ, ਪਹਿਲੀ ਗੱਲ ਜਿਹੜੀ ਤੁਸੀਂ ਕੀਤੀ ਮੈਂ ਉਹਦੇ 'ਚ ਜਿਹੜੀ ਐਡ ਕਰਨਾ ਚਾਹੁੰਦਾ, ਜਿਹੜੇ ਜੇ ਆਪਾਂ ਇਤਿਹਾਸ ਨੂੰ ਹੀ ਪਿੱਛੇ ਜਾਣਾ ਹੋਵੇ ਤਾਂ ਉਹਦੇ ਵਿੱਚ ਜਿਹੜੀਆਂ ਹੈਗੀਆਂ ਜਿਹੜੀਆਂ ਐਡਸ ਛਪਦੀਆਂ ਸੀਗੀਆਂ ਉਸ ਵੇਲੇ, ਤੁਹਾਨੂੰ ਪਤਾ ਜਿਹੜੇ ਪੋਸਟਰ ਬਣਦੇ ਹੁੰਦੇ ਸੀਗੇ ਚੋਣਾਂ ਦੇ ਵਿੱਚ, ਹੁਣ ਤਾਂ ਸਮਾਂ ਬਦਲ ਗਿਆ, ਸੋਸ਼ਲ ਮੀਡੀਆ ਆ ਗਿਆ। ਉਹਦੇ 'ਚ ਇਹ ਸੱਚ ਹੈ ਜੀ ਕਿ ਜਿਹੜੀਆਂ ਹੈਗੀਆਂ ਜਿਹੜੀ ਕੰਜ਼ਰਵੇਟਿਵ ਪਾਰਟੀ ਜਿਹੜੀ ਉਸ ਵੇਲੇ ਸਮਝਦੀ ਹੁੰਦੀ ਸੀ ਤੇ ਲਿਬਰਲ ਪਾਰਟੀ ਜਿਹੜੀ ਹੁੰਦੀ ਸੀ, ਉਹਦੇ ਵੱਲੋਂ ਜਿਹੜਾ ਹੈਗਾ ਇਸ਼ਤਿਹਾਰ ਦੇ ਵਿੱਚ ਲਿਖਿਆ ਜਾਂਦਾ ਸੀ ਪਲੇਟਫਾਰਮ ਦੇ ਵਿੱਚ ਕਿ ਅਸੀਂ ਜਿਹੜੇ ਏਸ਼ੀਅਨ ਲੋਕਾਂ ਨੂੰ ਸਿਟੀਜ਼ਨਸ਼ਿਪ ਦੇਣ ਦੇ ਖਿਲਾਫ ਆ, ਇਸ ਕਰਕੇ ਸਾਨੂੰ ਵੋਟ ਪਾਓ। ਉਹਦੇ ਉਲਟ ਜਿਹੜਾ CCF ਜਿਹੜੀ ਹੈਗੀ ਹੈ NDP ਦੀ ਪ੍ਰੀਵੀਅਸ ਪਾਰਟੀ ਹੈ, ਉਹ ਇਹ ਵਾਅਦਾ ਕਰਦੀ ਸੀ ਕਿ ਨਹੀਂ ਅਸੀਂ ਇਹਨਾਂ ਨੂੰ ਸਿਟੀਜ਼ਨਸ਼ਿਪ ਦੇਣ ਦੇ ਹੱਕ 'ਚ, ਇਸ ਕਰਕੇ ਚੋਣਾਂ ਬੜੀਆਂ ਹਰੀਆਂ ਉਹਨਾਂ ਦੇ ਨਾਲ, ਪਰ ਉਹ ਪਿੱਛੇ ਨਹੀਂ ਹਟੇ। ਇਸੇ ਤਰੀਕੇ ਨਾਲ ਜਿਹੜੀ ਆਪਾਂ ਵਿੱਚ ਦੀ ਗੱਲ ਆਪਣੀ ਹੋਈ ਸੀ, ਥੋੜੀ ਜ਼ਿਕਰ ਹੋਇਆ ਸੀਗਾ, ਆਪਾਂ ਜੇ ਹੈਲਥ ਕੇਅਰ ਦੀ ਗੱਲ ਕਰੀਏ, ਹੈਲਥ ਕੇਅਰ ਜਿਹੜਾ ਹੈਗਾ ਜੀ ਕੈਨੇਡਾ ਦੇ ਵਿੱਚ ਜਿਹੜੀ ਖਾਸ ਕਰਕੇ ਸੂਬੇ ਲੈਵਲ ਦੇ ਉੱਤੇ ਜਿਹੜੀ ਸਭ ਤੋਂ ਵੱਡੀ ਪਬਲਿਕ ਪਾਲਿਸੀ ਹੈਗੀ ਹੈ, ਜਿਹੜੀ ਸਰਕਾਰ ਦਾ ਮਹਿਕਮਾ ਕੋਈ, ਉਹ ਹੈਲਥ ਕੇਅਰ ਹੈ ਜੀ। ਔਰ ਉਸ ਹੈਲਥ ਕੇਅਰ ਨੂੰ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਲਾਗੂ ਕਰਨ ਵਾਲੀ ਜਿਹੜੀ ਪਾਰਟੀ ਹੈ, ਮੈਨੂੰ ਇਸ ਗੱਲ ਦਾ ਫਕਰ ਹੈ, ਉਹ BC NDP ਹੈ ਜੀ। ਉਹ ਸਾਡੇ ਜਿਹੜੇ ਲੀਡਰ ਹੁੰਦੇ ਸੀ ਸਸਕੈਚੁਅਨ ਦੇ ਵਿੱਚ ਟੌਮੀ ਡਗਲਸ, ਉਹਨਾਂ ਨੇ ਜਿਹੜਾ ਇਹ ਸੁਪਨਾ ਲਿਆ ਸੀ ਜੀ। ਉਹਨਾਂ ਨੇ ਸੁਪਨਾ ਲੈ ਕੇ 3 ਵਾਰੀ ਮੇਰੇ ਖਿਆਲ ਦੇ ਵਿੱਚੋਂ ਚੋਣ ਵੀ ਹਰੇ ਇਸ ਸੁਪਨੇ ਦੇ ਉੱਤੇ ਕਿ ਮੈਂ ਆਹ ਕਰਨਾ, ਉਹਨੂੰ ਚੋਣ ਹਰੇ ਸੀ। ਔਰ ਉਹ ਇੱਥੋਂ ਤੱਕ ਵੀ ਹੋਇਆ ਸੀਗਾ ਕਿ ਡਾਕਟਰਾਂ ਨੇ ਕਹਿਤਾ ਸੀ ਵੀ ਜੇ ਇਹ ਬੰਦਾ ਜਿੱਤ ਗਿਆ ਅਸੀਂ ਸਾਰੇ ਇੱਥੋਂ ਛੱਡ ਕੇ ਭਾਜਾਂਗੇ ਸੂਬਾ। ਇਹ ਸੱਚ ਹੈ ਜੀ। ਲੇਕਿਨ ਉਹ ਚੋਣ ਜਿੱਤਿਆ, 3 ਚੋਣਾਂ ਤੋਂ ਬਾਅਦ ਜਿਹੜਾ ਟੌਮੀ ਡਗਲਸ ਚੋਣ ਜਿੱਤਿਆ ਸੀ। ਔਰ ਉਸ ਨੇ ਉਸ ਵੇਲੇ ਜਿਹੜਾ ਇੱਕ ਵੱਡਾ ਜਿਹੜਾ ਜਹਾਜ਼ ਲੈ ਕੇ ਇੱਥੋਂ ਇੰਗਲੈਂਡ ਹੋ ਗਿਆ ਸੀ, ਖੁਦ ਉੱਥੋਂ ਜਾ ਕੇ ਡਾਕਟਰ ਭਰਤੀ ਕਰਕੇ ਉਹਨੇ ਲੈ ਕੇ ਆਉਂਦੇ ਸੀ ਤੇ ਉਹਨੇ ਸਿਸਟਮ ਲਾਗੂ ਕੀਤਾ ਸਸਕੈਚੁਅਨ ਦੇ ਵਿੱਚ, ਜਿਹਦੇ ਵਿੱਚ ਬੇਸਿਕਲੀ ਹੈਗਾ ਕਿ ਹਰ ਇੱਕ ਬੰਦੇ ਨੂੰ ਜਿਹੜਾ ਹੈਲਥ ਕੇਅਰ ਹੈ, ਜਿਹੜੀ ਸਿਹਤ ਸੇਵਾਵਾਂ ਨੇ, ਉਹਦੀ ਲੋੜ ਮੁਤਾਬਕ ਮਿਲਣ, ਉਹਦੀ ਬਿਮਾਰੀ ਕਿਹੜੀ ਹੈ, ਨਾ ਕਿ ਉਹਦੀ ਜੇਬ 'ਚ ਪੈਸੇ ਕਿੰਨੇ ਹੈ, ਉਹਦੇ ਮੁਤਾਬਕ ਮਿਲਣ। ਇਹ ਸਿਸਟਮ ਜਿਹੜਾ ਯੂਨੀਵਰਸਲ ਹੈਲਥ ਕੇਅਰ ਸਿਸਟਮ ਕਹਿੰਦੇ, ਉਹਨੇ ਲਾਗੂ ਕੀਤਾ ਸੀ। ਚੰਗਾ ਲੱਗਿਆ ਲੋਕਾਂ ਨੂੰ ਉੱਥੋਂ ਦਿਆਂ ਨੂੰ। ਉਸ ਤੋਂ ਬਾਅਦ ਉਹ ਦੂਜੇ ਸੂਬੇ 'ਚ ਗਿਆ, ਫਿਰ ਉਹ ਤੀਜੇ ਸੂਬੇ 'ਚ ਗਿਆ। ਉਹ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਇਹ ਪਾਲਿਸੀ ਅਲਟੀਮੇਟਲੀ ਲਾਗੂ ਹੋਈ। ਔਰ ਉਸ ਤੋਂ ਬਾਅਦ ਜਿਹੜੀ ਗਵਰਨਮੈਂਟ ਆਫ ਕੈਨੇਡਾ ਨੂੰ ਲਿਬਰਲ ਪਾਰਟੀ ਜਿਹੜੀ ਕੈਨੇਡੀਅਨ ਹੈਗੀ ਹੈ, ਉਹਨਾਂ ਨੂੰ ਜਿਹੜਾ ਨੈਸ਼ਨਲ ਐਕਟ ਵੀ ਇਹਦੇ ਤੇ ਬਣਾਉਣਾ ਪਿਆ। ਸੋ ਇਹ ਜਿਹੜੀ ਹੈਲਥ ਕੇਅਰ ਦੀ ਹਿਸਟਰੀ ਜਿਹਨੂੰ ਆਪਾਂ ਅੱਜ ਇੰਜੋਏ ਕਰਦੇ ਹਾਂ। ਮੈਂ ਆਖਰ ਦੇ ਵਿੱਚ ਗੱਲ ਸਾਹਿਬ ਇੰਨੀ ਗੱਲ ਹੀ ਕਹਿਣਾ ਚਾਹੁੰਦਾ ਕਿ ਮੈਨੂੰ ਜਗਰੂਪ ਬਰਾੜ ਨੂੰ ਜਿਹੜਾ ਸਰੀ ਦੇ ਲੋਕਾਂ ਨੇ ਬਹੁਤ ਵੱਡਾ ਮਾਣ ਸਨਮਾਨ ਸਤਿਕਾਰ ਦਿੱਤਾ, 3-4 ਵਾਰੀ ਆਪਣਾ ਨੁਮਾਇੰਦਾ ਚੁਣ ਕੇ। ਮੈਂ ਹਮੇਸ਼ਾ ਹੀ ਜਿਹੜਾ ਪ੍ਰਿੰਸੀਪਲ ਬੇਸ ਜਿਹੜੀ ਸਿਆਸਤ ਕੀਤੀ ਹੈ ਔਰ ਦਲੇਰੀ ਨਾਲ ਕੀਤੀ ਹੈ, ਅੰਦਰ ਜਾ ਕੇ ਲੜਾਈ ਕੀਤੀ ਹੈ, ਚਾਹੇ ਉਹ ਵਿਰੋਧੀ ਧਿਰ ਹੋਵੇ ਜਾਂ ਸਰਕਾਰ ਹੋਵੇ,
ਲੋਕਾਂ ਦੇ ਮਸਲਿਆਂ ਤੇ ਕੀਤੀ ਹੈ। ਤੇ ਮੈਂ ਇਹੀ ਲੋਕਾਂ ਦੇ ਨਾਲ ਵਚਨਬੱਧਤਾ ਕਹਿਣਾ ਕਿ ਜਿਹੜੇ ਤਾਂ ਅਸੀਂ 5 ਵਾਅਦੇ ਕੀਤੇ ਆ, ਮੈਂ ਉਹਦੇ ਤੇ ਪਹਿਰਾ ਦੇਵਾਂਗਾ ਕਿ ਤਾਂ ਉਹ 5 ਵਾਅਦੇ ਜਿਹੜੇ ਉਹ ਪੂਰੇ ਕਰਵਾਏ ਜਾਣ, ਕਿਉਂਕਿ ਇਸ ਵੇਲੇ ਸਰੀ ਦੇ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਇਹ ਵਾਅਦੇ ਜਿਹੜੇ ਹੈਗੇ ਆ ਉਹਦੇ ਤੇ ਵੀ ਕਿੰਤੂ ਪਰੰਤੂ ਕਾਫੀ ਕੁਝ ਹੋਇਆ। ਪਰ ਮੈਂ ਵਚਨਬੱਧਤਾ ਜਿਹੜੀ ਖੁਦ ਇੱਕ ਜਿਹੜਾ ਫਰੀਦਕੋਟ ਤੋਂ ਇੱਕ ਕੈਂਡੀਡੇਟ ਦੇ ਤੌਰ ਤੇ ਦਿੰਦਾ, ਸਾਡੀ ਟੀਮ ਦਾ ਵੀ ਇਹੀ ਵਚਨਬੱਧਤਾ ਹੋਏਗੀ ਕਿ ਜੇ ਮੈਨੂੰ ਨੁਮਾਇੰਦਾ ਚੁਣਿਆ ਜਾਂਦਾ 24 ਤਰੀਕ ਨੂੰ ਲੋਕਾਂ ਵੱਲੋਂ, ਜਿਹੜੇ ਵੀ 5 ਵਾਅਦੇ ਨੇ, ਹਸਪਤਾਲ ਬਣਾਉਣ ਦਾ, ਸਕਾਈ ਟ੍ਰੇਨ ਨੂੰ ਐਕਸਟੈਂਡ ਕਰਨ ਦਾ, ਮੈਡੀਕਲ ਸਕੂਲ ਬਣਾਉਣ ਦਾ, ਪਟੋਲੋ ਬ੍ਰਿਜ ਬਣਾਉਣ ਦਾ ਜਿਹੜਾ ਹੈਗਾ, ਇਹ ਜਿਹੜੇ ਸਾਰੇ ਵਾਅਦੇ ਨੇ ਜੀ, ਇਹਨਾਂ ਨੂੰ ਪੂਰੇ ਕਰਵਾਉਣ ਵਾਸਤੇ ਮੈਂ ਦਿਨ ਰਾਤ ਇੱਕ ਕਰਕੇ ਜਿਹੜਾ ਹੈਗਾ ਉਹ ਕੰਮ ਕਰੂੰਗਾ। ਔਰ ਉਹਦੇ ਨਾਲ ਮੇਰੇ ਦਰਵਾਜ਼ੇ ਗਿੱਲ ਸਾਹਿਬ ਹਮੇਸ਼ਾ ਹੀ ਲੋਕਾਂ ਲਈ ਖੁੱਲੇ ਹੁੰਦੇ ਆ। ਜਿਹੜਾ ਮੇਰਾ ਸੈੱਲ ਫੋਨ ਮੇਰੇ ਖਾਤੇ ਤੇ ਸ਼ਹਿਰ ਦੇ ਕੋਲੇ ਹੋਣਾ, ਮੈਂ ਤੁਹਾਨੂੰ ਹਮੇਸ਼ਾ ਹੀ ਅਵੇਲੇਬਲ ਹਾਂ, ਐਕਸੈਸਿਬਲ ਹਾਂ। ਤੁਹਾਡਾ ਕੋਈ ਕੰਮ ਹੋਵੇ ਜਿਹੜਾ ਮੇਰੇ ਕਰਨ ਵਾਲਾ, ਮੈਂ ਉਹ ਵੀ ਕਰੂੰਗਾ। ਜਿਹੜਾ ਕਿਸੇ ਹੋਰ ਮਹਿਕਮੇ ਦੇ, ਹੋਰ ਜਿਹੜਾ ਸਰਕਾਰ ਦੇ ਕਰਨ ਵਾਲਾ, ਮੈਂ ਉਹਨਾਂ ਤੱਕ ਵੀ, ਜੇ ਸ਼ਹਿਰ ਦਾ ਕੋਈ ਕੰਮ ਹੈ ਜਾਂ ਮੈਂਬਰ ਆਫ ਪਾਰਲੀਮੈਂਟ ਦਾ ਕੰਮ ਹੈ, ਮੈਂ ਉਹਨਾਂ ਤੱਕ ਵੀ ਜਿਹੜਾ ਲੋਕਾਂ ਵਾਸਤੇ ਪਹੁੰਚ ਕਰਕੇ ਉਹਨਾਂ ਨਾਲ ਕਨੈਕਟ ਕਰਦਾ। ਮੈਂ ਹਮੇਸ਼ਾ ਹੀ ਲੋਕਾਂ ਦੇ ਲਈ ਮੇਰੇ ਦਰਵਾਜ਼ੇ ਖੁੱਲੇ ਰਹਿਣਗੇ ਜੀ, ਔਰ ਖੁੱਲੇ ਰਹੇ ਨੇ ਔਰ ਗਾਹ ਨੂੰ ਵੀ ਰਹਿਣਗੇ। ਸੋ ਇਹ ਕਹਿੰਦਾ ਹੋਇਆ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ 24 ਤਰੀਕ ਨੂੰ ਜਿਹੜਾ ਮੈਨੂੰ ਜਿਹੜਾ ਹੈਗਾ ਉਹ ਜੇ ਸਪੋਰਟ ਕਰਨ ਤਾਂ ਜਿਹੜਾ ਹੈਗਾ ਉਹਦੇ ਵਾਸਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਜੀ। ਬਿਲਕੁਲ ਜੀ, ਤੁਹਾਡਾ ਆਪਣਾ ਸਮਾਂ ਸੀ, ਤੁਸੀਂ ਸੈੱਟ ਕੀਤਾ ਹੀ, ਤੁਸੀਂ ਗੱਲ ਕੀਤੀ, ਪਰ ਤੁਸੀਂ ਔਨ ਰੈਕਰਡ ਜਿਹੜੀਆਂ ਗੱਲਾਂ ਕਹਿ ਕੇ ਗਏ ਹੋ, ਕੱਲ ਨੂੰ ਸਰਕਾਰ ਬਣਦੀ ਹੈ, ਤੁਸੀਂ MLA ਬਣਦੇ ਹੋ, ਤੁਹਾਨੂੰ ਤਰੱਕੀ ਮਿਲਦੀ ਹੈ, ਕੈਬਨਿਟ ਮਿਨਿਸਟਰ ਬਣਦੇ ਹੋ, ਵਾਅਦਿਆਂ ਤੇ ਤੁਹਾਨੂੰ ਪੂਰਾ ਕਰਨ ਦੇ ਲਈ ਇਸੇ ਪ੍ਰੋਗਰਾਮ 'ਚ ਆ ਕੇ ਸਵਾਲ ਪੁੱਛੇ ਜਾਣਗੇ, ਯਾਦ ਰੱਖਿਓ। ਬਿਲਕੁਲ ਗਿੱਲ ਸਾਹਿਬ, ਤੁਹਾਨੂੰ ਪੁੱਛਣੇ ਵੀ ਚਾਹੀਦੇ ਆ, ਲੋਕਾਂ ਨੂੰ ਇਹ ਸਵਾਲ ਪੁੱਛਣੇ ਚਾਹੀਦੇ ਆ, ਕਿਉਂਕਿ ਇਹੀ ਜਿਹੜਾ ਸਾਡਾ ਜਿਹੜਾ ਇੱਥੋਂ ਦਾ ਡੈਮੋਕ੍ਰੈਟਿਕ ਸਿਸਟਮ ਹੈ ਉਹਦੀ ਖੂਬਸੂਰਤੀ ਹੈ। ਜਿਹੜੀ ਲੋਕ ਜਿਹੜੇ ਹੈਗੇ ਤੁਹਾਡੀ ਅਕਾਊਂਟੇਬਿਲਿਟੀ ਹਮੇਸ਼ਾ ਹੀ ਮੰਗਦੇ ਆ, ਔਰ ਸਿਆਸਤਦਾਨਾਂ ਨੂੰ ਅਕਾਊਂਟੇਬਲ ਹਮੇਸ਼ਾ ਹੋਣਾ ਚਾਹੀਦਾ। ਪਰ ਇਹ ਸਾਰੀ ਗੱਲ ਸਾਨੂੰ ਜਿਹੜੀ ਇੱਕ ਸਤਿਕਾਰ ਦੇ ਵਿੱਚ ਰਹਿ ਕੇ, ਜਿਹੜੀ ਇੱਕ ਸੰਜਮ ਦੇ ਵਿੱਚ ਰਹਿ ਕੇ ਹਮੇਸ਼ਾ ਕਰਨੀ ਚਾਹੀਦੀ, ਦੋਨੇ ਤਰ੍ਹਾਂ ਤੋਂ। ਤੇ ਮੈਂ ਉਹਦੇ ਲਈ ਵਚਨਬੱਧ ਹਾਂ। ਧੰਨਵਾਦ ਤੇ ਸ਼ੁਭ ਸ਼ਾਮ। ਬਹੁਤ ਮਿਹਰਬਾਨੀ ਗਿੱਲ ਸਾਹਿਬ, ਤੁਹਾਡੀ ਤੇ ਤੁਹਾਡੇ ਸਰੋਤਿਆਂ ਦੇ ਸ਼ੁਕਰੀਆ। ਜਗਰੂਪ ਸਿੰਘ ਬਰਾੜ ਗੱਲਬਾਤ ਕਰ ਰਹੇ ਸੀ ਫਰੀਦਕੋਟ ਤੋਂ, NDP ਦੇ ਉਮੀਦਵਾਰ ਨੇ। ਕੱਲ ਨੂੰ ਵੋਟਾਂ ਪੈਣੀਆਂ ਨੇ, ਉਹਨਾਂ ਦੀਆਂ ਗੱਲਾਂ ਤੁਸੀਂ ਸੁਣੀਆਂ। ਜਿਹੜਾ ਕੁਛ ਇੱਥੇ ਹੁੰਦਾ ਰਿਹਾ 100-125 ਸਾਲ ਪਹਿਲਾਂ, ਉਹ ਤੁਸੀਂ ਗੱਲਾਂ ਸੁਣ ਕੇ ਹਟੇ ਹੋ। ਵਪਾਰਕ ਸੰਦੇਸ਼ ਆ ਕੇ ਫਿਰ ਪਿੰਡ ਦੀ ਇਲੈਕਸ਼ਨ ਕਹਿੰਦੇ ਸੀ, ਉਮੀਦਵਾਰ ਨੂੰ ਉਮੀਦਵਾਰ ਕਹਿੰਦੇ ਸੀ, ਉਹਨਾਂ ਦੀ ਗੱਲ ਕਰਦੇ ਹਾਂ। ਪੰਜਾਬ ਦੇ ਪਿੰਡਾਂ ਦੀਆਂ ਵੋਟਾਂ ਜਿਹੜੀਆਂ ਹੁੰਦੀਆਂ ਨਾ, ਇੱਕ ਦਿਨ ਪਹਿਲਾਂ ਉਹਦੀ ਤਿਆਰੀ ਬਹੁਤ ਹੁੰਦੀ ਸੀ। ਇੱਕ ਰਾਤ ਪਹਿਲਾਂ ਤਾਂ ਪਰਚੀਆਂ ਵੰਡਦੇ ਘਰ ਘਰ ਜਾ ਕੇ। ਪਰਚੀਆਂ ਕੁਝ ਨਹੀਂ ਸੀ ਹੁੰਦੀਆਂ, ਪਰਚੀਆਂ ਲਿਸਟ, ਜਿਹੜੀ ਲਿਸਟ ਕਹਿੰਦੇ ਸੀ ਜਿਹਨੂੰ, ਉਹ ਲਿਸਟ ਹੁੰਦੀ ਤੇ ਉਈਓ ਹੀ ਜਿਹੜੀਆਂ ਦਾਨ ਪਾਤਰ ਵਾਲੀਆਂ ਪਰਚੀਆਂ ਜਿਹੀਆਂ ਹੁੰਦੀਆਂ, ਪਾਰਟੀ ਦਾ ਨਾਮ ਲਿਖਿਆ ਹੁੰਦਾ, ਕਾਂਗਰਸ ਪਾਰਟੀ ਪਿੰਡ ਫਲਾਣਾ, ਅਕਾਲੀ ਪਾਰਟੀ ਪਿੰਡ ਫਲਾਣਾ। ਉਹ ਇੱਕ ਘਰ ਦੇ ਵਿੱਚ ਪਰਚੀਆਂ ਫੜਾਉਂਦੇ, ਤੇ ਉਹ ਪਰਚੀਆਂ ਕਾਹਦੀਆਂ ਸੀ, ਵੋਟਾਂ ਨੂੰ, ਮਤਲਬ ਇੱਥੇ ਜਿਹੜੀ ਡੋਰ ਨੌਕਿੰਗ ਆ ਉੱਥੇ ਇੱਕ ਦਿਨ ਪਹਿਲਾਂ ਹੁੰਦੀ। ਉੱਥੇ ਫਿਰ ਉਹ ਗੱਲ ਪੁੱਛਦੇ ਵੀ ਕਿਵੇਂ ਆ, ਆਪਣੇ ਪੱਕੀ ਆ, ਫਲਾਣੀ ਪੱਕੀ ਆ। ਦੋਨੇ ਪਾਰਟੀਆਂ ਦੀਆਂ ਪਰਚੀਆਂ ਫੜ ਲੈਂਦੇ, ਨਾਲੇ ਝੰਡੇ ਲੱਗੇ ਹੁੰਦੇ ਘਰਾਂ ਤੇ ਵੀ ਕਿਸੇ ਨੇ ਅਕਾਲੀ, ਕੋਈ ਕਾਂਗਰਸੀ, ਪਰ ਦੋਨੇ ਪਾਰਟੀਆਂ ਫੜਾਉਣ ਆਉਂਦੇ। ਕੁੰਡਾ ਖੜਕਾ ਕੇ ਹਾਕ ਮਾਰਦੇ ਬੰਦੇ ਦਾ, ਕਰਨਾ ਲੋ, ਹਾਂ ਹੋ ਕੌਣ ਹੈ, ਆ ਯਾਰ ਉਹਦੇ ਨੂੰ ਮਾੜਾ ਜਿਹਾ। ਸਰਾਰੇ ਚ ਹੁੰਦੇ ਬਹੁਤ, ਕਈ ਮੁੜ ਮੁੜ ਕੇ ਨੱਕੇ ਸਾਫ਼ ਕਰੀ ਜਾਂਦੇ, ਕਈ ਨੱਕ ਤੇ ਖਾਜ ਕਰਦੇ, ਕਈ ਤਿਆਰੀ ਚ ਹੁੰਦੇ, ਦੋ ਪਿੱਛੇ ਹੁੰਦੇ, ਦੋ ਮੂੰਹ ਨੂੰ ਹੁੰਦੇ, ਕੋਈ ਖਿੜਖਿੜ ਕਰਦਾ, ਕੋਈ ਕੁਛ ਕਰਦਾ। ਆ ਪਰਚੀਆਂ ਦੇਣ ਆਏ ਸੀ, ਦੇ ਜੋ ਕਿੰਨੇ ਭਲਾ ਕਿੰਨੀਆਂ ਵੋਟਾਂ, ਆਪਣੀਆਂ ਵੋਟਾਂ ਤੁਸੀਂ ਦੇਖੋ ਲਿਸਟ ਤੇ, ਮੈਨੂੰ ਕੀ ਪਤਾ, ਲਿਸਟ ਚੈੱਕ ਕਰੋ। ਵੋਟਾਂ ਤੁਹਾਡੀਆਂ 6 ਨੇ, 6 ਨਹੀਂ ਹੈਗੀਆਂ, ਹੜ ਲੱਗਣ ਲੈਣ ਦੇ ਮੈਨੂੰ। ਫਿਰ ਦਰਾਂ ਚ ਕੱਢ ਕੇ ਲਾਰੇਦਾਰ ਗਿਣਦਾ, ਮੈਂ ਹੋ ਗਿਆ, ਜਵਾਕਾਂ ਦੀ ਮਾਂ ਹੋ ਗਈ, ਧੀਰਾ ਹੋ ਗਿਆ, ਕਾਲਾ ਹੋ ਗਿਆ, ਚੰਨੀ ਹੋ ਗਿਆ, 5 ਹੋ ਗਏ, 5 ਨੇ ਭਾਈ। 6ਵੀਂ ਵੋਟ ਤਾਂ ਹੈ ਨਹੀਂ। ਰਾਮੂ, ਉਹ ਰਾਮੂ ਦੀ, ਅੱਛਾ ਰਾਮੂ ਤਾਂ ਚਲੇ ਗਿਆ ਬਿਹਾਰ, ਰਾਮੂ ਨਹੀਂ ਹੈਗਾ ਹੁਣ, 5 ਹੀ ਨੇ। ਤੂੰ ਰੱਖ ਲੈ ਰਾਮੂ ਦੀ ਜਗ੍ਹਾ ਕੋਈ ਹੋਰ ਲੈ ਕੇ, ਐ ਕਿਵੇਂ ਪਾ ਦੇਈਏ ਯਾਰ, ਐ ਕਿਵੇਂ ਪੈ ਜੂਗੀ, ਉਹ ਪੈ ਜੂਗੀ, ਅਸੀਂ ਪਵਾਵਾਂਗੇ ਯਾਰ, ਤੂੰ ਰਾਮੂ ਵਾਲੀ ਵੀ ਪਰਚੀ ਰੱਖ। ਪਰਚੀਆਂ ਦਾ ਬਹੁਤ ਟਿਕੀ ਰਾਤ ਤੱਕ, ਕਿਉਂਕਿ ਸਰਕਾਰੀ ਰਾਸ਼ਨ ਹੁੰਦਾ ਪਾਰਟੀਆਂ ਦਾ। ਫਿਰ ਉਹ ਪਰਚੀਆਂ ਵੰਡਦੇ ਫਿਰਦੇ, ਘਰੇ ਬੁੜੀਆਂ ਨਾਲ ਸੌਂਦੀ ਆ, ਬੰਦੇ ਪਰਚੀਆਂ ਵੰਡਣ ਗਏ ਹੋਏ ਨੇ। ਜਿਹੜੀਆਂ ਪਿੰਡ 'ਚ ਆਗੂ ਲਾਣਾ ਹੁੰਦਾ, ਉਹਨਾਂ ਦੀਆਂ ਤਾਂ ਲੜੇਦਾਰ ਦੀਆਂ ਵੀ ਸਰਪੰਚੀ ਬਰਾਬਰ ਲੜਦੀਆਂ। ਉਹ ਬੁੜੀਆਂ ਨੂੰ ਬਿਠਾ ਕੇ ਰੱਖਦੀਆਂ, ਬੈਠੋ, ਫਿਰ ਉਹ ਬਹਿ ਕੇ ਗੱਲਾਂ ਕਰਦੀਆਂ, ਆਪਾਂ ਵੀ ਚੱਲੀਏ ਘਰੋਂ ਘਰੀ, ਆਪਾਂ ਵੀ ਚੱਲਦੇ ਹਾਂ, ਨੇੜੇ ਤੇੜੇ ਦੇ ਘਰਾਂ 'ਚ ਉਹ ਵੀ ਜਾਂਦੀਆਂ। ਫਿਰ
ਅਲੱਗ-ਅਲੱਗ ਪਿੰਡਾਂ 'ਚ ਅਲੱਗ-ਅਲੱਗ ਜਿੱਥੇ ਪਾਰਟੀ ਲੱਲੇ ਨਾਲ ਹੀ ਕਹਿੰਦੇ, ਇੱਥੇ ਵਾਲੀ ਪਾਰਟੀ ਜਿਹੜੀ ਐਤਕੀ ਘੱਟ ਹੋਈ ਆ ਵੋਟਾਂ 'ਚ, ਤੇ ਉੱਥੇ ਵਾਲੀ ਪਾਰਟੀ ਵੀ ਇੱਕੋ ਹੀ ਪਾਰਟੀ ਬਾਜੀ ਕਹਿੰਦੇ ਉਹਨੂੰ। ਪਾਰਟੀ ਬਾਜੀ ਬਹੁਤ ਹੈ, ਫਲਾਣੇ ਪਿੰਡ 'ਚ ਪੁਲਿਸ ਆਊਗੀ, ਤੂੰ ਯਾਦ ਰੱਖੀ। ਦੂਜੇ ਪਿੰਡ ਦੀਆਂ ਗੱਲਾਂ ਕਰਦੇ। ਅਸਲਾ ਦਾ ਕਹਿੰਦੇ ਜਮਾ ਕਰਾ ਲਿਆ ਥਾਣੇ, ਨਹੀਂ ਸਾਰਾ ਨਹੀਂ ਕਰਾਇਆ, ਹਲੇ ਵੀ ਅਸਲਾ ਪਿਆ ਫਲਾਣੇ ਬੰਦਿਆਂ ਦੇ ਕੋਲ। ਬੰਦੇ ਜਾਂ ਕਈ ਵਾਰ ਗੱਲ ਕਰਦੇ ਨਾ, ਜਦ ਇੱਕ ਗਰਦਨ ਘੁਮਾ ਕੇ ਨਾਲ ਸੱਜੀ ਜਿਹੜੀ ਪਿੱਠਣ ਵੀ ਚੱਕਦੇ, ਨਾਲ ਸੇਲੀ ਚੱਕਦੇ, ਤੈਨੂੰ ਕੀ ਪਤਾ ਹੈ ਫਲਾਣੇ ਜਗ੍ਹਾ ਆ ਗੱਲ ਹੋਈ ਹੈ, ਉੱਥੇ ਅਸਲਾ ਆਮ ਹੈ ਬਹੁਤ, ਫਿਰ ਤਾਂ ਔਖਾ ਹੋ ਜੂ ਯਾਰ। ਲੜਾਈ ਵੀ ਹੁੰਦੀ, ਕਈ ਪਿੰਡਾਂ 'ਚ ਲੜਾਈਆਂ ਵੀ ਹੁੰਦੀ। ਸਿੰਗੜੀ ਸ਼ੇਰ ਜਿਨ੍ਹਾਂ ਨੂੰ ਐ ਹੁੰਦਾ ਵੀ ਅੱਜ ਹੁਣ ਤੋਰੀ ਫੁਲਕਾ ਮੁੱਕ ਗਿਆ, ਡਾਂਗ ਤੇ ਡੇਰਾ ਜਿਨ੍ਹਾਂ ਦਾ ਹੁੰਦਾ, ਉਹ ਕਹਿੰਦੇ ਵੀ ਅੱਜ ਹੀ ਰਹਿ ਗਿਆ ਕੰਮ, ਅੱਜ ਤੋਂ ਬਾਅਦ ਫਿਰ ਹੁਣ ਤਾਜ਼ੇ ਪ੍ਰਸ਼ਾਦੇ ਕਿਵੇਂ ਚੱਲਣਗੇ। ਫਿਰ ਉਹ ਲੜਾਈ ਕਰਦੇ ਵੀ ਚੱਲ ਘਰੇ ਵੀ ਸੌਣਾ, ਹਵਾਲਾਤ ਸਹੀ, ਉੱਥੇ ਰੋਟੀ ਆਊ ਪਿੱਛੇ। ਲੜਾਈਆਂ ਹੁੰਦੀਆਂ ਪਿੰਡਾਂ ਦੇ ਵਿੱਚ, ਪਾਰਟੀ ਬਾਜੀ, ਝੰਡਿਆਂ ਦੇ ਪਿੱਛੇ ਲੜਾਈਆਂ। ਜਦ ਅੰਬੈਸਡਰ ਨੇ ਲੰਘਣਾ, ਫਲਾਣੀ ਪਾਰਟੀ ਨੂੰ ਵੋਟਾਂ ਪਾ ਦਿਓ ਜੀ, ਜਵਾਕ ਹੋਣੇ ਅਸੀਂ ਪਿੱਛੇ ਭੱਜਣਾ, ਸਾਰੇ ਜਿਹੜੇ ਛੋਟੇ ਹੁੰਦੇ ਨੇ ਉਹਨਾਂ ਦੇ ਮਿੱਟੀ ਦੇ ਵਿੱਚ ਲਿਬੜ ਕੇ ਉਹਨਾਂ ਜਾਂਦੇ ਵੇਲੇ ਸਿਰ ਨਾ ਝੰਡੀ ਦੇ ਜਾਓ, ਝੰਡੀ ਦੇ ਜਾਓ, ਝੰਡੀ। ਉਹ ਝੰਡੀਆਂ ਹੈ ਨਹੀਂ ਬਈ, ਬੜੀ ਝੰਡੀ, ਛੋਟੀ ਝੰਡੀ, ਧੱਕੇ ਨਾਲ ਝੰਡੀ ਲਵਾਉਣੀ, ਝੰਡਾ ਲਾਉਣ ਤੇ ਝੰਡੀ ਲਾਉਣ ਤੇ ਫਿਰ ਵੋਟ ਪੱਕੀ ਹੋ ਜਾਂਦੀ। 1844 247 1550 ਤੁਹਾਡੇ ਪਿੰਡ ਦੀ ਕੋਈ ਪੁਰਾਣੀ ਯਾਦ ਵੋਟਾਂ ਦੀ ਉਹ ਸੁਣਾਇਓ। ਜਗਦੀਪ ਸਿੰਘ ਬਰਾੜ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ। ਹਾਂਜੀ ਬਾਈ, ਇਹ ਜਿਹੜਾ ਆਪਣੇ ਪਿੰਡੂ ਵੋਟਾਂ ਹੁੰਦੀਆਂ, ਕੱਸ ਤਾਂ ਪੂਰਾ ਹੁੰਦਾ, ਇੱਕ ਦੋ ਦਿਨ ਪਹਿਲਾਂ ਪੂਰਾ, ਜਿਵੇਂ ਵੋਟਾਂ ਦੂਰੋਂ ਨੇੜੇ ਲਿਆਉਣ ਵਾਲਾ, ਕਈ ਤਰੀਆਂ ਧੀਆਂ ਧਿਆਣੀਆਂ ਹੁੰਦੀਆਂ ਜਿਨ੍ਹਾਂ ਦਾ ਗੇੜਾ ਵੋਟਾਂ ਵੇਲੇ ਵੱਜਦਾ ਸੀ, ਜਾ ਕੇ ਫਿਰ ਚੀਪਾਂ ਤੇ ਲੈ ਕੇ ਆਉਂਦੇ ਸੀ। ਤੇ ਇੱਕ ਸਾਡੇ ਪਿੰਡ ਜਦੋਂ ਮੈਂਬਰੀ ਸਰਪੰਚ ਦੀਆਂ ਵੋਟਾਂ ਪਈਆਂ ਤਾਂ ਜੱਸਾ ਸੇਠ ਸੀਗਾ, ਸੀਓ ਮੋਦੀ ਵਾਲੀ ਕੈਟਾਗਰੀ ਜੋ ਸਿੰਗਲੀ, ਤੇ ਉਹ ਯਾਦ ਖੜਾ ਹੋ ਗਿਆ। ਤੇ ਪੂਰੀ ਭੱਜ ਨੱਸ ਕੀਤੀ ਵਿਚਾਰੇ ਨੇ, ਮਾੜਾ ਮੋਟਾ ਦਾਰੂ ਪਹਿਲਾਂ ਜਿੰਨਾ ਕੁ ਵੈਦ ਸੀਗਾ ਲੋਕਾਂ ਨੂੰ ਪਿਆਉਂਦਾ ਪੁੰਦਾ ਰਿਹਾ। ਤੇ ਜਦੋਂ ਚਲੋ ਵੋਟਾਂ ਪੈ ਗਈਆਂ ਤੇ ਜਮਾਂ ਅਖੀਰ ਤੱਕ ਪੂਰੀ ਭੱਜ ਨੱਸ ਕਰਦਾ ਰਿਹਾ। ਜਦੋਂ ਸ਼ਾਮ ਨੂੰ ਗਿਣਤੀ ਹੋਈ, ਵੋਟ ਉਹਦੀ ਨਿਕਲੀ ਇਕੱਲੇ ਦੀ, ਤੇ ਗਾਲ ਕੱਢ ਕੇ ਕਹਿੰਦਾ ਯਾਰ ਆਹ ਤਾਂ ਇੱਕ ਮੇਰੀ ਸੀਗੀ, ਆਹ ਦੂਜਾ ਇੱਕ ਉਹਦੀ ਆਪਦੀ ਤੇ ਇੱਕ ਹੋਰ ਵੋਟ ਨਿਕਲੀ। ਤੇ ਕਹਿੰਦਾ ਯਾਰ ਮੈਂ ਆਹ ਮੇਰੀ ਤਾਂ ਸੀਗੀ ਤੇ ਗਾਲ ਕੱਢ ਕੇ ਕਹਿੰਦਾ ਆਹ ਕਿਹੜਾ ਗਲਤੀ ਕਰ ਗਿਆ, ਨਾਲ ਇੱਕ ਹੋਰ। ਸਤਿ ਸ਼੍ਰੀ ਅਕਾਲ ਬਾਈ ਜੀ। ਜਗਦੀਪ ਸਿੰਘ ਬਰਾੜ ਵਿਧੀ ਭਗਤ, ਧੰਨਵਾਦ। ਕਸ਼ਮੀਰ ਸਿੰਘ ਜੀ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਗਿਲ ਸਾਹਿਬ, ਵੋਟਾਂ ਦੀ ਗੱਲ ਏਦਾਂ ਜੀ, ਜਦੋਂ ਨਾ ਇੱਕ ਦਿਨ ਪਹਿਲਾਂ ਜਦ ਵੋਟਾਂ ਦਾ ਕਹਿਣ ਜਾਣਾ, ਇਹ ਸਾਡਾ ਆਪਣਾ ਵੀ ਸਾਡੇ ਬਜ਼ੁਰਗਾਂ ਦੀ ਉਮਰ ਦਾ ਬੰਦਾ ਸੀਗਾ, ਜਿਹਨੇ ਮੈਂ ਕਹਿ ਕੇ ਵੋਟਾਂ ਨਿਕਲਣ ਨਾ ਤਾਂ ਉਹਨੇ ਕਹਿ ਦੇਣਾ ਬਈ ਯਾਰ ਮੈਨੂੰ ਲੱਗਦੀ ਨਹੀਂ ਤੁਸੀਂ ਸਾਨੂੰ ਵੋਟ ਪਾਉਣੀ। ਜੇ ਉਹਦਾ ਮਨ ਬਣਿਆ ਵੀ ਹੋਣਾ ਤਾਂ ਉਹਨੂੰ ਉਹਦਾ ਮਨ ਤੋੜ ਦੇਣਾ। ਤੇ ਵੋਟ ਪਾਉਣ ਨੂੰ ਅਸੀਂ ਨਾ ਬੰਦਾ ਲਿਆਏ ਫੜ ਕੇ ਵੋਟ ਪਾਉਣ ਨੂੰ, ਆਪਣਾ ਸ਼ਰਾਬੀ ਹੋ ਰਿਹਾ ਬੰਦਾ, ਜਿਹੜੇ ਬੂਥੇ ਉੱਤੇ ਖੜਾ ਕੀਤਾ ਪਾੜ ਕੇ ਦੋਹਾਂ ਬੂਥਾਂ ਦੇ ਦੋਹਾਂ ਡੱਬਿਆਂ 'ਚ ਵੋਟ ਪਾ ਕਹਿੰਦਾ ਨਾਰਾਜ਼ ਕਿਸੇ ਨੂੰ ਵੀ ਨਹੀਂ ਕਰਨਾ। ਕਹਿੰਦਾ ਇਹਦਾ ਗੱਲ ਗਿਲ ਸਾਹਿਬ, ਵੋਟ ਜਿੱਦਾਂ ਸਾਡੇ ਲਾਗੇ ਸਕੂਲ ਆ ਉੱਥੇ ਵੋਟਾਂ ਪੈਂਦੀਆਂ ਤਾਂ ਤਕਰੀਬਨ ਜਿਹੜੇ ਬੂਥ ਲੱਗਦੇ ਤਾਂ ਸਾਡੇ ਲੱਗਦੇ ਆ ਘਰਾਂ ਦੇ ਵਿੱਚ, ਨਾਲ ਸਾਡੇ ਘੱਟ ਵਰਤਦੇ ਆ। ਉਹ ਫਿਰ ਸਾਡੇ ਏਦਾਂ ਜਿਹੜੇ ਵੋਟਾਂ ਪੈਣੀਆਂ ਸਾਰੀਆਂ ਪਾਰਟੀਆਂ ਵੇ ਕਹਿੰਦਾ ਵੀ ਚਾਹ ਬਣਾ ਕੇ ਦੋ, ਚਾਹ ਦੇ ਕੱਪ 4 ਚਾਹੀਦੇ ਜਾਂ 5 ਚਾਹੀਦੇ ਆ। ਫਿਰ ਸਾਰੇ ਦੇ ਲੋ ਵੀ ਕਿੰਨਾ ਭਾਈਚਾਰਾ ਇਕੱਠਾ ਹੁੰਦਾ, ਵੋਟਾਂ ਵੇ ਵੀ ਵੱਖਰੀਆਂ ਪਾਉਂਦੇ ਆ। ਉਹ ਸਾਰੇ ਨੇ ਚਾਹ ਪਾਣੀ ਸਾਡੇ ਕਹਿਣਾ ਵੀ ਚਾਹ ਪਾਣੀ ਬਣਾ ਕੇ ਅੰਦਰ ਬੁੜੀਆਂ ਨੂੰ ਕਹਿੰਦਾ ਸਾਨੂੰ 4 ਕੱਪ ਚਾਹੀਦੇ, ਸਾਨੂੰ 10 ਕੱਪ ਚਾਹੀਦੇ। ਉਹ ਸਾਰੀ ਜਿਹੜੀ ਮੇਲਾ ਲੱਗਾ ਹੁੰਦਾ। ਓਕੇ, ਧੰਨਵਾਦ। ਸੁਰਜੀਤ ਸਿੰਘ, ਲਾਈਨ ਨੰਬਰ 5। ਸੁਰਜੀਤ ਸਿੰਘ ਜੀ। ਸਾਜੀਤ ਸਿੰਘ ਔਲਖ, ਲਾਈਨ ਨੰਬਰ 2। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਨੂੰ ਗੱਲ ਦੱਸਦਾ, ਜਦੋਂ ਬੇਅੰਤ ਸਿੰਘ ਬਣਿਆ ਨਾ ਚੀਫ ਮਿਨਿਸਟਰ ਜੀ, ਜਦੋਂ ਉਹਦੀ ਇਲੈਕਸ਼ਨ ਜਦੋਂ ਹੋਈ ਤੇ ਮੈਂ ਉਦੋਂ ਇੰਡੀਆ ਉੱਥੇ ਨੰਬਰਦਾਰੀ ਕਰਦਾ ਹੁੰਦਾ ਸੀ। ਤੇ ਸਵੇਰ ਤੱਕ ਕੋਈ ਸਕੂਲੇ ਜੀ ਨਾ ਗਿਆ ਜੀ ਉੱਥੇ। ਤੇ ਸਵੇਰ ਆਣ ਕੇ ਤੇ ਬੂਹਾ ਖੋਲਿਆ ਨਾ ਜਦੋਂ, ਤੇ ਉਹਨਾਂ ਨੇ ਡੋਰ ਮੇਰੀ ਖੜਕਾਈ। ਉਹਨੂੰ ਪੁੱਛਿਆ ਵੀ ਕੋਈ ਨੰਬਰਦਾਰ ਦਾ, ਕੋਈ ਮੈਂਬਰ ਦਾ ਕੋਈ ਘਰ ਹੈਗਾ? ਉਹ ਮੁੰਡਾ ਆਂਦਾ ਆ ਹੋਇਆ ਇੱਕ ਤਾਂ।
ਉਹ ਮੈਂ ਬੂਹਾ ਖੋਲਿਆ ਤੇ ਜੀ 40-50 ਬੰਦੇ ਪੁਲਿਸ ਦੇ। ਅੱਛਾ। 40-50 ਬੰਦੇ ਪੁਲਿਸ ਦੇ। ਮੈਨੂੰ ਆਂਦੇ ਤੂੰ ਨੰਬਰਦਾਰ? ਮੈਂ ਹਾਂ ਹੋ। ਆਂਦੇ ਵੀ ਬਾਹਰ ਆ ਜਾ ਇੱਥੇ, ਤੇ ਆਂਦਾ ਵੀ ਤੈਨੂੰ ਨਹੀਂ ਪਤਾ ਵੀ ਅੱਜ ਇਲੈਕਸ਼ਨ ਆ ਤੇ ਵੋਟਾਂ ਵਾਟਾਂ ਆਖਣੀਆਂ ਵਾ। ਹਾਂ। ਤੇ ਮੈਂ ਬਾਹਰ ਨਿਕਲਿਆ ਤੇ ਮੈਨੂੰ ਆਂਦੇ ਚੱਲ ਗੁਰਦੁਆਰੇ ਪਹਿਲਾਂ ਤਾਂ ਬੋਲ, ਤੇ ਮਾਰ ਪਿਆ ਪਾਇਆ ਮਗਰ ਪੁਲਿਸ ਦਾ, ਤੇ ਮੈਨੂੰ ਮੋਹਰੇ ਲਾਇਆ ਤੇ ਜਾ ਕੇ ਗੁਰਦੁਆਰੇ ਸਾਧ ਨੂੰ ਆਖਿਆ ਤੇ ਉਹਨੇ ਤੇ ਬੋਲ ਦਿੱਤਾ। ਮੁੜ ਕੇ ਆਂਦਾ ਵੀ ਚੱਲ ਚੌਂਕੀਦਾਰ ਹੈ ਤੇ ਆਪਾਂ ਬੰਦਿਆਂ ਨੂੰ ਆਖਣਾ ਵੀ ਸਕੂਲੇ ਚੱਲੋ। ਤੇ ਉਹ ਜੀ ਅਸੀਂ ਤੁਰ ਪਏ ਤੇ ਮੈਂ ਆਖਿਆ ਮਨਾ ਵੀ ਇਹਦੇ ਤਕਾਮ ਖਰਾਬ ਹੋ ਜਾਣਾ ਤੇ ਇਹਨਾਂ ਤੇ ਮੈਨੂੰ ਏਦਾਂ ਮੋਹਰੇ ਲਾਇਆ ਜਿਸ ਤਰ੍ਹਾਂ। ਤੇ ਮੈਂ ਕੀਤਾ ਵੀ ਪਿੰਡ ਦੇ ਵਿੱਚ ਤੁਰੇ ਫਿਰਦਿਆਂ ਪਿੰਡ ਵਾਲੇ ਲੋਕ ਕੰਧਾਂ ਉਹਦੀ ਵੇਖਣ ਵੀ ਉਹਨੂੰ ਉਹਨਾਂ ਮੋਹਰੇ ਲਾਇਆ ਲੰਬੜਦਾਰ ਨੂੰ। ਹਾਂਜੀ। ਤੇ ਮਗਰ ਹੜ ਪੁਲਿਸ ਦਾ। ਤੇ ਉਹਨੇ ਚੋਂ ਅਸੀਂ ਬਾਹਰ ਫਿਰਨੀ ਤੇ ਗਏ ਤੇ ਉਹਨੇ ਚੋਂ ਵੱਡਾ ਅਫਸਰ ਪੁਲਿਸ ਦਾ ਸੀ ਕੋਈ, ਤੇ ਉਹ ਉੱਥੇ ਆ ਗਿਆ। ਉਹ ਮਿਲਿਆ ਤੇ ਉਹ ਆਂਦਾ ਵੀ ਉਹਨੂੰ ਠਾਣਾ ਨੂੰ ਝੜਕਣ ਲੱਗ ਪਿਆ। ਆਂਦਾ ਕੀ ਕੀਤਾ ਤੂੰ ਸਵੇਰ ਦਾ? ਆਂਦਾ ਉੱਥੇ ਤਾਂ ਕੋਈ ਜੀ ਨਹੀਂ ਆਂਦਾ ਸਕੂਲੇ ਆਇਆ। ਉਹਨਾਂ ਜੀ ਆ ਵੇਖੋ ਸਵੇਰ ਦੇ ਨੰਬਰਦਾਰ ਨੂੰ ਲਈ ਫਿਰਦੇ ਆ ਤੇ ਅਸੀਂ ਤੁਰੇ ਫਿਰਦੇ ਆ ਪਿੰਡ ਦੇ ਵਿੱਚ ਕੱਢਦੇ ਫਿਰਦੇ ਆ। ਤੇ ਉਹਨੇ ਜਿਹੜਾ ਨੂੰ ਉਹ ਚਲਾ ਗਿਆ ਸਕੂਲ ਵੱਲ ਨੂੰ ਤੇ ਅਸੀਂ ਫੇਰ ਪਿੰਡ ਨੂੰ ਵੜ ਗਏ। ਤੇ ਮੈਂ ਵਾਹਲਾ ਨੂੰ ਆਖਿਆ, ਮੈਂ ਆਖਿਆ ਸਰਦਾਰ ਜੀ ਤੁਹਾਨੂੰ ਪਤਾ ਕਿਹੋ ਜਿਹਾ ਸਮਾਂ ਚੱਲ ਰਿਹਾ ਤੇ ਕਿਹੋ ਜਿਹਾ ਸਾਡੇ ਪਿੰਡ ਦੇ ਹਾਲਾਤ ਆ? ਮੈਂ ਤਰਨਤਾਰਨ ਕੋ ਸਾਡਾ ਪਿੰਡ ਆ ਜੀ। ਹਾਂ ਮੈਂ ਸੁਣ ਰਿਹਾ ਜੀ। ਹਾਂ। ਉਹਦਾ ਕੀ ਗੱਲ? ਮੈਂ ਆਖਿਆ ਉਹਨਾਂ ਟਿਕਾਣਾ ਨੂੰ ਸਾਡਾ ਟੱਬਰ ਮਾਰ ਦੇਣਾ ਖਣੀ। ਉਹਨਾਂ ਕਹਿਣਾ ਵੀ ਤੂੰ ਮਾਮਾ ਬਣਿਆ ਪੁਲਿਸ ਦਾ, ਮੈਂ ਵੋਟਾਂ ਆਖਣ ਨੂੰ। ਤੇ ਉਹ ਭਾਲਦਾ ਰਹਿੰਦਾ ਆਂਦਾ ਇਹੋ ਜਿਹੀ ਗੱਲ ਆ? ਮੈਂ ਕਿਹਾ ਜੀ ਇਹੋ ਜਿਹੀ ਗੱਲ ਆ। ਆਂਦਾ ਮੈਂ ਤੈਨੂੰ ਸਹਿਮਤ ਕਰੂੰਗਾ ਤੇ ਆਂਦਾ ਖਿਸਕ ਜੀ ਆਂਦਾ। ਤੇ ਉਹ ਜਿਹੜੇ ਸੀ ਨਾ ਜਿਹੜੇ CRP ਵਾਲੇ ਸੀ ਉਹ ਤੇ ਸਕੂਲ ਨੂੰ ਘੱਲ ਦਿੱਤੇ, ਤੇ ਉਹ ਜਿਹੜੇ ਆਪਣੇ ਦੇਸੀ 10 ਕੋ ਰਹਿ ਗਏ ਮੇਰੇ ਨਾਲ। ਤੇ ਉਹ ਐ ਕਰਕੇ ਅਰਕ ਮੋੜ ਜਿਹਾ ਗਲੀ ਸੀ ਤੇ ਉਹਦੇ ਵਿੱਚ ਵੜਨ ਲੱਗੇ ਤੇ ਆਂਦਾ ਮੈਂ ਤੈਨੂੰ ਸਹਿਮਤ ਕਰੂੰਗਾ, ਜਦੋਂ ਮੈਂ ਸਹਿਮਤ ਮਾਰੂ ਉਦੋਂ ਖਿਸਕ ਜੀ। ਤੇ ਉਹ ਜੀ ਉਹਨੇ ਐ ਗਲੀ ਚ ਵੜੇ ਤੇ ਮੈਂ ਸਹਿਜ ਨਾਲ ਪੈਰ ਪਛਾਂ ਖਿਸਕਾਉਂਦਾ ਆਂਦਾ ਲੱਭੀ ਨਾ ਮੁੜ ਕੇ ਆਂਦਾ। ਤੇ ਮੈਂ ਜੀ ਭੱਜ ਗਿਆ, ਏਦਾਂ ਮੇਰੀ ਗੱਲ ਛੁੱਟੀ। ਤੇ ਉਹਨਾਂ ਨੂੰ ਪਤਾ ਚਲੋ ਮੈਨੂੰ ਤਾਂ ਮੁੜ ਕੇ ਕਿਸੇ ਬਾਹਰ ਪਾਇਆ ਨਹੀਂ। ਤੇ ਏਦਾਂ ਦੀ ਉਦੋਂ ਵੋਟਾਂ ਦੇ ਵਿੱਚ ਸੀ ਸਿਲਸਿਲਾ। ਧੰਨਵਾਦ ਧੰਨਵਾਦ। ਥੈਂਕ ਯੂ ਜੀ। ਸਾਰੇ ਪਿੰਡ ਚ ਲੰਬੜਦਾਰ ਮੂਹਰੇ ਲਾਇਆ, ਪਿੰਡ ਚ ਕੋਈ ਵੋਟ ਪਾਉਣ ਨਹੀਂ ਆਇਆ। ਬਹੁਤ ਔਖਾ ਸਮਾਂ ਸੀ ਉਹ। ਤੇ ਮੁੜ ਕੇ ਗਲਤੀਆਂ ਕੀਤੀਆਂ ਕਿੰਨੀਆਂ ਔਖੀਆਂ ਝੱਲੀਆਂ ਕੌਮ ਨੇ, ਇਹ ਵੀ ਵੇਖੋ। ਸਰਬਜੀਤ ਸਿੰਘ ਜੀ ਲਾਈਨ ਨੰਬਰ 4। ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ। ਪਹਿਲਾਂ ਤਾਂ ਇੱਥੋਂ ਦੀ ਸੁਣ ਲਓ, ਮੈਂ ਦੂਜੇ ਪਾਸੇ ਫੋਨ ਘੁਮਾ ਲਿਆ ਉਧਰ 600 ਤੇ ਉਹ ਵੋਟਾਂ ਦੀ ਗੱਲ ਕਰਨ। ਮੈਂ ਕਿਹਾ ਮੈਂ ਤਾਂ ਯਾਰ ਕੁੱਕੜ ਦੀ ਸਟੋਰੀ ਸੁਣਾਉਣੀ ਆ ਵੀ ਇਹ ਵੋਟਾਂ ਦੀ। ਉਹ ਦੂਜੇ ਪਾਸੇ ਘੁਮਾ ਲਿਆ ਜੀ 600 ਤੇ। ਅੱਛਾ ਅੱਛਾ ਗੱਲ ਸੁਣੋ। ਮੈਂ ਦਰਅਸਲ ਬੋਰਡਿੰਗ ਸਕੂਲ ਚ ਪੜ੍ਹਦਾ ਸੀ। ਪਿੰਡ ਬਾਹਲੇ ਲੋਕਾਂ ਨੂੰ ਮੈਂ ਜਾਣਦਾ ਨਹੀਂ, ਥੋੜੇ ਜਿਹੇ ਜਿਹੜੇ ਪਰਲੇ ਪਾਸੇ ਵਾਲਿਆਂ ਨੂੰ ਜਾਣਦਾ ਨਹੀਂ। ਤੇ ਉਹ 2-3 ਬੰਦਿਆਂ ਨੇ ਗੱਲ ਨੇ ਇੱਕ ਕਹਿੰਦਾ ਯਾਰ ਕੁੱਕੜ ਨੇ ਬਹੁਤ ਦੁਖੀ ਕੀਤੇ ਆ। ਮੈਂ ਕਿਹਾ ਵੀ ਹੋਊ ਕੋਈ ਗੱਲ। ਇੱਕ ਹੋਰ ਬੰਦਾ ਫੇਰ ਕਿਤੇ ਗਾਹਾਂ ਗੱਲਬਾਤ ਖੜੇ ਉੱਥੇ ਉਹ ਵੀ ਕਹੇ ਕੁੱਕੜ ਨੂੰ ਦੇਖਣਾ ਯਾਰ ਕਦੇ। ਉਹ ਜੋ ਤੀਜੇ ਬੰਦੇ ਨੇ ਕਿਤੇ ਫੇਰ ਗੱਲ ਕੀਤੀ, ਮੈਂ ਉਹਨੂੰ ਪੁੱਛ ਹੀ ਲਵਾਂ ਹੋ ਗਬਰਾ ਇਹ ਕੁੱਕੜ ਕੀ ਕਰੀ ਜਾਂਦੇ ਆ? ਕੌਣ ਆ ਕੁੱਕੜ? ਉਹ ਕਹਿੰਦੇ ਕਾਹਨੂੰ ਕੁੱਕੜ ਆ? ਉਹ ਜਾਗਰ ਆ ਯਾਰ ਵਿਹੜੇ ਵਾਲਾ। ਬਸ ਕੁੱਕੜ ਕਾਹਤੋਂ ਕਹਿੰਦੇ ਆ? ਕਹਿੰਦਾ ਉਹ ਵੋਟਾਂ 'ਚ ਖੜਾ ਸੀ, ਜਦੋਂ ਸਰਪੰਚੀ ਦੀਆਂ ਵੋਟਾਂ 'ਚ ਖੜਦੇ ਆ ਨਾ ਉਦੋਂ ਨਿਸ਼ਾਨ ਦਿੰਦੇ ਹੁੰਦੇ ਆ। ਉਹਨੂੰ ਚੋਣ ਨਿਸ਼ਾਨ ਕੁੱਕੜ ਦਿੱਤਾ ਹੋਇਆ ਸੀ ਉਦੋਂ ਵੋਟਾਂ 'ਚ। ਤੇ ਉਹਦਾ ਨਾਂ ਫਿਰ ਪੱਕਾ ਹੀ ਹੁਣ ਤਾਈਂ ਉਹਨੂੰ ਕੁੱਕੜ ਹੀ ਕਹੀ ਜਾਂਦੇ ਆ। ਕਹਿੰਦੇ ਮਸ਼ੀਨਰੀ ਨਾਲ ਲਾਡ ਨਹੀਂ ਕਰੀਦਾ, ਜਵਾਕਾਂ ਨੂੰ ਕਹਿੰਦੇ ਹੁੰਦੇ ਮਸ਼ੀਨਰੀ ਨਾਲ। ਟਰੈਕ ਤੋਂ ਲੈ ਕੇ ਸਕੂਟਰ ਤੱਕ ਮਸ਼ੀਨਰੀ 'ਚ ਆਉਂਦੇ ਨੇ। ਕੰਪੈਨ ਵੀ ਜਿਹੜੀ ਹੈ ਉਹ ਵੀ ਉਹਦੇ 'ਚ ਆਉਂਦੀ ਹੈ। ਬਾਹਰੋਂ ਇੱਕ ਬੰਦਾ ਭੂਰਾ ਬਰਾੜ ਕੈਨੇਡੀਓਂ ਗਿਆ, ਬਾਈ ਦਾਊ ਮਾਜਰਾ, ਕਹਿੰਦਾ ਪਿੰਡ ਗੁਆਂਢੀ ਮਰ ਗਿਆ ਬਾਬਾ। ਕਹਿੰਦਾ ਨਹਾਉਣ ਲੱਗੇ ਅਰਥੀ ਬੰਨ ਲਈ। ਅਰਥੀ ਕਹਿੰਦਾ ਨਾਈ ਨੇ ਬੰਨੀ ਕੈੜੀ ਤੇ ਨਾਈ ਡੋਡੇ ਖਾਂਦਾ ਸੀ। ਨਾਈ ਕਾਇਮ ਹੋ ਗਿਆ, ਪੂਰਾ ਲੰਬੀ ਬਣਾ ਲਈ। ਉਹ ਕਹਿੰਦੇ ਏਡੀ ਬਣਾ ਲਈ। ਉਹ ਕਹਿੰਦਾ ਬੰਦਾ ਵੱਧ ਜਾਂਦਾ ਮਰ ਕੇ, ਨਾਲੇ ਵਜਨ ਵੱਧ ਜਾਂਦਾ। ਤੁਹਾਨੂੰ ਕੀ ਪਤਾ ਜਵਾਕੋ?
ਕਹਿੰਦੇ ਲੱਦ ਲਿਆ, ਭੂਰਾ ਵੀ ਲੱਗ ਗਿਆ। ਮੜੀਆਂ ਪਿੰਡ ਤੋਂ 3 ਕਿਲੋਮੀਟਰ ਸੀ ਬਾਹਰ ਜਮਾਈ, 2 ਕਿੱਲੇ ਗਏ। ਕਹਿੰਦੇ ਬਾਬਾ ਖਿਸਕਦਾ ਡੰਡੇ ਜਿਹੜੇ ਦੂਰ ਬੰਨ੍ਹਤੇ ਤੇ ਗੱਭਿਓਂ ਡਿੱਪਿਆ ਗੈਪ ਦੇ ਵਿੱਚੋਂ। ਛੋਟੇ ਕੱਦ ਦਾ ਸੀ, ਹਲਾਰਿਆਂ ਨਾਲ ਹਿਲਦਾ ਆ ਗਿਆ ਗੱਭੇ। ਸਲਾਹਾਂ ਦੇ ਨਾਲੇ ਕਹਿੰਦੇ ਬੰਦੇ ਬਹੁਤ ਮਾੜੀ ਗੱਲ ਹੋ ਗਈ, ਨਾਲੇ ਚੱਲੋ ਹੌਲੀ, ਨਾਲੇ ਮੂਹਰੇ ਪਾ ਲਓ, ਦਾਬੂ ਕਰ ਲਓ, ਇਉਂ ਨਾ ਕਰੋ, ਨਾਲੇ ਇਉਂ ਨਹੀਂ ਤਾਂ ਮਾੜੀ ਜੀ ਰੱਸੀ ਪਾ ਲਓ ਉੱਪਰ ਦੀ, ਐ ਤਾਂ ਸੂਤ ਆ ਜਾਓ ਤਾਂ ਬਹੁਤ ਦੂਰ ਹੈ। ਰੱਸੀ ਪਾ ਕੇ ਕਿੱਲਾ ਗਏ, ਸਰੀਰ ਹੈਵੀ ਸੀ, ਰੱਸੀਆਂ ਕਿੱਥੇ ਖੜਦੀਆਂ, ਬਾਣ ਜਾ ਤੋੜ ਕੇ ਬਾਬਾ ਫੇਰ ਥੱਲੇ। ਜਾਨੂੰ ਇੱਕ ਵਸੀਮ ਵੱਡੀ ਰੇੜਾ ਲਈ ਆਵੇ, ਬੂਰੇ ਨੇ ਮਗਰਲਾ ਫੱਟਾ ਖਿੱਚ ਲਿਆ ਜਿਹਦੇ ਤੇ ਜੈ ਜਵਾਨ ਜੈ ਕਿਸਾਨ ਲਿਖਿਆ ਹੁੰਦਾ, ਅਰਥੀ ਤੇ ਪਾ, ਕਹਿੰਦਾ ਇਹਦੇ ਤੇ ਰੱਖੋ ਸਿੱਧਾ ਕਰ। ਬਾਬਾ ਉੱਚਾ ਹੋ ਗਿਆ, ਕਹਿੰਦੇ ਇਉਂ ਕਰੋ, 4 ਕਾਨੀ ਨੇ 4 ਹੱਥ ਰੱਖੋ ਉੱਪਰ, ਰੁੜ ਨਾ ਜਾਵੇ। ਜੈਨੂੰ ਸੰਸਕਾਰ ਕਰਕੇ ਮੁੜੇ ਆਉਂਦਿਆਂ ਨੂੰ ਬਜ਼ੁਰਗ ਇੱਕ ਮੂਹਰੇ ਬੈਠਾ ਗਿਆ, ਪੂਰੇ ਹਾਂ ਬਾਬਾ ਜੀ ਮੱਲਾ ਸੰਸਕਾਰ ਨੂੰ ਟਾਈਮ ਹੈ ਬਹੁਤ ਲਾਦਾ ਤੁਸੀਂ। ਪੂਰਾ ਕਹਿੰਦਾ ਕਰੀਏ ਕੀ ਬਾਪੂ ਜੀ, ਟਾਈਮ ਤਾਂ ਲੱਗਣੇ, 3 ਵਾਰ ਲੋਡ ਤੇ ਆਫ ਲੋਡ ਕੀਤਾ ਜਾਂਦਾ ਬਾਬਾ, ਅੰਗਰੇਜ਼ੀ ਤੇ ਪੰਜਾਬੀ ਕੈਨੇਡਾ। ਅਖੀਰ ਚ ਮੁਹੰਮਦ ਸਦੀਕ ਤੁਹਾਡੇ ਲਈ ਵੋਟਾਂ ਪਾਇਆ ਕੱਲ ਨੂੰ, ਬਾਕੀ ਫਿਰ ਸੋਮਵਾਰ ਨੂੰ ਕਰਾਂਗੇ ਗੱਲ ਕੌਣ ਜਿੱਤਿਆ ਤੇ ਕੌਣ ਹਾਰਿਆ। ਸਦੀਕ ਤੁਹਾਡੇ ਲਈ ਰੱਬ ਰਾਖਾ।